ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੁਰਜੀਤ ਜੀ, ਹਾਂਜੀ ਜੀ, ਇਹ ਵੀ ਦੱਸ ਦਿਓ ਕਿ ਟੀਵੀ ਪੰਜਾਬੀ ਦੁਨੀਆ ਦੇ ਉੱਤੇ ਇਹ ਲਾਈਵ ਟੈਲੀਕਾਸਟ ਹੋਏਗਾ, ਸ਼ੁਰੂ ਹੋ ਗਿਆ। ਅੱਛਾ ਜੀ। This meeting is being recorded. ਹਾਂਜੀ ਚਲੋ ਕੰਟੀਨਿਊ। ਹਾਂ ਹਾਂਜੀ ਕਰੋ। ਚਲੋ ਠੀਕ ਹੈ ਜੀ। ਹਾਂਜੀ ਮੇਰੇ ਖਿਆਲ ਪ੍ਰੀਤ ਲੱਦਰ ਜੀ ਆ ਗਏ ਨੇ। ਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ। ਹਾਂਜੀ ਸਤਿ ਸ਼੍ਰੀ ਅਕਾਲ ਪ੍ਰੀਤ ਜੀ, ਤੁਹਾਡੀ ਵੀਡੀਓ ਨਹੀਂ ਦਿਸਦੀ ਪਈ। ਹਾਂਜੀ ਜਿਵੇਂ ਕਾਣੋ ਸਾਹਿਬ ਨੇ ਦੱਸਿਆ ਕਿ ਇਹ ਪ੍ਰੋਗਰਾਮ ਇਸ ਵੇਲੇ ਸਤਿ ਸ਼੍ਰੀ ਅਕਾਲ ਜੀ। ਹਾਂਜੀ ਪ੍ਰੀਤ ਲੱਦਰ ਜੀ ਆ ਗਏ ਹੋ ਤੁਸੀਂ? ਹਾਂਜੀ ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪ੍ਰੀਤ ਲੱਦਰ ਜੀ ਕਿੱਥੇ ਹੋ ਤੁਸੀਂ? ਹੈਲੋ। ਹਾਂਜੀ ਹਾਂਜੀ ਕਿੱਥੇ ਹੋ? ਮੈਨੂੰ ਦਿਸ ਨਹੀਂ ਰਹੇ ਤੁਸੀਂ। ਸੋਹਣ ਸਿੰਘ ਬੋਲ ਰਿਹਾ ਜੀ। ਵਾਹ ਆਏ ਨਹੀਂ ਗਏ ਸੁਰਜੀਤ ਜੀ, ਕੋਈ ਹੋਰ ਆਵਾਜ਼ ਦੇ ਰਿਹਾ ਹੈ। ਲੱਦਰ ਜੀ ਆ ਗਏ ਨੇ, ਹੈਗੇ ਨੇ। ਹਾਂਜੀ ਪ੍ਰੀਤ ਜੀ ਆਪਣੇ ਆਪ ਨੂੰ ਅਨਮਿਊਟ ਕਰੋ। ਹਾਂਜੀ ਹਾਂਜੀ ਹਾਂ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਪਲੀਜ਼ ਅਨਮਿਊਟ ਆਪਣੇ ਮਿਊਟ ਕਰ ਲਓ ਸਾਰੇ। ਪ੍ਰੀਤ ਜੀ ਆ ਗਏ ਨੇ ਤੇ ਸਾਡੇ ਸਭ ਤੋਂ ਪਹਿਲੇ ਕਵੀ ਜਿਹੜੇ ਕਵੀ ਦਰਬਾਰ 'ਚ ਸ਼ਾਮਲ ਹੋ ਰਹੇ ਨੇ ਉਹ ਪ੍ਰੀਤ ਲੱਦਰ ਜੀ ਨੇ। ਪ੍ਰੀਤ ਲੱਦਰ ਜੀ ਜਾਣੇ ਮਾਣੇ ਗੀਤਕਾਰ ਨੇ। ਮੇਰਾ ਖਿਆਲ ਹੈ ਕਿ ਇਹਨਾਂ ਨੂੰ ਸਾਰੇ ਹੀ ਜਾਣਦੇ ਨੇ। ਇਹਨਾਂ ਦੇ 80 ਦੇ ਕਰੀਬ ਜਿਹੜੇ ਗੀਤ ਨੇ ਉਹ ਰਿਕਾਰਡ ਹੋ ਚੁੱਕੇ ਨੇ ਤੇ ਇਹਨਾਂ ਦਾ ਪਹਿਲਾ ਜਿਹੜਾ ਕਾਵ ਸੰਗ੍ਰਹਿ ਆਇਆ ਹੈ ਉਹ ਹੈ ਕਲਮਨਾਦ ਤੇ ਉਹ ਹੁਣੇ ਪ੍ਰਕਾਸ਼ਿਤ ਹੋਇਆ ਤੇ ਇਹਨੂੰ ਪਾਠਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ। ਤੇ ਪ੍ਰੀਤ ਲੱਦਰ ਜੀ ਤੁਸੀਂ ਸਾਡੇ ਨਾਲ ਆਪਣੀ ਰਚਨਾ ਸ਼ੇਅਰ ਕਰੋ। ਜੀ ਬਹੁਤ ਸ਼ੁਕਰੀਆ ਮੈਮ, ਆਪ ਦਾ ਤੇ ਰਮਿੰਦਰ ਪਾਲੀਆ ਮੈਮ ਦਾ ਤੇ ਪੂਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਸੱਦਾ ਦਿੱਤਾ ਤੇ ਇਸ ਕਾਵ ਮਹਿਫਲ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਤੋ ਮੈਂ ਆਪਣੀ ਇੱਕ ਗਜ਼ਲ ਦੇ ਨਾਲ ਹਾਜ਼ਰੀ ਲਵਾਂਗਾ ਜੀ। ਜਿਵੇਂ ਕਿ ਅੱਜ ਦਾ ਇਹ ਕਵੀ ਦਰਬਾਰ ਮਾਂ ਦਿਵਸ ਨੂੰ ਸਮਰਪਿਤ ਹੈ ਜੀ। ਤੇ ਮੈਂ ਕਹਿਣਾ ਚਾਹੁੰਦਾ ਕਿ ਜਿਸ ਮਾਂ ਨੇ ਆਪਾਂ ਨੂੰ ਜਨਮ ਦਿੱਤਾ ਹੈ ਉਹ ਤੇ ਆਪਣੀ ਮਾਂ ਹੈ ਹੀ, ਇੱਕ ਆਪਣੀ ਹੋਰ ਮਾਂ ਹੈ ਜੋ ਕਿ ਆਪਣੀ ਧਰਤੀ ਮਾਂ ਹੈ। ਹਾਂਜੀ। ਜਿਸ ਦੀ ਗੋਦ ਵਿੱਚ ਆਪਾਂ ਰਹਿੰਦੇ ਹਾਂ। ਸੋ ਸਾਨੂੰ ਸਭ ਨੂੰ ਹੰਭਲਾ ਮਾਰਨਾ ਚਾਹੀਦਾ ਕਿ ਅਸੀਂ ਉਹਦੀ ਵੀ ਸੇਵਾ ਕਰੀਏ, ਉਹਦਾ ਵੀ ਬਚਾਅ ਕਰੀਏ। ਜਿਵੇਂ ਕਿ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਕਿ ਰੁੱਖਾਂ ਦੀ ਕਟਾਈ ਚੱਲ ਰਹੀ ਹੈ, ਪਾਣੀ ਵੇਸਟ ਕੀਤਾ ਜਾ ਰਿਹਾ। ਉਹਦੇ ਤੇ ਡਿਪੈਂਡਡ ਮੇਰੀ ਇੱਕ ਗਜ਼ਲ ਮੈਂ ਆਪ ਸਭ ਦੇ ਨਾਲ ਸਾਂਝੀ ਕਰਾਂਗਾ। ਗੌਰ ਫਰਮਾਉਣਾ ਜੀ। ਮਤਲਬ ਹੈ ਜੀ, ਜੇ ਨਾ ਸੰਭਲੇ ਤਾਂ ਅੱਗੋਂ ਦੀ ਕਹਾਣੀ ਸੋਚਦਾ ਹਾਂ ਮੈਂ। ਜੀ। ਜੇ ਨਾ ਸੰਭਲੇ ਤਾਂ ਅੱਗੋਂ ਦੀ ਕਹਾਣੀ ਸੋਚਦਾ ਹਾਂ ਮੈਂ। ਕੀ ਹੋਊ ਫੇਰ ਮੁੱਕ ਗਿਆ ਜੇ ਪਾਣੀ ਸੋਚਦਾ ਹਾਂ ਮੈਂ। ਬਹੁਤ ਅੱਛੀ। ਜੇ ਨਾ ਸੰਭਲੇ ਤਾਂ ਅੱਗੋਂ ਦੀ ਕਹਾਣੀ ਸੋਚਦਾ ਹਾਂ ਮੈਂ। ਕੀ ਹੋਊ ਫੇਰ ਮੁੱਕ ਗਿਆ ਜੇ ਪਾਣੀ ਸੋਚਦਾ ਹਾਂ ਮੈਂ। ਕਿ ਲਾਉਂਦੇ ਘੱਟ ਹਾਂ ਤੇ ਕੱਟਦੇ ਹਾਂ ਵੱਧ ਰੁੱਖਾਂ ਨੂੰ। ਕਿ ਲਾਉਂਦੇ ਘੱਟ ਹਾਂ ਤੇ ਕੱਟਦੇ ਹਾਂ ਵੱਧ ਰੁੱਖਾਂ ਨੂੰ। ਇਹ ਗੱਲ ਤਾਂ ਹੈ ਨਹੀਂ ਬਹੁਤੀ ਸਿਆਣੀ ਸੋਚਦਾ ਹਾਂ ਮੈਂ। ਜੀ। ਅਗਲਾ ਸ਼ੇਰ ਗੌਰ ਫਰਮਾਉਣਾ ਜੀ। ਕਰੀ ਜਾਂਦੇ ਹਾਂ ਕਿੰਨਾ ਗੰਧਲਾ ਨਦੀਆਂ ਤੇ ਆਬਾਂ ਨੂੰ। ਹਾਂਜੀ ਹਾਂਜੀ। ਕਰੀ ਜਾਂਦੇ ਹਾਂ ਕਿੰਨਾ ਗੰਧਲਾ ਨਦੀਆਂ ਤੇ ਆਬਾਂ ਨੂੰ। ਜੇ ਉਲਝੀ ਸੁਲਝਣੀ ਨਹੀਂ ਫੇਰ ਤਾਣੀ ਸੋਚਦਾ ਹਾਂ ਮੈਂ। ਹਾਂਜੀ। ਪਿਤਾ ਪਾਣੀ ਹੈ ਮਾਂ ਧਰਤੀ ਤੇ ਗੁਰੂ ਕੌਣ ਨੂੰ ਦੱਸਿਆ। ਹਾਂਜੀ। ਪਿਤਾ ਪਾਣੀ ਹੈ ਮਾਂ ਧਰਤੀ ਤੇ ਗੁਰੂ ਕੌਣ ਨੂੰ ਦੱਸਿਆ। ਕਿਉਂ ਭੁੱਲੀ ਜਾਮਦੇ ਗੁਰਾਂ ਦੀ ਬਾਣੀ ਸੋਚਦਾ ਹਾਂ ਮੈਂ। ਬਹੁਤ ਵਧੀਆ। ਅਗਲੇ ਸ਼ੇਰ ਤੇ ਗੌਰ ਫਰਮਾਉਣਾ ਜੀ। ਜੀ ਬਹੁਤ ਸ਼ੁਕਰੀਆ ਜੀ। ਅਗਲੇ ਸ਼ੇਰ ਤੇ ਗੌਰ ਫਰਮਾਉਣਾ ਜੀ। ਅਜੇ ਤਾਂ ਵਿਕ ਰਿਹਾ ਏ ਬੋਤਲਾਂ 'ਚ ਬੰਦ ਪਾਣੀ। ਅਜੇ ਤਾਂ ਵਿਕ ਰਿਹਾ ਏ ਬੋਤਲਾਂ 'ਚ ਬੰਦ ਪਾਣੀ ਹੀ। ਹਵਾ ਵੀ ਬੰਦ ਬੋਤਲੀ ਹੋ ਜਾਣੀ ਸੋਚਦਾ ਹਾਂ ਮੈਂ। ਵਾਹ ਜੀ ਵਾਹ ਵਾਹ, ਬਿਲਕੁਲ।
ਬਹੁਤ ਸ਼ੁਕਰੀਆ ਜੀ। ਇਹ ਪੰਛੀ ਚਹਿਕਦੇ ਫੁੱਲ ਮਹਿਕਦੇ ਵਣ ਟਹਿਕਦੇ ਸੌਂਦੇ। ਹਾਂਜੀ। ਇਹ ਪੰਛੀ ਮਹਿਕਦੇ ਫੁੱਲ, ਇਹ ਪੰਛੀ ਚਹਿਕਦੇ ਫੁੱਲ ਮਹਿਕਦੇ ਵਣ ਟਹਿਕਦੇ ਸੌਂਦੇ। ਜੀ। ਸਾਜੀ ਕਾਦਰ ਕਿੰਨੀ ਕੁਦਰਤ ਸੁਹਾਣੀ ਸੋਚਦਾ ਹਾਂ ਮੈਂ। ਵੈਰੀ ਗੁੱਡ। ਮਕਤੇ ਤੇ ਗੌਰ ਫਰਮਾਉਣਾ ਜੀ ਕਿ ਆਓ ਮਾਰੀਏ ਹੰਬੜਾ ਚੱਲੋ ਹੁਣ ਪ੍ਰੀਤ ਸਾਰੇ ਹੀ। ਹਾਂਜੀ। ਕਿ ਆਓ ਮਾਰੀਏ ਹੰਬੜਾ ਚੱਲੋ ਹੁਣ ਪ੍ਰੀਤ ਸਾਰੇ ਹੀ। ਬਣਾਈਏ ਧਰਤ ਮਾਂ ਨੂੰ ਫੇਰ ਰਾਣੀ ਸੋਚਦਾ ਹਾਂ ਮੈਂ। ਬਣਾਈਏ ਧਰਤ ਮਾਂ ਨੂੰ ਫੇਰ ਰਾਣੀ ਸੋਚਦਾ ਹਾਂ ਮੈਂ। ਬਣਾਈਏ ਧਰਤ ਮਾਂ ਨੂੰ ਫੇਰ ਰਾਣੀ ਸੋਚਦਾ ਹਾਂ। ਬਹੁਤ ਵਧੀਆ, ਬਹੁਤ ਵਧੀਆ। ਬਹੁਤ ਸ਼ੁਕਰੀਆ ਜੀ, ਉਹ ਬਹੁਤ ਬਹੁਤ ਸ਼ੁਕਰੀਆ। ਬਹੁਤ ਅੱਛੇ ਲੱਦਰ ਜੀ, ਬਹੁਤ ਅੱਛੇ ਲੱਦਰ। ਬਹੁਤ ਸ਼ੁਕਰੀਆ ਜੀ, ਇੰਨੀ ਹਾਜ਼ਰੀ ਕਬੂਲ ਕਰਨਾ ਜੀ। ਜੀ। ਜਿਹੜੇ ਹੁਣ ਐਂਟਰ ਹੋਏ ਨੇ, ਸੌਰੀ ਥੋੜਾ ਜਿਹਾ ਟੈਕਨੀਕਲ ਮਿਸਟੇਕ ਹੋ ਗਈ ਸਾਡੇ ਕੋਲੋਂ, ਤੇ ਮੈਂ ਦੱਸ ਦਿੰਦੀ ਹਾਂ ਕਿ ਹਰ ਇੱਕ ਕਵੀ ਨੂੰ ਅਸੀਂ 5-6 ਮਿੰਟ ਦਿਆਂਗੇ ਤੇ ਤੁਸੀਂ ਆਪਣੀਆਂ 1 ਜਾਂ 2 ਨਜ਼ਮਾਂ ਗਜ਼ਲਾਂ ਜੋ ਵੀ ਤੁਸੀਂ ਪੜ੍ਹ ਸਕਦੇ ਹੋ। ਤੇ ਹਾਂਜੀ, ਤੇ ਇਜਾਜ਼ਤ ਹੈ ਸੁਰਜੀਤ ਮੈਮ ਤਾਂ ਫਿਰ ਮੈਂ ਇੱਕ ਹੋਰ ਬੋਲਣੀ ਚਾਹਾਂਗਾ ਅਗਰ ਟਾਈਮ ਹੈ ਤੇ ਜੀ। ਹਾਂਜੀ, ਤੇ ਇਸ ਦੇ ਨਾਲ ਹੀ ਕਿ ਉਹਦੇ ਪਰ ਤੁਸੀਂ ਕੋਈ ਵੀ ਭੂਮਿਕਾ ਨਹੀਂ ਬਣਨੀ, ਪਰ ਤੁਸੀਂ ਆਪਣੀਆਂ ਨਜ਼ਮਾਂ 1 ਜਾਂ 2 ਪੜ੍ਹ ਸਕਦੇ ਹੋ। ਪਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਮਾਂ ਤੇ ਪੜ੍ਹਨੀ ਹੈ। ਮੈਂ ਰਿਪੀਟ ਕਰ ਰਹੀ ਹਾਂ, ਤੁਸੀਂ ਕੋਈ ਵੀ ਆਪਣੀ ਨਜ਼ਮ ਪੜ੍ਹ ਸਕਦੇ ਹੋ। ਮਾਂ ਤੇ ਪੜ੍ਹੋਗੇ ਤਾਂ ਬਹੁਤ ਚੰਗਾ ਹੈ। ਤੇ ਹਾਂਜੀ, ਠੀਕ ਹੈ ਜੀ। ਜੀ ਬਹੁਤ ਸ਼ੁਕਰੀਆ ਜੀ। ਜੀ। ਅਗਲੀ ਮੇਰੀ ਗਜ਼ਲ ਹੈ ਜੀ, ਧਿਆਨ ਦੇਣਾ। ਹਾਂਜੀ। ਸਪਤ ਰਿਸ਼ੀ ਦੇ ਤਾਰੇ ਸੱਤੇ ਰੋ ਪਏ। ਜੀ। ਖੂਹ ਹਵਾਵਾਂ ਖਾਲਾਂ ਖੱਤੇ ਰੋ ਪਏ। ਜੀ। ਵਿਛੜ ਕੇ ਤੇਰੇ ਤੋਂ ਐਨਾ ਮੈਂ ਰੋਇਆ। ਨਾਲ ਮੇਰੇ ਇਹ ਅੱਥੂ ਕੱਤੇ ਰੋ ਪਏ। ਵਾਹ ਜੀ, ਬਹੁਤ ਅੱਛੇ। ਬਹੁਤ ਸ਼ੁਕਰੀਆ ਜੀ। ਸਪਤ ਰਿਸ਼ੀ ਦੇ ਤਾਰੇ ਸੱਤੇ ਰੋ ਪਏ। ਖੂਹ ਹਵਾਵਾਂ ਖਾਲਾਂ ਪਏ। ਵਿਛੜ ਕੇ ਤੇਰੇ ਤੋਂ ਐਨਾ ਮੈਂ ਰੋਇਆ। ਮੇਰੇ ਇਹ ਅੱਥੂ ਕੱਤੇ ਰੋ ਪਏ। ਅਗਲਾ ਸ਼ੇਰ ਹੈ ਜੀ, ਸੋਹਣੀ ਮਹੀਵਾਲ ਤੋਂ ਖੋਚ ਨਾ ਰੋਏ। ਸੋਹਣੀ ਮਹੀਵਾਲ ਤੋਂ ਖੋਚ ਨਾ ਰੋਏ। ਸੱਸੀ ਪੁੰਨੂ ਤੋਂ ਥਲ ਤੱਤੇ ਰੋ ਪਏ। ਪੱਤ ਝੜਦੀ ਕਾਤੋਂ ਚੰਦਰੀ ਰੁੱਤ ਆਈ। ਗੌਰਵ ਫਰਮਾਉਣਾ ਚੀਤਾ ਸਾਹਿਬ। ਹਾਂਜੀ ਹਾਂਜੀ। ਪੱਤ ਝੜਦੀ ਕਾਤੋਂ ਚੰਦਰੀ ਰੁੱਤ ਆਈ। ਟਾਹਣੀਆਂ ਨਾਲੋਂ ਝੜਦੇ ਪੱਤੇ ਰੋ ਪਏ। ਪੱਤੇ ਰੋ ਪਏ। ਵੈਰੀ ਗੁੱਡ, ਬਹੁਤ ਸੋਹਣਾ, ਬਹੁਤ ਖੂਬਸੂਰਤ। ਸ਼ੁਕਰੀਆ। ਮੇਰੀ ਗਜ਼ਲ ਦਾ ਹਰ ਅੱਖਰ ਏ ਰੋਇਆ। ਮੇਰੀ ਗਜ਼ਲ ਦਾ ਹਰ ਅੱਖਰ ਏ ਰੋਇਆ। ਸੱਸੇ ਕੱਕੇ ਪੱਪੇ ਤੱਤੇ ਰੋ ਪਏ। ਬਹੁਤ ਵਧੀਆ। ਮਕਤੇ ਦੇ ਗੌਰ ਫਰਮਾਉਣਾ ਜੀ, ਝੂਠੇ ਹੱਸੇ। ਬਹੁਤ ਸ਼ੁਕਰੀਆ ਜੀ। ਮਕਤੇ ਦੇ ਗੌਰ ਫਰਮਾਉਣਾ ਜੀ, ਝੂਠੇ ਹੱਸੇ ਮਾਰ ਮਾਰ ਕੇ ਤਾੜੀਆਂ। ਹਾਂਜੀ। ਝੂਠੇ ਹੱਸੇ ਮਾਰ ਮਾਰ ਕੇ ਤਾੜੀਆਂ। ਨੀਵੀਂ ਪਾ ਕੇ ਪ੍ਰੀਤ ਸੱਚੇ ਰੋ ਪਏ। ਨੀਵੀਂ ਪਾ ਕੇ ਪ੍ਰੀਤ ਸੱਚੇ ਰੋ ਪਏ। ਸਪਤ ਰਿਸ਼ੀ ਦੇ ਤਾਰੇ ਸੱਤੇ ਰੋ ਪਏ। ਖੂਹ ਹਵਾਵਾਂ ਖਾਲਾਂ ਖੱਤੇ ਰੋ ਪਏ। ਵਿਛੜ ਕੇ ਤੇਰੇ ਤੋਂ ਐਨਾ ਮੈਂ ਰੋਇਆ। ਨਾਲ ਮੇਰੇ ਇਹ ਅੱਥੂ ਕੱਤੇ ਰੋ ਪਏ। ਵਾਹ ਜੀ ਵਾਹ, ਬਹੁਤ ਬਹੁਤ ਵਧੀਆ। ਵਾਹ ਜੀ, ਬਹੁਤ ਅੱਛੇ, ਬਹੁਤ ਅੱਛੇ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬੜੀਆ ਲੱਦਰ ਜੀ, ਬਹੁਤ ਬਹੁਤ ਸ਼ੁਕਰੀਆ। ਅੱਛਾ ਜੀ, ਚੀਤਾ ਸਾਹਿਬ ਸਤਿ ਸ੍ਰੀ ਅਕਾਲ ਜੀ। ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ ਦੁਬਾਰਾ ਦੇਖ ਕੇ ਚੀਤਾ ਸਾਹਿਬ, ਬੜੀ ਦੇਰ ਬਾਅਦ। ਹਾਂਜੀ ਚੀਤਾ ਸਾਹਿਬ, ਸੱਚਮੁੱਚ ਹੀ ਤੁਹਾਡਾ ਸਵਾਗਤ ਹੈ ਔਰ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ। ਤੁਹਾਡਾ ਜੀ ਆਇਆਂ। ਜੀ ਮੈਂ ਵੀ ਸਾਰੇ ਬੁੱਧੀਜੀਵੀਆਂ ਦੇ, ਸਾਰੇ ਵੀਰਾਂ ਭੈਣਾਂ ਦੇ ਕਰਕੇ ਦਰਸ਼ਨ ਬਹੁਤ ਖੁਸ਼ ਹਾਂ ਜੀ। ਥੈਂਕ ਯੂ। निदा फाजली दा एक शेर है कि हर एक आदमी में होते हैं 10-20 आदमी। हर एक आदमी में होते हैं 10-20 आदमी, जिसको भी देखना कई बार देखना। तो आज जिन्ने भी साडे कोल इत्थे शख्सियतां बैठियां ने, सारे ही नामवर कवि
ਔਰ ਆਪਣੇ ਆਪਣੇ ਖਿੱਤੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ। ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੈਂ ਸਵਾਗਤ ਕਰਦੀ ਹਾਂ। ਜਿਹੜੇ ਪਹਿਲਾਂ ਰਹਿ ਗਏ ਸੀਗੇ ਬਾਹਰ, ਉਹਨਾਂ ਦਾ ਵੀ ਦੁਬਾਰਾ ਤੋਂ ਸਵਾਗਤ ਕਰਦੀ ਹਾਂ। ਤੇ ਦੂਸਰੇ ਸਾਡੇ ਜਿਹੜੇ ਹੁਣ ਸ਼ਾਇਰ ਪੇਸ਼ ਹੋਣ ਜਾ ਰਹੇ ਨੇ, ਉਹ ਸੈਕਰਾਮੈਂਟੋ ਅਮਰੀਕਾ ਤੋਂ ਮਨਜੀਤ ਕੌਰ ਸੇਖੋਂ ਜੀ ਨੇ। ਮਨਜੀਤ ਕੌਰ ਸੇਖੋਂ ਜੀ ਹਾਜ਼ਰ ਹੋਵੋ। ਹਾਂਜੀ, ਆਪਣਾ ਖੋਲੋ। ਹਾਂਜੀ ਮਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਤਾਂ ਬਹੁਤ ਜਲਦੀ ਨਾਂ ਆ ਗਿਆ। ਹਾਂ ਤੇ ਚਲੋ, ਮੈਂ ਥੋੜਾ ਜਿਹਾ, ਮੈਨੂੰ ਪਤਾ ਨਹੀਂ ਸੀ ਇਸ ਪੈਟਰਨ ਦਾ, ਮੈਂ ਥੋੜਾ ਜਿਹਾ ਹੋਰ ਹਿਸਾਬ ਨਾਲ ਕੀਤਾ ਸੀਗਾ ਤਿਆਰ। ਮੈਂ ਮਾਂ ਦੇ ਮਨਜੀਤ ਜੀ 1 ਮਿੰਟ, ਮੈਂ ਤੁਹਾਡੀ ਇੰਟਰੋਡਕਸ਼ਨ ਕਰਾ ਦਾਂ। ਆਮ ਸੋ ਸੌਰੀ ਤੁਹਾਨੂੰ ਸਟਾਪ ਕੀਤਾ। ਹਾਂਜੀ, ਮਨਜੀਤ ਸੇਖੋਂ ਨੂੰ ਬਹੁਤ ਸਾਲਾਂ ਤੋਂ ਜਾਣਦੇ ਆ। ਮਨਜੀਤ ਸੇਖੋਂ ਬਹੁਤ ਹੰਬਲ ਨੇ। ਮੈਂ ਜਦੋਂ ਇਹਨਾਂ ਨੂੰ ਪੁੱਛਿਆ ਕਿ ਮੈਂ ਤੁਹਾਡਾ ਇੰਟਰੋਡਕਸ਼ਨ ਤੁਹਾਡੀ ਕੀ ਦਿਆਂ, ਤੇ ਮੈਨੂੰ ਕਹਿੰਦੇ ਤੁਸੀਂ ਬਸ ਸਿਰਫ ਇੰਨਾ ਕਹਿ ਦੇਣਾ ਕਿ ਮੈਂ ਪੰਜਾਬ ਦੀ ਧੀ ਆਂ ਤੇ ਪੰਜਾਬੀ ਨੂੰ ਪਿਆਰ ਕਰਦੀ ਆਂ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਲੇਕਿਨ ਮਨਜੀਤ ਸੇਖੋਂ ਬਹੁਤ ਅੱਛੀ ਕਹਾਣੀਕਾਰਾਂ ਨੇ। ਮਨਜੀਤ ਸੇਖੋਂ ਦੀਆਂ 3-4 ਦੀਆਂ ਕਿਤਾਬਾਂ ਤੇ ਨਾਵਲ ਵੀ ਇੱਕ ਆ ਚੁੱਕਾ ਹੈ, ਔਰ ਕਵਿਤਾ ਬੜੀ ਵਧੀਆ ਲਿਖਦੇ ਨੇ ਤੇ ਬੜਾ ਵਧੀਆ ਗਾਉਂਦੇ ਨੇ। ਤੇ ਮਨਜੀਤ ਜੀ, ਤੁਹਾਡਾ ਸਵਾਗਤ ਹੈ। ਤੇ ਹੁਣ ਤੁਸੀਂ ਆਪਣੀ ਕਵਿਤਾ ਪੇਸ਼ ਕਰ ਸਕਦੇ ਹੋ। ਸੁਖਜੀਤ ਜੀ, ਸਿੱਕੀ ਵੇਟਿੰਗ 'ਚ ਬੈਠਾ, ਉਹਨੂੰ ਜੁਆਇਨ ਕਰਾਓ ਸਾਡਾ ਪਾਰਟਿਸਪੈਂਟ। ਲਵੀਨ ਜੀ, ਪਾਰਟਿਸਪੈਂਟਸ ਨੂੰ ਕਰੋ ਜੀ। ਕੋਈ ਵੀ ਹਾਲੇ ਵੇਟਿੰਗ ਤੇ ਇਸ ਟਾਈਮ ਨਹੀਂ ਆ, ਕੋਈ ਵੀ ਵੇਟਿੰਗ ਤੇ ਨਹੀਂ ਆ। ਪਰ ਮੇਰੀ ਇੱਕ ਫਰੈਂਡ ਨੂੰ 10-15 ਮਿੰਟ ਹੋ ਗਏ ਟਰਾਈ ਕਰਦੇ ਆ, ਰਾਣੀ ਕਾੜੋਂ, ਜਿਹਦਾ ਰੇਡੀਓ ਹੋਸਟ ਨੇ। ਹਾਂਜੀ ਹਾਂਜੀ, ਪਤਾ ਹੈ। ਤੇ ਉਹ ਕਹਿੰਦੇ ਉਹਨਾਂ ਨੂੰ ਮਿਲ ਨਹੀਂ ਰਿਹਾ ਪਰਮਿਸ਼ਨ। ਜੀ, ਆਈ ਡੋਂਟ ਹੈਵ ਐਨੀਵਨ ਇਨ ਦ ਵੇਟਿੰਗ ਰੂਮ ਰਾਈਟ ਨਾਓ। ਕੋਈ ਵੀ ਵੇਟਿੰਗ ਰੂਮ 'ਚ ਨਹੀਂ ਹੈ। ਉਹਨਾਂ ਨੂੰ ਕੋ ਦੁਬਾਰਾ ਜੁਆਇਨ ਕਰਨ ਤੇ ਠੀਕ ਪ੍ਰੋਪਰ ਆਪਣਾ ਜਿਹੜਾ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ, ਆ ਰਹੀ ਹੈ। ਹਾਂਜੀ, ਮੇਰੀ ਆਵਾਜ਼ ਆ ਰਹੀ ਜੀ ਆਪ ਜੀ ਨੂੰ? ਹਾਂਜੀ, ਆ ਰਹੀ ਜੀ, ਆ ਰਹੀ। ਸੋਹਣ ਸਿੰਘ ਜੀ, ਆ ਰਹੀ ਆਵਾਜ਼ ਤੁਹਾਡੀ। ਥੈਂਕ ਯੂ। ਹਾਂਜੀ, ਮਨਜੀਤ ਜੀ ਪਲੀਜ਼। ਹਾਂਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਤੇ ਮੈਂ ਤਾਂ ਜਿੱਦਾਂ ਕਵਿਤਾ ਜਿਹੜੀ ਤਿਆਰ ਕੀਤੀ ਸੀ ਉਹ ਮਾਂ ਤੇ ਕੀਤੀ ਸੀ, ਪਰ ਮੈਂ ਥੋੜਾ ਜਿਹਾ ਉਦੋਂ ਪਹਿਲਾਂ ਇੰਟਰੋਡਕਸ਼ਨ ਨਹੀਂ, ਮੈਂ ਉਦਾਂ ਕਹਿਣਾ ਚਾਹੁੰਦੀ ਸੀਗੀ ਮਾਂ ਦੇ ਬਾਰੇ ਦੇ ਵਿੱਚ, ਵੀ ਅਸੀਂ ਸਾਰੇ ਮਾਂ ਨੂੰ ਬਹੁਤ ਪਿਆਰ ਕਰਦੇ ਹਾਂ। ਜਦੋਂ ਮਨਜੀਤ ਜੀ ਅਸੀਂ ਸਟਾਪ ਕੀਤਾ ਸੀ, ਅਸੀਂ ਸੋਚਿਆ ਸੀ ਕਿ ਸਿਰਫ ਕਵਿਤਾ ਤੱਕ ਹੀ ਮਹਿਦੂਦ ਰੱਖੀਏ। ਕਵਿਤਾਵਾਂ ਭਾਵੇਂ ਤੁਸੀਂ 2 ਸੁਣਾ ਦਿਓ। ਹਾਂਜੀ, ਚਲੋ ਠੀਕ ਹੈ ਜੀ ਫਿਰ। ਹਾਂਜੀ, ਸੌਰੀ ਹੈ। ਨਹੀਂ, ਕੋਈ ਗੱਲ ਨਹੀਂ। ਮੈਨੂੰ ਪਹਿਲਾਂ ਪਤਾ ਨਹੀਂ ਸੀ, ਮੈਂ ਏਦਾਂ ਤਿਆਰ ਕੀਤਾ ਸੀ ਤਾਂ ਮੈਂ ਸੋਚਦੀ ਸੀ। ਹਾਂਜੀ, ਚਲੋ ਮੈਂ ਇੱਕ ਫਿਰ ਪਹਿਲਾਂ ਮਾਂ ਤੇ ਹੀ ਸੁਣਾ ਦਿੰਦੀ ਆ। ਹਾਂਜੀ, ਤੇ ਕੋਸ਼ਿਸ਼ ਕਰੂੰਗੀ ਮੈਂ ਤਰਨਮ ਚ ਕਹਿ ਸਕਾਂ। ਮਹਿਨਾਜ਼ ਸਾਰੀਆਂ ਸ਼ਖਸੀਅਤਾਂ ਦੇ ਨਾਂ ਤੇ ਆ, ਪਰ ਮਾਂ ਨੂੰ ਸਮਰਪਿਤ ਹੈ। ਨਿੱਕੇ ਬੋਟ ਤੋਂ ਲੱਤਾਂ ਖਾ ਕੇ ਫੇਰ ਵੀ ਦੁੱਧ ਪੜਾਉਂਦੀ ਮਾਂ, ਗਿੱਲਾ ਆਪਣੇ ਵੱਲ ਸਰਕਾ ਕੇ ਬਾਲਕ ਸੁੱਕੇ ਪਾਉਂਦੀ ਮਾਂ। ਬਿਨ ਬੋਲੇ ਸਭ ਜਾਣਨ ਵਾਲੀ ਇੱਕੋ ਰੂਹ ਮਾਂ ਏ ਹੁੰਦੀ। ਮਾਂ ਜੀਵਨ ਦੀ ਸਭ ਤੋਂ ਠੰਡੀ ਮਿੱਠੜੀ ਜਹੀ ਇੱਕ ਛਾਂ ਏ ਹੁੰਦੀ। ਮਾਂ ਮਹਿੰਦੀ ਏ ਵਰਮਾਲਾ ਏ, ਇਹ ਮਾਂ ਵੰਗਾਂ ਦੀ ਛੁਣ ਛੁਣ ਏ। ਮਾਂ ਨਿੱਘ ਹੈ ਵਿੱਚ ਸਿਆਲਾਂ ਦੇ, ਹੁਮਸ ਵੇਲੇ ਰੁਣ ਚੁਣੇ। ਮਾਂ ਠੰਡੀ ਛਾਂ ਹੈ ਗਰਮੀ ਦੀ, ਮਾਂ ਸੀਤਲ ਜਲ ਤਾਰਾ ਏ। ਜੀਵਨ ਦੇ ਕੋੜੇ ਪਲਾਂ ਦੇ ਅੰਦਰ ਮਾਂ ਅੰਮ੍ਰਿਤ ਦਾ ਪਿਆਲਾ ਏ। ਬੱਚਿਆਂ ਦਾ ਮੂੰਹ ਚੁੰਮਣ ਵਾਲੀ ਮਾਂ ਮਮਤਾ ਦੀ ਤਾਰਾ ਏ। ਦੁੱਖ ਦਾ ਕੋਈ ਸਲਾਬ ਆ ਜਵੇ, ਬਣਦੀ ਮਾਂ ਕਿਨਾਰਾ ਏ। ਮਾਂ ਤਿਆਗ ਦੀ ਮੂਰਤ ਹੈ, ਮਾਂ ਤਪਸਵੀ ਤੇ ਮਾਂ ਪੂਜਾ ਏ। ਗੁਰੂ ਧਾਮ ਕਾਬਾ ਤੇ ਮੰਦਰ
ਇਹ ਰੂਪ ਰੱਬ ਦਾ ਦੂਜਾ ਏ। ਬਹੁਤ ਖੂਬ, ਬਹੁਤ ਖੂਬ ਹੈ। ਬਹੁਤ ਸ਼ੁਕਰੀਆ ਜੀ। ਮਾਂ ਚਿੰਤਕ ਤੇ ਮਾਂ ਸਕੂਲ, ਮਾਂ ਯਾਦ ਤੇ ਮਾਂ ਇੱਕ ਹਿਚਕੀਏ, ਜਾਇਆਂ ਦੀ ਹਰ ਪੀੜ ਦੇ ਉੱਤੇ ਮਾਂ ਸਦਾਈ ਸਿਸਕੀਏ। माँ कविता है, माँ गीत है, माँ पाठ ते माँ कुरान है, माँ जन्नत है परिवार लई, माँ योगा माँ ध्यान है। माँ बनस्पति है, माँ धरती ते माँ बोली है, इस बिन जग अधूरा है। मां दा कोई भी बदल नहीं, मां है तां सब कुछ पूरा है। कोई भी उपमा दुनिया दी परिभाषा नी तेरी कर सकदी, ए दिन है तेरे ना अम्मी, मैं कविता नी तेरी कर सकदी, मैं कविता नहीं कर सकदी। वाह जी, बहुत अच्छे ਹੁਣ ਮੈਂ ਵੀ ਇੱਕ ਹੋਰ ਛੋਟੀ ਜੀ। ਬਹੁਤ ਵਧੀਆ ਮਨਜੀਤ, ਸ਼ੁਕਰੀਆ ਜੀ ਸਾਰਿਆਂ ਦਾ ਜੀ, ਬਹੁਤ ਵਧੀਆ। ਤੇ ਇਹ ਸਾਰੀ ਇਹ ਕਵਿਤਾ ਜਿਹੜੀ ਉਹਨਾਂ ਜੁਝਾਰੂ ਔਰਤਾਂ ਦੇ ਨਾਂ ਤੇ ਆ ਜੋ ਸਮਾਜ ਲਈ ਕੁਝ ਕਰਨਾ ਚਾਹੁੰਦੀਆਂ ਨੇ, ਇਸ਼ਾਰੇ ਦੀ ਕਵਿਤਾ ਆ। ਮੇਰੇ ਪਿਆਰ ਨੂੰ ਨਾ ਨਾਵਾਂ ਵਿੱਚ ਬੰਨ੍ਹਾਣੀਆਂ, ਗੱਲ ਗੌਰ ਨਾਲ ਸੁਣੀ ਲਾ ਕੇ ਕੰਨ ਹਾਣੀਆਂ। ਉਹ ਮੈਨੂੰ ਅੰਬਰਾਂ ਚ ਉੱਚਾ ਉੱਚਾ ਉੱਡ ਲੈਣ ਦੇ, ਵਾਹ ਵਾਹ ਵਾਹ। ਮੇਰੇ ਪੈਰਾਂ ਵਿੱਚ ਝਾਂਜਰਾਂ ਨਾ ਬੰਨ੍ਹਾਣੀਆਂ। ਉਹ ਮੈਨੂੰ ਕੋਲ ਵਾਂਗੂ ਮਿੱਠਾ ਮਿੱਠਾ ਕੂਕ ਲੈਣ ਦੇ, ਮੇਰੇ ਬੋਲਾਂ ਨੂੰ ਨਾ ਚੁੱਪ ਵਿੱਚ ਬੰਨ੍ਹਾਣੀਆਂ। ਵਾਹ ਜੀ ਵਾਹ ਵਾਹ। ਉਹ ਮੈਨੂੰ ਸੂਹੇ ਸੂਹੇ ਫੁੱਲਾਂ ਵਾਂਗੂ ਖੇਡ ਲੈਣ ਦੇ, ਬਣ ਬੱਦਲੀ ਨਾ ਧੁੱਪ ਮੇਰੀ ਡੰਗ ਹਾਣੀਆਂ। ਉਹ ਮੈਨੂੰ ਪੱਛੋਂ ਵਾਲੀ ਪੌਣ ਵਾਂਗੂ ਸ਼ੂਕ ਲੈਣ ਦੇ, ਪਰਬਤ ਬਣ ਬਣ ਰਾਣਾ ਮੇਰੀ ਥੰਮ ਹਾਣੀਆਂ। ਉਹ ਮੈਨੂੰ ਸ਼ਾਂਤ ਸੀਤ ਨਦੀ ਵਾਂਗੂ ਵਹੀ ਜਾਣ ਦੇ, ਸੁੱਟ ਕੰਕਰਾਂ ਨਾ ਸ਼ਾਂਤੀ ਕਰ ਭੰਨ ਹਾਣੀਆਂ। ਸੁੱਟ ਕੰਕਰਾਂ ਨਾ ਸ਼ਾਂਤੀ ਕਰ ਭੰਗ ਹਾਣੀਆਂ। ਬਹੁਤ ਵਧੀਆ। ਹਾਂਜੀ। ਉਹ ਮੈਨੂੰ ਪਤੀ ਵਾਲੇ ਤੌਰ ਨਾ ਦਿਖਾ ਸੱਜਣਾ। ਇਹ ਆਮਰ ਖਾਂ ਦੇ ਸ਼ੋਅ ਤੋਂ ਮੈਂ ਪ੍ਰਭਾਵਿਤ ਹੋ ਕੇ ਲਿਖੀ ਸੀ। ਉਹ ਕਹਿੰਦੇ ਸੀ ਵੀ ਜਿਹੜਾ ਪਤੀ, ਜਿਹੜਾ ਮਾਲਕ, ਅਰਬਾਂ ਦਾ ਪਤੀ ਅਰਬਪਤੀ, ਲੱਖਾਂ ਦਾ ਪਤੀ ਲੱਖਪਤੀ, ਤੋ ਜੇ ਅਸੀਂ ਏਦਾਂ ਕਬੂਲ ਕਰ ਲਿਆ ਤਾਂ ਅਸੀਂ ਦੂਜਾ ਆਪੋਜ਼ਿਟ ਗੁਲਾਮ ਹੁੰਦਾ। ਤੋ ਮੈਨੂੰ ਪਤੀ ਵਾਲੇ ਤੌਰ ਨਾ ਦਿਖਾ ਹਾਣੀਆਂ। ਉਹ ਬਣ ਸਾਥੀ ਮਾਣ ਜ਼ਿੰਦਗੀ ਦੇ ਰੰਗ ਹਾਣੀਆਂ। ਜੀ। ਉਹ ਮੈਨੂੰ ਸੂਹੇ ਸੂਹੇ ਫੁੱਲਾਂ ਵਾਂਗੂ ਖੇਡ ਲੈਣ ਦੇ, ਬਣ ਬੱਦਲੀ ਨਾ ਧੁੱਪ ਮੇਰੀ ਡੰਗ ਹਾਣੀਆਂ। ਉਹ ਮੇਰੇ ਰਿਸ਼ਤੇ ਨੂੰ ਨਾਵਾਂ ਚ ਨਾ ਬੰਨ੍ਹਾਣੀਆਂ। ਗੱਲ ਗੌਰ ਨਾਲ ਸੁਣੀ ਲਾ ਕੇ ਕੰਨ ਹਾਣੀਆਂ। ਗੱਲ ਗੌਰ ਨਾਲ ਸੁਣੀ ਲਾ ਕੇ ਕੰਨ।
ਸ਼ੁਕਰੀਆ ਜੀ, ਥੈਂਕ ਥੈਂਕ ਯੂ। ਯੂ ਜੀ, ਬਹੁਤ ਥੈਂਕ ਅੱਛਾ, ਯੂ। ਬਹੁਤ ਵਧੀਆ। ਬਹੁਤ ਅੱਛਾ, ਬਹੁਤ ਅੱਛਾ, ਬਹੁਤ ਵਧੀਆ। ਐਡੀ ਵੱਡੀ ਸਟੇਜ ਪਹਿਲੀ ਵਾਰੀ ਮੈਨੂੰ ਲੱਗਦਾ ਨਸੀਬ ਹੋਈ ਆ। ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਤੁਹਾਨੂੰ ਇਹਦੋਂ ਵੀ ਵੱਡੀਆਂ ਹੋਣਗੀਆਂ ਜੀ। ਬਹੁਤ ਬਹੁਤ ਵਧੀਆ, ਬਹੁਤ ਵਧੀਆ ਜੀ। ਬਹੁਤ ਵਧੀਆ ਜੀ। ਥੈਂਕ ਯੂ ਮਨਜੀਤ ਬਹੁਤ ਵਧੀਆ, ਕਮਾਲ ਕਰਤੀ ਤੁਸੀਂ ਅੱਜ। ਹਾਂਜੀ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਹਾਂਜੀ, ਥੈਂਕ ਯੂ ਸਾਰਿਆਂ ਨੂੰ ਥੈਂਕ ਅਕਾਲ ਜੀ। ਮੈਂ ਹਾਂਜੀ, ਅੱਜ ਸਤਿ ਸ਼੍ਰੀ ਅਕਾਲ ਜੀ। ਮੈਂ ਸਿਰਫ 30 ਸੈਕਿੰਡ ਲੈਣੇ ਜੀ ਆਪਣੇ ਬਾਰੇ। ਮੈਂ ਅੱਜ ਸਭ ਤੋਂ ਪਹਿਲਾਂ ਤਾਂ ਥੈਂਕ ਕਰਦਾ ਉਸ ਕਲਗੀਧਰ ਪਰਮੇਸ਼ਰ ਦਾ, ਤੇ ਆਪਣੇ ਰਮਿੰਦਰ ਦੀਦੀ ਜੀ ਜਿਹੜੇ ਕੈਨੇਡਾ ਤੋਂ ਨੇ, ਉਹਨਾਂ ਦੇ ਅੱਜ ਕਿਰਪਾ ਆਸ਼ੀਰਵਾਦ ਸਦਕਾ ਤੁਹਾਡੀਆਂ ਮਹਾਨ ਰੂਹਾਂ ਦੇ ਮਹਾਨ ਕਹਾਣੀਕਾਰ ਜੋ ਵੀ ਨੇ ਜਾਂ ਨੇ, ਬਹੁਤ ਵਧੀਆ। ਅੱਜ ਮੈਂ ਪਹਿਲੀ ਵਾਰੀ ਅੱਜ ਇੰਟਰੋਡਿਊਸ ਦੂਜੇ ਨਾਲ ਹੋਇਆ। ਮੈਂ ਧੰਨਵਾਦ ਕਰਦਾ ਵੀ ਪ੍ਰਮਾਤਮਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ, ਦੇ ਰੋਗਤਾ ਬਖਸ਼ੇ। ਦਾਸ ਦਾ ਹੈਗਾ ਤੇ ਕੁਝ ਗੋਡ ਤੋਂ ਪਰਮੇਸ਼ਰ ਵੱਲੋਂ ਦਿੱਤੇ ਆ ਜੀ। ਕਿਉਂਕਿ ਮੇਰਾ ਨਾਮ ਰਣਜੋਤ ਸਿੰਘ ਹੈ, ਮੈਂ ਕੁਰਾਲੀ ਸਿਟੀ ਤੋਂ ਬਿਲੋਂਗ ਕਰਦਾ, ਡਿਸਟ੍ਰਿਕਟ ਐਸਐਸ ਨਗਰ ਮੋਹਾਲੀ ਤੋਂ। ਠੀਕ ਹੈ ਜੀ, ਥੈਂਕ ਯੂ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਹਾਡਾ ਸਵਾਗਤ ਹੈ ਜੀ। ਤੇ ਹੁਣ ਸਾਡੇ ਨਾਲ ਆਪਣੀ ਸਾਂਝ ਪਾਉਣਗੇ ਅੰਮ੍ਰਿਤਸਰ ਤੋਂ ਭੁਪਿੰਦਰ ਸਿੰਘ ਜੀ ਵਾਲੀਆ। ਤੇ ਭੁਪਿੰਦਰ ਸਿੰਘ ਵਾਲੀਆ ਮੈਨੂੰ ਦਿਸ ਨਹੀਂ ਰਹੇ ਕਿਧਰੇ ਨੇ, ਤੇ ਉਹ ਕਿਤੇ ਵਜੋਂ PCS ਆਫਿਸਰ ਰਿਟਾਇਰ ਹੋਏ, ਪਰ ਬੜੀ ਅੱਛੀ ਕਵਿਤਾ ਲਿਖਦੇ ਨੇ। ਭੁਪਿੰਦਰ ਜੀ ਸਾਹਮਣੇ ਆਓ, ਅਨਮਿਊਟ ਕਰੋ ਜੀ ਆਪਣੇ ਆਪ ਨੂੰ। ਹੈਲੋ, ਹਾਂਜੀ, ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਹੈ। ਹਾਂਜੀ, ਮੇਰੀ ਕਵਿਤਾ ਦਾ ਨਾਮ ਹੈ ਮਾਂ ਜੀ। ਮਾਂ ਦਿਵਸ ਤੇ ਕਵਿਤਾ ਲਿਖਣ ਲਈ ਜਦ ਪਹਿਲਾ ਅੱਖਰ ਮਾਂ ਲਿਖਿਆ, ਮਾਂ ਦਿਵਸ ਤੇ ਕਵਿਤਾ ਲਿਖਣ ਲਈ ਜਦ ਪਹਿਲਾ ਅੱਖਰ ਮਾਂ ਲਿਖਿਆ, ਗੱਚ ਭਰ ਗਿਆ ਤੇਰੀ ਯਾਦ ਵਿੱਚ। ਹਾਂਜੀ, ਗੱਚ ਭਰ ਗਿਆ ਤੇਰੀ ਯਾਦ ਵਿੱਚ। ਯਾਦ ਆਏ ਉਹ ਦਿਨ ਜਦ ਮੈਂ ਦੇਰ ਰਾਤ ਪੜ੍ਹਦਾ, ਤੂੰ ਸੌਣ ਦਾ ਬਹਾਨਾ ਕਰ ਜਾਗਦੀ ਰਹੀ। ਸਕੂਲ ਜਾਂਦਾ ਬੂਹੇ 'ਚ ਖਲੋ ਉਡੀਕਦੀ ਰਹੀ। ਨੌਕਰੀ ਲੱਗਿਆ ਖੁਸ਼ੀ 'ਚ ਉੱਡਦੀ ਰਹੀ। ਵਿਆਹਿਆ ਗਿਆ ਫੁੱਲੀ ਨਾ ਸਮਾਉਂਦੀ ਰਹੀ। ਮੇਰੇ ਬੱਚਿਆਂ ਨੂੰ ਦੇਰ ਰਾਤ ਜਾਗ ਲੋਰੀਆਂ ਸੁਣਾਉਂਦੀ ਰਹੀ। ਦੁਨੀਆ ਦੇ ਸਾਰੇ ਸੁੱਖ ਦੇ ਮਾਰੀ ਨਾਲ ਮਰਦਾ ਵਾਂਗ ਲੜ, ਤੂੰ ਮੈਨੂੰ ਮਹਾ ਮਿੱਤਰ ਕਰ ਗਈ। ਦੁਨੀਆ ਦੇ ਸੁੱਖ ਦੇ ਬਿਮਾਰੀ ਨਾਲ ਮਰਦਾ ਵਾਂਗ ਲੜ, ਤੂੰ ਮੈਨੂੰ ਮਾਂ ਮਹਿੱਟੜ ਕਰ ਗਈ। ਉਸ ਤੋਂ ਬਾਅਦ ਕੀ ਹੈ? ਅੱਜ ਤੇਰੇ ਵਾਂਗ ਗੋਦੀ 'ਚ ਸਿਰ ਰੱਖ ਪਲੋਸ, ਅੱਜ ਤੇਰੇ ਵਾਂਗ ਗੋਦੀ 'ਚ ਸਿਰ ਰੱਖ ਪਲੋਸ, ਚਿੰਤਾਵਾਂ ਤੋਂ ਦੂਰ ਕੋਈ ਲੈ ਜਾਂਦਾ ਨਹੀਂ। ਅੱਜ ਤੇਰੇ ਵਾਂਗ ਗੋਦੀ 'ਚ ਸਿਰ ਰੱਖ ਪਲੋਸ, ਚਿੰਤਾਵਾਂ ਤੋਂ ਦੂਰ ਕੋਈ ਲੈ ਜਾਂਦਾ ਨਹੀਂ। ਤੇਰੇ ਵਾਂਗ ਸੁੱਖ 'ਚ ਦਿਲੋਂ ਸ਼ਰੀਕ ਹੋ, ਠੰਡੜੀ ਛਾਂ ਵਰਤਾਉਂਦਾ ਨਹੀਂ। ਅੱਜ ਤੇਰੇ ਵਾਂਗ ਗੋਦੀ 'ਚ ਸਿਰ ਰੱਖ ਪਲੋਸ, ਚਿੰਤਾਵਾਂ ਤੋਂ ਦੂਰ ਕੋਈ ਲੈ ਜਾਂਦਾ ਨਹੀਂ। ਤੇਰੇ ਵਾਂਗ ਦੁੱਖ ਸੁੱਖ 'ਚ ਦਿਲੋਂ ਸ਼ਰੀਕ ਹੋ, ਠੰਡੜੀ ਛਾਂ ਵਰਤਾਉਂਦਾ ਨਹੀਂ। ਧੰਨਵਾਦ ਜੀ। ਤੁਸੀਂ ਹੋਰ ਵੀ ਕੋਈ ਕਵਿਤਾ ਸੁਣਾਣੀ? Next time this is my first PC. Next time ਤੁਹਾਨੂੰ ਬਹੁਤ ਕਵਿਤਾਵਾਂ ਸੁਣਾਵਾਂਗੇ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਭਿੰਦਰ ਜੀ ਤੁਹਾਡਾ, ਤੁਸੀਂ ਸਾਡੇ ਨਾਲ ਆਪਣੀ ਕਵਿਤਾ ਸਾਂਝੀ ਕੀਤੀ। ਥੈਂਕ ਯੂ। ਬਹੁਤ ਵਧੀਆ ਜੀ ਭੁਪਿੰਦਰ ਸਿੰਘ ਜੀ, ਬਹੁਤ ਵਧੀਆ, ਅੱਛੀ, ਬਹੁਤ ਵਧੀਆ ਕਵਿਤਾ। ਔਰ ਅਸੀਂ ਦੁਆ ਕਰਦੇ ਹਾਂ ਕਿ ਤੁਹਾਡੇ ਮਿਸਿਸ ਜਲਦੀ ਤੋਂ ਜਲਦੀ ਠੀਕ ਹੋ ਕੇ। Thank you very much. I want to beg a leave. I have to attend her. I have to go. ਠੀਕ ਹੈ ਜੀ, ਥੈਂਕ ਯੂ ਜੀ। Allow me, I will be very thankful. Thank you ਜੀ, thank you. ਤੁਸੀਂ we understand and you can please leave. Thank you very much. Yes, ਜਾਣਾ। ਹਾਂਜੀ, ਇਸ ਤੋਂ ਅੱਗੋਂ ਅਸੀਂ ਇਹਨੂੰ ਕਵੀ ਦਰਬਾਰ ਨੂੰ ਅੱਗੇ ਚਲਾਉਂਦੇ ਹੋਏ ਆਵਾਜ਼ ਦਿੰਨੇ ਆ ਪਿਆਰਾ ਸਿੰਘ ਕੁੱਦੋਵਾਲ ਨੂੰ। ਪਿਆਰਾ ਸਿੰਘ ਕੁੱਦੋਵਾਲ MA ਪੰਜਾਬੀ ਤੇ MA ਹਿੰਦੀ ਨੇ। ਕਿਤੇ ਵਜੋਂ ਪਹਿਲਾਂ ਅਧਿਆਪਕ ਸਨ ਤੇ ਹੁਣ ਉਹ ਇੰਸ਼ੋਰੈਂਸ ਬ੍ਰੋਕਰ ਨੇ। ਪਹਿਲਾਂ ਥਾਈਲੈਂਡ ਰਹਿੰਦੇ ਸੀ, 10 ਸਾਲ ਥਾਈਲੈਂਡ ਪ੍ਰਿੰਸੀਪਲ ਰਹੇ ਨੇ। ਉਸ ਤੋਂ ਬਾਅਦ ਉਹ ਅਮਰੀਕਾ ਰਹੇ ਨੇ 14 ਸਾਲ
ਤੇ ਇੰਸ਼ੋਰੈਂਸ ਬ੍ਰੋਕਰ ਦਾ ਕੰਮ ਕਰਦੇ ਰਹੇ ਨੇ ਤੇ ਇੱਥੇ ਵੀ 14 ਸਾਲਾਂ ਤੋਂ ਹੀ ਉਹ ਕੈਨੇਡਾ ਰਹਿ ਰਹੇ ਨੇ। ਬਹੁਤ ਅੱਛਾ ਲਿਖਦੇ ਨੇ, ਬਹੁਤ ਅੱਛਾ ਗਾਉਂਦੇ ਨੇ। ਉਹਨਾਂ ਦੀਆਂ 3 ਕਵਿਤਾ ਦੀਆਂ ਕਿਤਾਬਾਂ ਤੇ ਇੱਕ ਉਹਨਾਂ ਦਾ ਨਾਟਕ ਆ ਚੁੱਕਾ ਹੈਗਾ ਤੇ ਹੋਰ ਵੀ ਕਈ ਜਗ੍ਹਾ ਉਹ ਛਪਦੇ ਰਹਿੰਦੇ ਨੇ। ਟੀਵੀ ਰੇਡੀਓ ਐਂਕਰ ਰਹੇ ਨੇ ਤੇ ਹਾਂਜੀ ਪਿਆਰਾ ਸਿੰਘ ਕੁਦੋਵਾਲ ਜੀ ਤੇ ਉਹ ਮੇਰੇ ਜੀਵਨ ਸਾਥੀ ਨੇ ਜੀ। ਵਾਹ ਜੀ। ਹਾਂਜੀ ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰੀ ਗੱਲ ਹੋ ਰਹੀ, ਮੈਂ ਆਪਣਾ ਮਾਈਕ ਚੇਂਜ ਕਰ ਰਿਹਾ ਸੀਗਾ ਤੇ ਮੈਨੂੰ ਮਿਊਟ ਪਤਾ ਹੀ ਕਰ ਨਹੀਂ ਲਓ ਲੱਗਾ। ਜੀ ਪਲੀਜ਼, ਮਿਊਟ ਕਰ ਲਓ ਸਾਰੇ ਜਣੇ ਆਪਣੇ ਆਪ ਨੂੰ ਪਲੀਜ਼ ਮਿਊਟ ਕਰ ਲਓ। ਥੈਂਕ ਯੂ ਜੀ। ਬੜੀਆਂ ਆ ਰਹੀਆਂ ਜੀ। ਹਾਂਜੀ ਠੀਕ ਹੈ। ਅੱਜ ਦੇ ਇਸ ਕਵੀ ਦਰਬਾਰ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਹੋ ਰਿਹਾ। ਮੈਂ ਸੁਰਜੀਤ ਕੌਰ ਦਾ ਔਰ ਰਵਿੰਦਰ ਰੰਮੀ ਜੀ ਦਾ ਤੇ ਲਵੀਨ ਗਿੱਲ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਟਾਈਮ ਦਿੱਤਾ। ਥੈਂਕ ਯੂ ਸੋ ਮਚ। ਮੇਰੀ ਆਵਾਜ਼ ਆ ਰਹੀ? ਹੈਲੋ, ਆ ਰਹੀ ਹੈ ਤੁਹਾਡੀ ਆਵਾਜ਼ ਬਹੁਤ ਵਧੀਆ। ਹਾਂਜੀ ਸਰ ਆਵਾਜ਼ ਆ ਰਹੀ, ਤੁਸੀਂ ਆ ਰਹੀ ਆਵਾਜ਼ ਸ਼ੁਰੂ ਕਰੋ ਤੁਸੀਂ। ਲਓ ਜੀ ਨਜ਼ਮ ਪਹਿਲਾਂ ਮੈਂ ਸੁਣਾਉਣੀ ਚਾਹਾਂਗਾ ਕਿ ਘਰ ਬਸਤੀ ਰਾਖ ਸ਼ਹਿਰ ਰਾਖਸ਼ ਨਾਲ ਭਿੜ ਰਿਹਾ। ਅੱਜ ਦੇ ਹਾਲਾਤ ਇਹ ਹੈ ਕਿ ਘਰ ਬਸਤੀ ਰਾਖ ਸ਼ਹਿਰ ਰਾਖਸ਼ ਨਾਲ ਭਿੜ ਰਿਹਾ। ਜਿੰਦਾ ਰਹੀ ਮੇਰੀ ਆਸ ਤੇ ਇਰਾਦਾ ਦ੍ਰਿੜ ਰਿਹਾ ਕਿ ਬਾਬਰ ਔਰੰਗ ਹਿਟਲਰ ਮੁੜ ਆਉਂਦੇ ਜਾਪਦੇ। ਸ਼ਹਿਰ ਮੇਰਾ ਜੰਗ ਕਦੇ ਮਹਾਮਾਰੀ ਵਿੱਚ ਘਿਰ ਰਿਹਾ ਕਿ ਸੁਣਿਆ ਪਾਪੀ ਮਾਰਨ ਲਈ ਪਾਪ ਹੁੰਦਾ ਮਹਾਬਲੀ। ਕੀ ਹੋਵੇਗਾ ਪਾਪ ਦਾ ਅੰਤ ਸਦੀਆਂ ਤੋਂ ਜੋ ਫਿਰ ਰਿਹਾ ਤੇ ਮੌਤ ਤਾਂ ਪਹਿਲਾਂ ਵੀ ਆਈ ਕਈ ਵਾਰ ਇਸ ਸ਼ਹਿਰ ਵਿੱਚ। ਮੌਤ ਤਾਂ ਪਹਿਲਾਂ ਵੀ ਆਈ ਕਈ ਵਾਰ ਇਸ ਸ਼ਹਿਰ ਵਿੱਚ। ਹਰ ਵਾਰ ਕੋਈ ਮਸੀਹਾ ਦਿੰਦਾ ਆਪਣਾ ਸਿਰ ਰਿਹਾ ਕਿ ਕਿਉਂ ਕਿ ਹਰ ਵਾਰ ਕੋਈ ਮਸੀਹਾ ਦਿੰਦਾ ਆਪਣਾ ਸਿਰ। ਧੰਨਵਾਦ ਜੀ। ਬਹੁਤ ਅੱਛਾ, ਬਹੁਤ ਅੱਛਾ। ਧੰਨਵਾਦ ਸਰ। ਤੇ ਕਿਉਂ ਇਸ ਸ਼ਹਿਰ ਦਾ ਹਰ ਸ਼ਖਸ ਕੰਡਾ ਬਣ ਚੁੱਕਾ ਹੈ ਕਿ ਕਿਉਂ ਇਸ ਸ਼ਹਿਰ ਦਾ ਹਰ ਸ਼ਖਸ ਕੰਡਾ ਬਣ ਚੁੱਕਾ ਹੈ। ਤੇ ਕੌਣ ਹੈ ਜੋ ਬਣ ਕੇ ਜ਼ਹਿਰ, ਕਰੋਨਾ ਤੇ ਹੈ, ਕਿ ਕੌਣ ਹੈ ਜੋ ਬਣ ਕੇ ਜ਼ਹਿਰ ਵਿੱਚ ਹਵਾ ਦੇ ਬਿਖਰ ਰਿਹਾ ਹੈ। ਤੇ ਬੇਸ਼ੱਕ ਅੱਗ ਬਹੁ ਰੰਗੀ ਲੱਗੀ ਹਰ ਘਰ ਅੰਦਰ ਕਿ ਬੇਸ਼ੱਕ ਅੱਗ ਬਹੁ ਰੰਗੀ ਲੱਗੀ ਹਰ ਘਰ ਅੰਦਰ ਪਰ ਹਰ ਘਰ ਅੰਦਰ ਖੁਸ਼ਬੂ ਦਿੰਦਾ ਫੁੱਲ ਵੀ ਇੱਕ ਖਿੜ ਰਿਹਾ ਕਿ ਬੇਸ਼ੱਕ ਅੱਗ ਬਹੁ ਰੰਗੀ ਲੱਗੀ ਹਰ ਘਰ ਅੰਦਰ ਹਰ ਘਰ ਅੰਦਰ ਖੁਸ਼ਬੂ ਦਿੰਦਾ ਫੁੱਲ ਵੀ ਇੱਕ ਖਿੜ ਰਿਹਾ ਹੈ ਕਿ ਕੁਦੋਵਾਲ ਕੀ ਉਹਦਾ ਜੀਣਾ ਜੋ ਮਰ ਮਰ ਕੇ ਜੀਵਿਆ। ਚੀਤਾ ਸਾਹਿਬ, ਕੁਦੋਵਾਲ ਕੀ ਉਹਦਾ ਜੀਣਾ ਜੋ ਮਰ ਮਰ ਕੇ ਜੀਵਿਆ। ਉਹ ਸਮਿਆਂ ਤੋਂ ਪਾਰ ਗਿਆ ਜੋ ਖੜਾ ਸਥਿਰ ਰਿਹਾ। ਉਹ ਸਮਿਆਂ ਤੋਂ ਪਾਰ ਗਿਆ ਜੋ ਖੜਾ ਸਥਿਰ ਰਿਹਾ। ਤੇ ਅੱਜ ਕਿਉਂਕਿ ਮਾਂ ਬੋਲੀ ਮਾਂ ਦਿਵਸ ਹੈ ਤੇ ਮਾਂ ਦਿਵਸ ਨੂੰ ਸੰਬੰਧਿਤ ਇਹ ਪ੍ਰੋਗਰਾਮ ਹੈ ਤੇ ਕਿਰਪਾਈ ਮੈਂ ਮਾਂ ਦੇ ਨਾਲ ਸੰਬੰਧਿਤ ਆਪਣੀ ਮਾਂ ਦੇ ਨਾਲ ਸੰਬੰਧਿਤ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਜ਼ਰੂਰ ਜੀ। ਮਾਂ ਮੁੜ ਕੇ ਹੁਣ ਮਿਲਣੀ ਨਾਈ ਨਿਤ ਯਾਦ ਕਰਾਂ ਨਾਲੇ ਚੂਰਾਂ
रब वर्गा हथ मेरे सिर ते बोल ज्यों शहद खजूरा मावर गाना रिश्ता कोई इयों लिखियां रब तकदीरा मां टुर जाए फिर मिलदी ना यूं लखां जतन करो तदबीरा ते बाकी रिश्ते नाते चंगे जीवन लई तकबीरा गुदवा कुल मामा मामा जाप मां अपनी दिया तस्वीरा मां अपनी दिया तस्वीरा बहुत बहुत धन्यवाद जी सारे का थैंक यू सो मच बहुत ਵਧੀਆ ਥੈਂਕ ਯੂ ਜੀ ਤੁਹਾਡਾ ਤਾਂ ਬਹੁਤ ਬਹੁਤ ਸ਼ੁਕਰੀਆ थैंक यू जी बहुत बढ़िया सर बहुत बढ़िया बहुत अच्छी सुनाई ਹਾਂਜੀ थैंक यू शिव कुमार बटालवी लिखते ने कि हे मेरी माँ तेरे अपने दुध वर्गा ही तेरा सुच्चा है ना हे मेरी माँ तेरे अपने दुध वर्गा ही तेरा सुच्चा है ना जीभ हो जाए माखियों हाय नी तेरा ना लिया जीभ हो जाए माखियों हाय नी तेरा नाम लिया ते साडे नाल ਹਾਂਜੀ ਸਾਡੇ ਨਾਲ ਇਸ ਵੇਲੇ ਲਾਹੌਰ ਪਾਕਿਸਤਾਨ ਤੋਂ ਰਕਸ਼ੰਦਾ ਨਵੀਦ ਜੀ ਜੁੜੇ ਹੋਏ ਨੇ ਰਕਸ਼ੰਦਾ ਜੀ ਤੁਹਾਨੂੰ ਸਾਡਾ ਨਾਮ ਲਿਖਿਆ ਸੁਜੀਤ ਕੌਰ ਜੀ ਕਰਨੈਲ ਸਿੰਘ ਹਸਪਤਾਲ ਹਾਂਜੀ ਤੁਸੀਂ ਹਾਲੇ ਮਿਊਟ ਕਰ ਲਓ ਬਾਅਦ ਚ ਮੈਂ ਗੱਲ ਕਰਨੀ ਤੁਹਾਡੇ ਨਾਲ ਨਹੀਂ ਅੱਛਾ ਚਲੋ ਕੋਈ ਨਹੀਂ ਹਾਂਜੀ ਮੈਂ ਨਾਂ ਦੇ ਪੁੱਛਿਆ ਸੀ ਨਾਂ ਲਿਖਿਆ ਕਰ ਹਾਂਜੀ ਚਲੋ ਹਾਂਜੀ ਰਕਸ਼ੰਦਾ ਜੀ ਸਾਡੇ ਨਾਲ ਜੁੜੇ ਹੋਏ ਨੇ ਰਕਸ਼ੰਦਾ ਜੀ ਪੋਇਟ ਨੇ ਟੀਵੀ ਐਂਕਰ ਨੇ ਐਜੂਕੇਸ਼ਨਿਸਟ ਨੇ ਯੂਨੀਵਰਸਿਟੀ ਆਫ ਪੰਜਾਬ ਲਾਹੌਰ ਤੋਂ ਮਾਸ ਕਮਿਊਨੀਕੇਸ਼ਨ ਦੀ ਇਹਨਾਂ ਨੇ MA ਕੀਤੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਸਾਡੇ ਨਾਲ ਜਿੰਨੇ ਵੀ ਕਵੀ ਜੁੜੇ ਹੋਏ ਨੇ ਉਹਨਾਂ ਦੀਆਂ ਪਰਸਨੈਲਿਟੀਜ਼ ਜਿਹੜੀਆਂ ਨੇ ਉਹ ਬਹੁਤ ਡਾਇਮੈਂਸ਼ਨਲ ਨੇ ਮਲਟੀ ਡਾਇਮੈਂਸ਼ਨਲ ਹੈਗੇ ਉਹਨਾਂ ਦੀਆਂ ਸਾਰੀਆਂ ਦੀਆਂ ਪਰਸਨੈਲਿਟੀਜ਼ ਸੋ ਇਹ ਵਰਲਡ ਪੰਜਾਬੀ ਕਾਂਗਰਸ ਦੇ ਮੈਂਬਰ ਨੇ ਕਾਲਮ ਰਾਈਟਰ ਨੇ ਐਡੀਟਰ ਨੇ ਤੇ ਇਹਨਾਂ ਦੀਆਂ 4 ਉਰਦੂ ਦੀਆਂ ਤੇ 1 ਪੰਜਾਬੀ ਦੀ ਕਵਿਤਾ ਦੀ ਕਿਤਾਬ ਆ ਚੁੱਕੀ ਹੈ ਸਵਾਗਤ ਕਰਦੇ ਹਾਂ ਜੀ ਤੁਹਾਡਾ ਵੈਲਕਮ ਰਕਸ਼ੰਦਾ ਜੀ ਤੇ ਹਾਂਜੀ ਆਓ ਇਹਨਾਂ ਦੀ ਕਵਿਤਾ ਦਾ ਰੰਗ ਮਾਣੀਏ ਹਾਂਜੀ ਰਕਸ਼ੰਦਾ ਜੀ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰੋ ਪਹਿਲਾਂ अच्छा जी हुन ठीक है हाँ जी ठीक है जी ठीक है अच्छा आज का जो मौजू है उसके ऊपर मेरा ख्याल है इतना इंटरनेशनल एक मौजू है कि जिहदे ऊपर तुसी 100 रंगां दे नाल तुसी गल करो ते ओ तुसी कर सकते हो ते मैं तुहानू बड़ी मजे दी गल दस्सां कि मेरी जिहड़ी उर्दू और पंजाबी शायरी है उसका जिहड़ा बुनियादी सितारा है वो माँ है मेरे को और इतनी शायरी है माँ दे उत्ते कि मैं तुहानू की दस्सां ते आज मैं तुहानू शुरू करन लगी है एक 3 शेर पहले सुनान लगी है एक गजल दे
ਉਸ ਤੋਂ ਬਾਅਦ ਇੱਕ ਨਜ਼ਮ ਜੇ ਤੁਸੀਂ ਇਜਾਜ਼ਤ ਦਿਓ ਕਿ ਤੇ ਸੁਣੀਏ ਜੀ। ਸ਼ੇਰ ਅਰਜ਼ ਕਰਦੀ ਹੈ ਕਿ ਇਹ ਗੱਲ ਪੁੱਛਣੀ ਚਾਹੀਦੀ ਏ ਸਾਨੂੰ ਉਹਦੀਆਂ ਸਾਵਾਂ ਤੋਂ। ਬਹੁਤ ਅੱਛਾ। ਪੁੱਛਣੀ ਚਾਹੀਦੀ ਏ ਸਾਨੂੰ ਉਹਦੀਆਂ ਸਾਵਾਂ ਤੋਂ, ਬਾਲਣ ਇਕੱਠਾ ਕਰਦੀਆਂ ਉਹ ਤੁਸੀਂ ਕਿਹੜੀਆਂ ਕਿਹੜੀਆਂ ਥਾਵਾਂ ਤੋਂ। ਬਹੁਤ ਅੱਛਾ, ਬਹੁਤ ਅੱਛਾ, ਬਹੁਤ ਅੱਛਾ। ਕਿਹੜੀਆਂ ਕਿਹੜੀਆਂ ਥਾਵਾਂ ਤੋਂ ਤੇ ਦੁੱਖਾਂ ਦੇ ਤੰਦੂਰ ਦੇ ਵਿੱਚ ਉਹ ਗਾਲਣ ਆਪਣੀ ਜਿੰਦੜੀ ਨੂੰ। ਤੰਦੂਰ ਤੇ ਉਹ ਗਾਲਣ ਆਪਣੀ ਜਿੰਦੜੀ ਨੂੰ, ਅਸੀਂ ਵੀ ਹੱਦੋਂ ਵੱਧ ਕੇ ਮੰਗਣ ਲੱਗ ਜਾਂਦੇ ਹਾਂ ਮਾਵਾਂ ਤੋਂ। क्या बात है जी, क्या बात है, बहुत अच्छा है। ਮੰਗਣ ਲੱਗ ਜਾਂਦੇ ਹਾਂ ਮਾਵਾਂ ਤੋਂ, ਦੁੱਖਾਂ ਦੇ ਤੰਦੂਰ ਤੇ ਉਹ ਗਾਲਣ ਆਪਣੀ ਜਿੰਦੜੀ ਨੂੰ, ਅਸੀਂ ਵੀ ਹੱਦੋਂ ਵੱਧ ਕੇ ਮੰਗਣ ਲੱਗ ਜਾਂਦੇ ਹਾਂ ਮਾਵਾਂ ਤੋਂ। ਬਹੁਤ ਅੱਛਾ। ਤੇ ਸ਼ੇਰ ਪੇਸ਼ ਕਰਦੀ ਹੈ ਕਿ ਜ਼ੁਲਮ ਹੈ ਜਿਸ ਦਾ ਸਾਈਂ ਪਰੀ ਜਵਾਨੀ ਪਾਸਾ ਮੋੜ ਗਿਆ। ਜ਼ੁਲਮ ਹੈ ਜਿਸ ਦਾ ਸਾਈਂ ਪਰੀ ਜਵਾਨੀ ਪਾਸਾ ਮੋੜ ਗਿਆ, ਚੂੜਾ ਲਾ ਕੇ ਸੁੱਟ ਦਿੰਦੇ ਨੇ ਉਹਦੀਆਂ ਗੋਰੀਆਂ ਬਾਹਾਂ ਤੋਂ। क्या बात है जी, बहुत बहुत अच्छा। ਉਹਦੀਆਂ ਗੋਰੀਆਂ ਬਾਹਾਂ। ਜ਼ੁਲਮ ਹੈ ਜਿਸ ਪਰੀ ਜਵਾਨੀ ਮੋੜ ਗਿਆ, ਚੂੜਾ ਲਾ ਕੇ ਉਹਦੀਆਂ ਗੋਰੀਆਂ ਬਾਹਾਂ ਤੋਂ। ਇਹ ਗੱਲ ਪੁੱਛਣੀ ਚਾਹੀਦੀ ਏ ਸਾਨੂੰ ਉਹਦੀਆਂ ਸਾਵਾਂ ਤੋਂ, ਬਾਲਣ ਇਕੱਠਾ ਕਰਦੀਆਂ ਹੋ ਤੁਸੀਂ ਕਿਹੜੀਆਂ ਕਿਹੜੀਆਂ ਥਾਵਾਂ। क्या बात, बहुत अच्छा, क्या बात। ਤੇ ਹੁਣ ਇਜਾਜ਼ਤ ਹੋਏ ਤੇ ਫਿਰ ਇੱਕ ਨਜ਼ਮ ਹੈ। ਇੱਕ ਨਵਾਂ ਰੁਖ ਹੈ ਮਾਂ ਦੇ ਬਾਰੇ ਗੱਲ ਕਰਨੇ ਦਾ, ਆਪਣਾ ਆਪਣਾ ਤਜਰਬਾ ਵੀ ਹੈ ਤੇ ਆਪਣੇ ਆਪਣੇ ਵੇਖੇ ਦਾ ਅੰਦਾਜ਼ ਵੀ ਹੈ ਕਿ ਇੱਕ ਮਾਂ ਜਿਹੜੀ ਹੈ ਉਹ 10 ਬੱਚੇ ਪਾਲ ਲੈਂਦੀ ਹੈ, ਪਰ ਜਦੋਂ ਉਹ ਉਸ ਹਾਲਤ ਦੇ ਵਿੱਚ ਆਂਦੀ ਹੈ ਜਦੋਂ ਉਹਨੂੰ ਬਾਲਾਂ ਦੀ ਲੋੜ ਹੈ ਤੇ 10 ਬਾਲ ਉਹਨੂੰ ਸੰਭਾਲ ਨਹੀਂ ਸਕਦੇ ਤੇ ਇੱਕ ਦੂਜੇ ਦੇ ਉੱਤੇ ਪਾਣੀ ਕਰਦੇ। ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ। ਤੇ ਇਹ ਮੈਂ ਪੇਸ਼ ਕਰਦੀ ਹਾਂ, ਇਸ ਦਾ ਸਰਨਾਮਾ ਹੀ ਹੈਗਾ ਮਾਂ ਦਾ ਦੁੱਖ। ਜੀ ਪੇਸ਼ ਕਰਦੀ ਹਾਂ, ਵੱਡਿਆਂ ਵੱਡਿਆਂ ਵਿਹੜਿਆਂ ਦੇ ਵਿੱਚ ਮਾਂ ਦੀ ਕਿਤੇ ਨਾ ਥਾਂ। ਜੀ। ਵੱਡਿਆਂ ਵੱਡਿਆਂ ਵਿਹੜਿਆਂ ਦੇ ਵਿੱਚ ਮਾਂ ਦੀ ਕਿਤੇ ਨਾ ਥਾਂ, ਤੇ ਮਹਿਲ ਬਣਾ ਕੇ ਟੁਰ ਗਿਆ ਸਾਈਂ ਫੜੀ ਨਾ ਕਿਸੇ ਵੀ ਬਾਂਹ। ਹਾਂਜੀ। ਮਹਿਲ ਬਣਾ ਕੇ ਟੁਰ ਗਿਆ ਸਾਈਂ ਫੜੀ ਨਾ ਕਿਸੇ ਵੀ ਬਾਂਹ, ਤੇ ਪੌਣ ਸਦੀ ਤੋੜੀ ਮਾਂ ਮੋਢੇ ਤੇ ਕਿਸਦੀ ਚਾਈ। ਪੌਣ ਸਦੀ ਤੋੜੀ ਮਾਂ ਮੋਢੇ ਤੇ ਘਰ ਚਾਈ। ਇੱਕ ਮਿੰਟ ਰੱਖਿਆ, ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਤੁਸੀਂ ਆਪਣੇ ਆਪ ਨੂੰ ਮਿਊਟ ਕਰ ਲਓ ਕਿਉਂਕਿ ਫਿਰ ਕਵਿਤਾ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ। ਪਲੀਜ਼। ਹਾਂਜੀ। ਜੀ ਮੈਂ ਸ਼ੁਰੂ ਕਰਾਂ। ਹਾਂਜੀ ਹਾਂਜੀ ਜੀ। ਮਾਂ ਦਾ ਦੁੱਖ ਇੱਕ ਨਜ਼ਮ ਮੈਂ ਪੇਸ਼ ਕਰਦੀ ਹੈ। ਵੱਡਿਆਂ ਵੱਡਿਆਂ ਵਿਹੜਿਆਂ ਦੇ ਵਿੱਚ ਮਾਂ ਦੀ ਕਿਤੇ ਨਾ ਥਾਂ, ਮਹਿਲ ਬਣਾ ਕੇ ਟੁਰ ਗਿਆ ਸਾਈਂ ਫੜੀ ਨਾ ਕਿਸੇ ਵੀ ਬਾਂਹ, ਤੇ ਪੌਣ ਸਦੀ ਤੋੜੀ ਮਾਂ ਮੋਢੇ ਤੇ ਘਰ ਧਰਤੀ ਸੀ ਚਾਈ। ਉਰਾ ਪਰਾ ਹੁਣ ਰੁਲਦੀ ਫਿਰਦੀ ਟੁੱਕੜ ਮਾਰੇ ਮਾਈ, ਤੇ ਮਾਂ ਤੂੰ ਆਖੇ ਘਰ ਧੀਆਂ ਦੇ ਜਾ ਕੇ ਰਹਿ ਨਹੀਂ ਹੁੰਦਾ, ਤੇ ਬੈਠਕ ਦੀ ਮਾਲਕ ਦਾ ਇਹ ਜੋ ਹਾਲ ਉਹ ਸਹਿ ਨਹੀਂ ਹੁੰਦਾ। ਪੁੱਤਰਾਂ ਅੱਤੇ ਚੁੱਕਿਆ ਉਹ ਆਪਸ ਵਿੱਚ ਜੰਗੋ ਜੰਗੀ, ਤੇ ਦਿਨ ਸਾਰਾ ਡਰ ਡਰ ਕੇ ਕੱਟੇ ਰਾਤ ਵੀ ਰੋਂਦਿਆਂ ਲੰਘੀ। ਕੰਧਾਂ ਦੇ ਬਟਵਾਰੇ ਕਰਦੇ ਵੀਰ ਨੇ ਖੂਨੋ ਖੂਨ, ਤੇ ਚੀਖ ਚਹਾੜੇ ਮਾਂ ਬੁੱਢੜੀ ਦਾ ਲੁੱਟਿਆ ਚੈਨ ਸਕੂਨ। ਅਗਲਾ ਹਿੱਸਾ ਇੱਕ ਮੰਗੇ ਤੇ ਅਗਲਾ ਹਿੱਸਾ ਇੱਕ ਮੰਗੇ ਦੂਜੇ ਤੇ ਕਿਸੇ ਦੀ ਹੱਕ, ਇੱਕ ਥੱਲੇ ਦੇ ਕਮਰੇ ਆਖੇ ਕਰਕੇ ਰੱਖ ਦਿਓ ਵੱਖ। ਮਾਂ ਕਲਪੇ
ਮੇਰੇ ਨਿਕੜੇ ਨੂੰ ਨਾ ਕੱਢਿਓ ਵਿਹੜੇ ਵਿੱਚੋਂ ਤੇ ਇੱਕ ਢਿੱਡੋਂ ਸਭ ਜੰਮੇ ਨੇ ਕੁਝ ਨਿਕਲੇ ਖੇੜੇ ਵਿੱਚੋਂ ਤੇ ਵੇਖ ਲਿਆ ਉਸ ਜੂਨੇ ਜੀ ਕਿ ਕੀ ਹੋਣਾ ਏ ਪਿੱਛੋਂ ਕਿਸ ਮਨ ਲੈਣੀ ਕਿਹੜੀ ਥਾਂ ਤੇ ਕਿਸ ਰੋਣਾ ਏ ਤੇ ਮੈਂ ਤੇਰੇ ਸੱਤ ਪੁੱਤਾਂ ਤੋਂ ਅੱਗੇ ਤੇਰੀ ਨੁਮਾਨੀ ਧੀ ਮੈਂ ਤੇਰੇ ਸੱਤ ਪੁੱਤਾਂ ਤੋਂ ਅੱਗੇ ਤੇਰੀ ਨੁਮਾਨੀ ਧੀ ਛਾਂ ਤੇਰੀ ਕਦੇ ਨਿੱਘ ਤੇ ਤਰੇ ਦੇ ਵੇਲੇ ਪਾਣੀ ਧੀ ਮੈਂ ਤੇਰੇ ਸੱਤ ਪੁੱਤਾਂ ਤੋਂ ਅੱਗੇ ਤੇਰੀ ਨੁਮਾਨੀ ਧੀ ਛਾਂ ਤੇਰੀ ਕਦੇ ਨਿੱਘ ਤੇ ਤਰੇ ਦੇ ਵੇਲੇ ਪਾਣੀ ਧੀ ਤੇ ਫੁੱਲ ਵਾਂਗੂ ਤੈਨੂੰ ਛਾਂ ਰੱਖਣਾ ਉਹ ਅੱਖੀਆਂ ਦੇ ਨੂਰ ਸਦਕੇ ਵਾਰੀ ਮੈਂ ਤੇਥੋਂ ਤੂੰ ਕਦੀ ਨਾ ਹੋਵੀਂ ਦੂਰ ਤੇ ਇੱਕ ਬਿਨਤੀ ਹੈ ਦੁਨੀਆ ਤੋਂ ਹੱਥ ਕਰਕੇ ਆਪ ਬਚਾ ਲੈ ਵਾਹ ਜੀ ਕੱਖ ਸੋਹ ਵਿੱਚ ਰੱਬਾ ਮਾਂ ਨੂੰ ਕੋਲ ਬੁਲਾ ਲੈ ਤੇ ਰੱਬ ਸੱਚਿਆ ਮੇਰੇ ਕਲਮ ਲਿਖੀਏ ਕਿੰਨੀ ਔਖੀ ਗੱਲ ਮਰਾਂ ਮੈਂ ਆਪਣੀ ਮਾਂ ਤੋਂ ਪਹਿਲਾਂ ਨਾ ਵੇਖਾਂ ਉਹ ਗੱਲ ਪਰ ਵੱਡਿਆਂ ਵਿਹੜਿਆਂ ਦੇ ਵਿੱਚ ਮਾਂ ਦੀ ਕਿਤੇ ਨਾ ਥਾਂ ਮਹਿਲ ਬਣਾ ਟੁਰ ਗਿਆ ਸਾਈਂ ਕਿਸੇ ਵੀ ਫੜੀ ਨਾ बहुत शुक्रिया बहुत थैंक यू बहुत वधिया कलाम सुन के मैनू मुनव्वर राणा दा ਉਹ ਸ਼ੇਰ याद आ गया ਜਿਹਦੇ ਵਿੱਚ ਉਹ ਕਹਿੰਦਾ कि किसी के हिस्से दुकान आई नहीं किसी को घर मिला हिस्से में कोई दुकान आई मैं सबसे छोटा था मेरे हिस्से में मेरी माँ आई मैं सबसे छोटा था मेरे आई बहुत बढ़िया हाँ जी बहुत थैंक यू जी बहुत बहुत शुक्रिया ਤੇ ਸਾਡੇ ਨਾਲ ਸਿੱਕੀ ਝੱਜੀ ਪਿੰਡ ਵਾਲਾ ਜੁੜ ਚੁੱਕੇ ਨੇ ਮੈਨੂੰ ਦਿਖਾਈ ਨਹੀਂ ਦੇ ਰਹੇ ਕਿਧਰੇ ਤੇ ਉਹ ਸਾਹਮਣੇ ਆ ਜਾਣ ਹੁਣ ਉਹਨਾਂ ਦੀ ਵਾਰੀ ਹੈ ਸਿੱਕੀ ਬਹੁਤ ਅੱਛੇ ਗੀਤਕਾਰ ਨੇ ਬਹੁਤ ਸਾਰੇ ਇਹਨਾਂ ਨੇ ਗੀਤ ਲਿਖੇ ਨੇ ਜਿਹੜੇ ਕਿ ਬਹੁਤ ਬੜੇ ਨਾਮਵਰ ਗਾਇਕਾਂ ਨੇ ਗਾਏ ਹੋਏ ਨੇ तो सिक्की जी अपना गीत ਜਾਂ ਨਜ਼ਮ ਜੋ ਵੀ ਹੈ ਤੁਸੀਂ ਸ਼ੇਅਰ ਕਰੋ ਸਾਡੇ ਨਾਲ ਇਹ ਅਖਬਾਰਾਂ ਲਈ ਵੀ ਕੰਮ ਕਰਦੇ ਨੇ ਸਤਿ ਸ਼੍ਰੀ ਅਕਾਲ ਆਰਟੀਕਲ ਲਿਖਦੇ ਨੇ ਅਖਬਾਰਾਂ ਲਈ ਕੰਮ ਕਰਦੇ ਨੇ ਸਵਾਗਤ ਹੈ ਜੀ ਤੁਹਾਡਾ ਹਾਂਜੀ ਸੁਰਜੀਤ ਜੀ ਤੇ ਰਮਿੰਦਰ ਵਾਲੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਹਾਜ਼ਰੀ ਲਗਵਾਉਣ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਨਾਮਵਰ ਸ਼ਖਸੀਅਤਾਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਨੇ ਸਾਡੇ ਸਤਿਕਾਰਯੋਗ ਭੂਆ ਜੀ ਕੁਲਵੰਤ ਢਿੱਲੋਂ ਜੀ ਪ੍ਰੀਤ ਲੱਦੜ ਵੀਰ ਤੇ ਹੋਰ ਵੀ ਸਾਰੇ ਸਤਿਕਾਰਯੋਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇੱਕ ਛੋਟੀ ਜਿਹੀ ਰਚਨਾ ਮਾਂ ਦੇ ਲਈ ਜਿਹੜੀ ਲਿਖੀ ਕਿਉਂਕਿ ਮਾਂ ਦਿਵਸ ਨੂੰ ਸਮਰਪਿਤ ਤੁਹਾਡਾ ਪ੍ਰੋਗਰਾਮ ਹੈ ਹਾਂਜੀ ਉਮੀਦ ਕਰਦਾ ਪਸੰਦ ਕਰੋਗੇ ਜੀ ਅੱਖ ਵਿੱਚ ਅਥਰੂ ਵੇਖ ਨਾ ਸਕਦੀ ਢਿੱਡੋਂ ਜੰਮਿਆਂ ਦੇ ਅੱਖ ਵਿੱਚ ਅਥਰੂ ਵੇਖ ਨਾ ਸਕਦੀ ਢਿੱਡੋਂ ਜੰਮਿਆਂ ਦੇ ਧੀ ਪੁੱਤ ਤੱਕ ਆਂਚ ਨਾ ਆਵੇ ਗਲ ਭਰ ਆਉਂਦਾ ਏ ਐਵੇਂ ਨੀ ਰੱਬ ਦਾ ਦੂਜਾ ਨਾਂ ਕਿਹਾ ਮਾਂ ਨੂੰ ਐ ਜਾਂਦਾ ਮਾਂ ਨੂੰ ਪੂਜਣ ਵਾਲਾ ਇੱਕ ਦਿਨ ਰੱਬ ਨੂੰ ਪਾਉਂਦਾ ਏ 9 ਮਹੀਨੇ ਪੀੜਾਂ ਸਹਿ ਕੇ ਕੁੱਖੋਂ ਜੰਮੇ ਜੋ 9 ਮਹੀਨੇ ਪੀੜਾਂ ਸਹਿ ਕੇ ਕੁੱਖੋਂ ਜੰਮੇ ਜੋ ਦੁੱਖ ਲੱਗਦਾ ਜਦ ਮਾਂ ਦੀ ਮੰਜੀ ਘਰੋਂ ਬਾਹਰ ਧਰ ਦਿੰਦੇ ਤਿੱਲਾ ਤਿੱਲਾ ਜੋੜ ਜਿਨਾ ਲਈ ਰਹੀ ਘਰ ਬਣਾਉਂਦੀ ਜੋ ਸਿਰ ਫਿਰਿਆ ਪੁੱਤ ਕਿਉਂ ਉਸੇ ਹੀ ਘਰ ਨੂੰ ਢਾਉਂਦਾ ਏ ਐਵੇਂ ਨੀ ਰੱਬ ਦਾ ਦੂਜਾ ਨਾਂ ਕਿਹਾ ਮਾਂ ਨੂੰ ਐ ਜਾਂਦਾ ਮਾਂ ਨੂੰ ਪੂਜਣ ਵਾਲਾ ਇੱਕ ਦਿਨ ਰੱਬ ਨੂੰ ਪਾਉਂਦਾ ਏ ਵਿਹੜੇ ਦੇ ਵਿੱਚ ਰੌਣਕਾਂ ਹੋਵਣ ਧੀ ਪੁੱਤ ਲਈ ਰੱਖਦੀ ਆਸਾਂ ਰੱਬ ਵੀ ਨੇੜੇ ਹੋ ਕੇ ਸੁਣਦਾ ਮਾਵਾਂ ਦੀਆਂ ਅਰਦਾਸਾਂ ਬਿਰਧ ਮਾਪਿਆਂ ਨੂੰ ਠੇਡੇ ਮਾਰਨ ਵਾਲਾ ਇੱਕ ਦਿਨ ਉਹੀ ਪਛਤਾਉਂਦਾ ਏ ਐਵੇਂ ਨੀ ਰੱਬ ਦਾ ਦੂਜਾ ਨਾਂ ਕਿਹਾ ਮਾਂ ਨੂੰ ਐ ਜਾਂਦਾ ਮਾਂ ਨੂੰ ਪੂਜਣ ਵਾਲਾ ਇੱਕ ਦਿਨ ਰੱਬ ਨੂੰ ਪਾਉਂਦਾ ਹੈ ਬਹੁਤ ਅੱਛੇ ਝੱਜੀ ਪਿੰਡ ਵਾਲੇ ਮਾਵਾਂ ਨਾਲ ਹੀ ਇਹ ਜੱਗ ਸੋਹਣਾ ਜਾਪੇ ਹਾਂਜੀ ਪਿੰਡ ਵਾਲੇ ਮਾਵਾਂ ਨਾਲ ਹੀ ਇਹ ਜੱਗ ਸੋਹਣਾ ਜਾਪੇ ਰੱਬਾ ਮਾਂ ਕਿਸੇ ਦਾ ਪੁੱਤ ਨਾ ਖੋਮੀ ਨਾ ਪੁੱਤ ਗਵਾਵਣ ਮਾਪੇ
ਜੀ। ਮਾਂ ਦੀ ਸੇਵਾ ਕਰਕੇ ਰੂਹ ਨੂੰ ਸਕੂਨ ਜਿਹਾ ਆਉਂਦਾ ਏ, ਐਵੇਂ ਨਹੀਂ ਰੱਬ ਦਾ ਦੂਜਾ ਨਾਂ ਕਿਹਾ ਮਾਂ ਨੂੰ ਐ ਜਾਂਦਾ, ਮਾਂ ਨੂੰ ਪੂਜਣ ਵਾਲਾ ਇੱਕ ਦਿਨ ਰੱਬ ਨੂੰ ਪਾਉਂਦਾ ਏ, ਮਾਂ ਨੂੰ ਪੂਜਣ ਵਾਲਾ ਇੱਕ ਦਿਨ ਰੱਬ ਨੂੰ ਪਾਉਂਦਾ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਪ ਸਭ ਦਾ। ਬਹੁਤ ਹੀ ਅੱਛੀ, ਬਹੁਤ ਹੀ ਅੱਛੀ। ਹਾਂਜੀ, ਸਾਡੇ ਨਾਲ ਇਟਲੀ ਤੋਂ ਜੁੜੇ ਹੋਏ ਨੇ, ਮੈਂ ਦੱਸਣਾ ਭੁੱਲ ਗਈ ਸੀ, ਤੇ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੀ ਅੱਛੀ। ਤੇ ਹੁਣ ਤੁਹਾਡੇ ਭੂਆ ਜੀ ਨੂੰ ਹੀ ਬੁਲਾ ਲੈਂਦੇ ਆ ਜੀ, ਜ਼ਰੂਰ। ਇੰਗਲੈਂਡ ਤੋਂ ਕੁਲਵੰਤ ਕੌਰ ਢਿੱਲੋਂ ਜੀ, ਕੁਲਵੰਤ ਕੌਰ ਢਿੱਲੋਂ ਜੀ ਆਏ ਹੋਏ ਨੇ, ਹਨਾ ਜੀ। ਇਹ ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥ ਹਾਲ UK ਦੇ ਪ੍ਰਧਾਨ ਤੇ ਮੈਂਬਰ ਨੇ, ਤੇ ਬੜੇ ਹੋਰ ਵੀ ਜਿਹੜੀਆਂ ਸਭਾਵਾਂ ਨੇ ਉੱਥੋਂ ਦੀਆਂ, ਉਹਨਾਂ ਦੇ ਸਰਗਰਮ ਮੈਂਬਰ ਨੇ। ਦੇਸੀ ਰੇਡੀਓ ਚਲਾਉਂਦੇ ਨੇ ਤੇ ਪੰਜਾਬੀ ਸੈਂਟਰ ਸਾਊਥ ਹਾਲ ਦੇ ਵੀ ਤੇ ਪ੍ਰੈਜ਼ੈਂਟ ਕਰਦੇ ਨੇ, ਦੇ ਰਿਪਰੈਜ਼ੈਂਟਰ ਨੇ। ਤੇ ਇਹਨਾਂ ਦੇ ਕਾਵਿ ਸੰਗ੍ਰਹਿ ਜੋ ਆਏ ਨੇ ਉਹ ਵਕਤ ਦਿਆਂ ਪੈਰਾਂ 'ਚ, ਤੇ ਨਾਵਲ ਆਇਆ ਦਸਤਕ ਜੋ ਕਿ ਛਪਣ ਅਧੀਨ ਹੈ, ਤੇ ਸਾਲ ਦਰ ਸਾਲ ਇਹਨਾਂ ਦਾ ਸੰਪਾਦਨਾ, ਇਹਨਾਂ ਨੇ ਸੰਪਾਦਿਤ ਪੁਸਤਕ ਹੈ। ਤੇ ਆਓ ਕੁਲਵੰਤ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ। ਪਲੀਜ਼ ਆਪਣੀ ਨਜ਼ਮ ਸਾਂਝੀ ਕਰੋ ਕੁਲਵੰਤ। ਹੈਲੋ ਕੁਲਵੰਤ ਜੀ। ਹਾਂਜੀ, ਇੱਕ ਮਿੰਟ, ਤੁਹਾਨੂੰ ਮੇਰਾ ਦੱਸਿਆ ਸੀ ਕਿ ਨਹੀਂ ਜੋ ਮੈਂ ਹੁਣੀ ਤੁਹਾਡੇ ਬਾਰੇ ਬੋਲ ਕੇ ਹਟੀ ਆ? ਸੁਣ ਗਿਆ ਸੀ, ਸੁਣ ਗਿਆ। ਹਾਂਜੀ 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 ਜੀ। ਔਰਤ, ਧਰਤ, ਮਾਂ ਤੇ ਵਫਾ, ਇਹਨਾਂ ਦੀ ਜਿਹੜੀ ਸਾਰੀਆਂ ਦੀ ਤਰਾਸਦੀ ਹੈ, ਉਸ ਨੂੰ ਸਮਰਪਣ ਹੈ ਮੇਰੀ ਇੱਕ ਕਵਿਤਾ। ਮੈਨੂੰ ਨਾਜ਼ ਹੈ ਉਸ ਵਫਾ ਤੇ, ਮੈਨੂੰ ਨਾਜ਼ ਹੈ ਉਸ ਵਫਾ ਤੇ, ਪਰ ਜਦ ਤੁਸੀਂ ਉਸੇ ਵਫਾ ਦਾ ਸਿਲਾ ਮੇਰੀਆਂ ਅੱਖਾਂ ਚੋਂ ਤੱਕਦੇ ਹੋ। ਮੈਨੂੰ ਨਾਜ਼ ਹੈ ਉਸ ਵਫਾ ਤੇ, ਪਰ ਜਦ ਤੁਸੀਂ ਉਸੇ ਵਫਾ ਦਾ ਸਿਲਾ ਮੇਰੀਆਂ ਅੱਖਾਂ ਚੋਂ ਤੱਕਦੇ ਹੋ, ਤਾਂ ਨਾ ਮੈਨੂੰ ਮਹਾਕਾਵ ਵਿਚਲਾ ਤਾਂ ਨਾ ਮੈਨੂੰ ਮਹਾਕਾਵ ਵਿਚਲਾ ਧਰਤ ਦਿਸਦਾ ਹੈ। ਬੋਲ ਕੇ ਹਟੇ ਨਾ, ਤੇ I muted everybody ਕਿਉਂਕਿ ਇੱਕ ਬਹੁਤ annoying ਆਵਾਜ਼ ਆ ਰਹੀ ਸੀ ਜਿਹੜੀ ਤੁਹਾਡੀ ਗੱਲ ਨੂੰ ਡਿਸਟਰਬ ਕਰ ਰਹੀ ਸੀ। So at once I muted everybody and ਜਿਹਨੇ ਬੋਲਣਾ ਹੋਏ ਉਹ ਆਪਣੇ ਆਪ ਨੂੰ ਅਨਮਿਊਟ ਕਰ ਲੈ। ਠੀਕ ਹੈ ਸੁਰਜੀਤ ਜੀ, ਅਨਮਿਊਟ ਕਰ ਲਿਆ ਕਈਆਂ ਨੇ, ਮੈਨੂੰ ਲੱਗਦਾ ਮਿਊਟ ਕਰਾਓ ਇਦਾਂ ਨਾ। ਫਿਰ ਕੁਲਵੰਤ ਜੀ ਕਿੰਨੀ ਸੋਹਣੀ ਨਜ਼ਮ ਬੋਲ ਰਹੇ ਆ, ਵਿੱਚੋਂ ਆਵਾਜ਼ਾਂ ਆ ਰਹੀਆਂ। ਹਾਂਜੀ ਕੁਲਵੰਤ ਜੀ ਸ਼ੁਰੂ ਕਰੋ ਦੁਬਾਰਾ। ਮੈਂ ਸ਼ੁਰੂ ਕਰਦਾ। ਹਾਂਜੀ, ਮੈਨੂੰ ਨਾਜ਼ ਹੈ ਉਸ ਵਫਾ ਤੇ, ਹਾਂਜੀ, ਪਰ ਜਦ ਤੁਸੀਂ ਇਸੇ ਵਫਾ ਦਾ ਸਿਲਾ ਮੇਰੀਆਂ ਅੱਖਾਂ ਚੋਂ ਤੱਕਦੇ ਹੋ ਜੀ, ਤਾਂ ਨਾ ਮੈਨੂੰ ਮਹਾਕਾਵ ਵਿਚਲਾ ਧਰਾਤਲ ਦਿਸਦਾ ਹੈ, ਤੇ ਨਾ ਹੀ ਕਿਸੇ ਕਿੱਸੇ ਵਿਚਲਾ ਮਾਰੂਥਲ। ਹਾਂਜੀ। ਇੱਕ ਧੁਨੀ ਟਕਰਾਉਂਦੀ ਹੈ, ਇੱਕ ਧੁਨੀ ਟਕਰਾਉਂਦੀ ਹੈ ਜੋ ਵਕਤ ਦੇ ਵਕਤ ਨਾਲੋਂ ਟੁੱਟ ਕੇ ਸਲੀਬ ਉੱਤੇ ਟੰਗੇ ਜਾਣ ਦੀ ਦਾਸਤਾਨ ਹੈ। ਹਾਂਜੀ। ਇੱਕ ਧੁਨੀ ਟਕਰਾਉਂਦੀ ਹੈ ਜੋ ਵਕਤ ਦੇ ਵਕਤ ਨਾਲੋਂ ਟੁੱਟ ਕੇ ਸਲੀਬ ਉੱਤੇ ਟੰਗੇ ਜਾਣ ਦੀ ਦਾਸਤਾਨ ਹੈ। ਜਿੱਥੇ ਬੜਾ ਅਰਸਾ ਹੋਇਆ, ਜਿੱਥੇ ਬੜਾ ਅਰਸਾ ਹੋਇਆ, ਦੋ ਬਾਹਾਂ ਦੇ ਮੁਰਸ਼ੇ ਕੱਟ ਕੇ ਕਿਸੇ ਕਬਰ ਵਿੱਚ ਦਬਾ ਦਿੱਤੇ ਗਏ ਸਨ। ਜਿੱਥੇ ਬੜਾ ਅਰਸਾ ਹੋਇਆ, ਦੋ ਬਾਹਾਂ ਦੇ ਮੁਰਸ਼ੇ ਕੱਟ ਕੇ ਕਿਸੇ ਕਬਰ ਵਿੱਚ ਦਬਾ ਦਿੱਤੇ ਗਏ ਸਨ। ਚੰਨ ਚਾਨਣੀ ਸੀ ਜਾਂ ਦੀਵਾਰਾਂ ਦਾ ਹਨੇਰਾ, ਚੰਨ ਚਾਨਣੀ ਸੀ ਜਾਂ ਦੀਵਾਰਾਂ ਦਾ ਹਨੇਰਾ, ਕੀ ਫਰਕ ਪੈਂਦਾ ਹੈ? ਤੁਸੀਂ ਹੱਸ ਰਹੇ ਹੋ, ਤੁਸੀਂ ਹੱਸ ਰਹੇ ਹੋ, ਸ਼ਾਇਦ ਸੋਚਦੇ ਹੋ ਬਾਹਾਂ ਨਾਲ ਵੀ ਕਦੇ ਸਫਰ ਹੋਇਆ ਕਰਦੇ। ਹਾਂਜੀ। ਤੁਸੀਂ ਹੱਸ ਰਹੇ ਹੋ, ਸ਼ਾਇਦ ਸੋਚਦੇ ਹੋ ਬਾਹਾਂ ਨਾਲ ਵੀ ਕਦੇ ਸਫਰ ਹੋਇਆ ਕਰਦੇ ਨੇ, ਪਰ ਕਦਮ ਤਾਂ ਡੰਗਾਈ ਨੂੰ ਮਾਪਿਆ ਹੀ ਕਰਦੇ ਨੇ। ਹਾਂਜੀ ਦੋਸਤੋ, ਕਦਮ ਤਾਂ ਡੰਗਾਈ ਨੂੰ ਮਾਪਿਆ ਹੀ ਕਰਦੇ ਨੇ, ਕਿਸੇ ਵੀ ਚਾਨਣ ਦੀ ਕੁੱਖ ਚ ਤੱਕਣ ਲਈ। ਹਾਂਜੀ। ਕਿਸੇ ਵੀ ਚਾਨਣ ਦੀ ਕੁੱਖ ਚ ਤੱਕਣ ਲਈ ਬਾਜੂਆਂ ਦਾ ਸਾਬਤ ਸਬੂਤਾ ਹੋਣਾ ਜ਼ਰੂਰੀ ਹੈ। ਹਾਂਜੀ ਹਾਂਜੀ। ਕਿਉਂ ਇਸ ਕਥਾ ਨੂੰ ਜਜ਼ਬਾਤੀ ਬਹਿਣ ਚ ਰੋੜਦੇ ਹੋ ਜੀ? ਕਿਉਂ ਇਸ ਕਥਾ ਨੂੰ ਜਜ਼ਬਾਤੀ ਬਹਿਣ ਚ ਰੋੜਦੇ ਹੋ? ਇਹ ਤਾਂ ਉਸ ਪੁੱਠ ਕੰਡੇ ਦੀ ਗਾਥਾ ਹੈ।
ਇਹ ਤਾਂ ਉਸ ਪੁਟਕੰਡੇ ਦੀ ਗਾਥਾ ਹੈ ਜਿਸ ਦੀਆਂ ਰਗਾਂ 'ਚ ਸਾਹ ਲੈਣ ਤੋਂ ਪਹਿਲਾਂ ਹੀ ਇੱਕ ਜੰਗਲ ਉੱਗ ਆਇਆ ਸੀ। ਇਹ ਤਾਂ ਉਸ ਪੁਟਕੰਡੇ ਦੀ ਗਾਥਾ ਹੈ ਜਿਸ ਦੀਆਂ ਰਗਾਂ 'ਚ ਸਾਹ ਲੈਣ ਤੋਂ ਪਹਿਲਾਂ ਹੀ ਇੱਕ ਜੰਗਲ ਉੱਗ ਆਇਆ ਸੀ ਤੇ ਵਕਤ ਦੇ ਪੈਰਾਂ 'ਚ ਇੱਕ ਬੇਚੈਨੀ ਅਚਵੀ ਤੇ ਕੁਰਲਾਹਟ ਜਿਹੀ, ਤੇ ਵਕਤ ਦੇ ਪੈਰਾਂ 'ਚ ਇੱਕ ਬੇਚੈਨੀ ਅਚਵੀ ਤੇ ਕੁਰਲਾਹਟ ਜਿਹੀ, ਤੇ ਜੰਗਲ ਦੀ ਅੱਗ ਲਾਵਾ ਬਣਦੀ ਤੇ ਸਿਮਟਦੀ, ਜੰਗਲ ਦੀ ਅੱਗ ਲਾਵਾ ਬਣਦੀ ਤੇ ਸਿਮਟਦੀ। ਜਿਵੇਂ ਕਿ ਬੜੀ ਵਾਰ ਮੈਂ ਇਸ ਗਾਥਾ ਨੂੰ ਉਗਲਣ ਦੀ ਕੋਸ਼ਿਸ਼ ਕੀਤੀ ਜੀ, ਪਰ ਹਰ ਵਾਰ ਮੇਰੀਆਂ ਉਂਗਲਾਂ ਜਾਮ ਹੋ ਜਾਂਦੀਆਂ। ਕਹਿੰਦੇ ਨੇ ਇਵੇਂ ਹੀ ਇੰਦੌਰ ਦਾ ਇੱਕ ਰਾਜਾ ਮਹਿਲ ਬਣਾਉਂਦਾ ਤੇ ਫਿਰ ਢਾ ਦਿੰਦਾ, ਤੇ ਤੋੜ ਸਿਖਰ ਤੇ ਜਾ ਕੇ ਗਿਰਾ ਦਿੰਦਾ। ਆਪਣੀ ਜ਼ਿੰਦਗੀ ਦੇ ਕਿੰਨੇ ਸਾਲ ਉਸ ਇਸੇ ਹੀ ਭੰਨ ਤੋੜ ਦੇ ਵਿੱਚ ਗੁਜ਼ਾਰ ਦਿੱਤੇ। ਹਾਂਜੀ, ਇਹ ਉਸਦੀ, ਕਿਉਂਕਿ ਉਸਦੇ ਮਨ 'ਚ ਇੱਕ ਵਹਿਮ ਸੀ ਕਿ ਜਿਸ ਦਿਨ ਇਹ ਮਹਿਲ ਪੂਰ ਚੜ ਗਿਆ ਉਸਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ। ਤੇ ਫਿਰ ਪਤਾ ਨਹੀਂ ਉਸਦਾ ਕੀ ਹਸ਼ਰ ਹੋਇਆ, ਤੇ ਪਤਾ ਨਹੀਂ ਫਿਰ ਉਸਦਾ ਕੀ ਹਸ਼ਰ ਹੋਇਆ। ਹਾਂ, ਤੇ ਤੁਸੀਂ ਵੀ ਸੋਚਦੇ ਹੋਵੋਗੇ ਜੀ, ਭਲਾ ਇਸ ਕਥਾ ਦਾ ਤੇ ਉਸ ਗਾਥਾ ਦਾ ਕੀ ਸੁਮੇਲ। ਤੁਸੀਂ ਵੀ ਸੋਚਦੇ ਹੋਵੋਗੇ ਭਲਾ ਉਸ ਗਾਥਾ ਦਾ ਤੇ ਇਸ ਕਥਾ ਦਾ ਕੀ ਸੁਮੇਲ। ਪਰ ਦੋਸਤੋ, ਇਹ ਵੀ ਤਾਂ ਜ਼ਰੂਰੀ ਨਹੀਂ ਕਿ ਕਿਸੇ ਵੀ ਸੁਮੇਲ ਲਈ ਪਰਮਟ ਦੀ ਜ਼ਰੂਰਤ ਹੋਵੇ, ਕਿਸੇ ਵੀ ਸੁਮੇਲ ਲਈ ਪਰਮਟ ਦੀ ਜ਼ਰੂਰਤ ਹੋਵੇ। ਧੰਨਵਾਦ। ਬਹੁਤ ਅੱਛਾ, ਬਹੁਤ ਅੱਛਾ, ਬਹੁਤ ਅੱਛੀ ਕਵਿਤਾ ਜੀ, ਬਹੁਤ ਹੀ ਵਧੀਆ, ਬਹੁਤ ਟਚਿੰਗ ਵੀ ਸੀ ਔਰ ਬਹੁਤ ਵਧੀਆ, ਬਹੁਤ ਵਧੀਆ ਜੀ। ਥੈਂਕ ਯੂ। ਹਾਂਜੀ ਹਾਂਜੀ ਕੁਲਵੰਤ ਜੀ, ਅੱਜ ਮਾਂ ਜਾਣਨੇ ਲਈ ਹੁਣੇ ਮੈਂ ਬੈਠੀ ਉਹਨੂੰ ਯਾਦ ਕਰਦੀ ਸੀ ਜੀ। ਮਾਂ ਤੇਰਾ ਸੰਦੂਕ, ਬਲਟੋਈਆਂ ਬਾਲਟੀਆਂ, ਹੱਥੀਂ ਬਣੇ ਦਰੀਆਂ ਖੇਸ, ਫੁਲਕਾਰੀ ਤਿੱਲੇਦਾਰ ਜੁੱਤੀ, ਭਾਂਡਿਆਂ ਦੀ ਕੰਗਣੀ, ਲਿਪ ਪੋਚ ਕੇ ਸਵਾਰੀਆਂ ਕੰਧਾਂ, ਦਸੂਤੀ ਦੀਆਂ ਕੱਢੀਆਂ ਚਾਦਰਾਂ, ਮੱਝੀਆਂ ਗਾਈਆਂ, ਕੱਟੀਆਂ ਬੱਚੀਆਂ ਦਾ ਤੈਨੂੰ ਦੇਖ ਦੇਖ ਆਲੇ ਦੁਆਲੇ ਫਿਰਨਾ, ਦੇਖ ਥੱਲੇ ਤੇਰਾ ਚਰਖਾ ਤੇ ਰੰਗਲੀ ਪੀੜੀ, ਦੇਖ ਥੱਲੇ ਤੇਰਾ ਚਰਖਾ ਤੇ ਰੰਗਲੀ ਪੀੜੀ ਜੀ। ਹਾਂ, ਤੇਰੇ ਜਾਣ ਤੋਂ ਬਾਅਦ ਮੇਰੇ ਚੇਤਿਆਂ ਵਿੱਚ ਇਹ ਤੇਰੀ ਵਿਰਾਸਤ ਹੈ। ਮਾਂ, ਤੇਰੇ ਜਾਣ ਤੋਂ ਬਾਅਦ ਮੇਰੇ ਚੇਤਿਆਂ ਵਿੱਚ ਇਹ ਤੇਰੀ ਵਿਰਾਸਤ ਹੈ ਜੋ ਮੈਨੂੰ ਜਿਉਣ ਦਾ ਸਾਹਸ ਦਿੰਦੀ ਹੈ। ਕੰਮ ਧੰਦਾ ਕਰਦੀ ਦੀ ਆਪ ਮੁਹਾਰੇ ਤੇਰੇ ਬੋਲਾਂ ਚੋਂ ਨਿਕਲੇ ਲੋਕ ਗੀਤ, ਵਿਆਹਾਂ ਮੰਗਣਿਆਂ ਚ ਗਾਈਆਂ ਸੁਹਾਗ ਤੇ ਘੋੜੀਆਂ ਅੱਜ ਮੈਨੂੰ ਪੰਜਾਬੀ ਤੇ ਪੰਜਾਬੀਅਤ ਨਾਲ ਜੋੜਦੀਆਂ। ਹਾਂ, ਅੱਜ ਮੈਨੂੰ ਪੰਜਾਬੀ ਤੇ ਪੰਜਾਬੀਅਤ ਨਾਲ ਜੋੜਦੀਆਂ ਨੇ। ਫਿਰ ਕਲਮ ਮਾਂ, ਇਹ ਕਲਮ ਤੇਰੀ ਹੀ ਤਾਂ ਦੇਣ ਹੈ ਜੋ ਹੱਕ ਸੱਚ ਪਹਿਰਾ ਦੇਣ ਲਈ ਮੈਨੂੰ ਸਦਾ ਬੰਗਾਰਦੀ ਹੈ। ਤੇ ਇਹੀ ਹੱਕ ਸੱਚ ਦਾ ਪਹਿਰਾ ਮੈਂ ਆਪਣੀ ਧੀ ਦੇ ਕੰਨਾਂ 'ਚ ਮੁਰਕੀਆਂ ਦੀ ਤਰ੍ਹਾਂ ਪਾ ਦਿੱਤਾ ਹੈ। ਮਾਂ, ਮੁਰਕੀਆਂ ਦੀ ਤਰ੍ਹਾਂ ਪਾ ਦਿੱਤਾ ਹੈ। ਵਾਹ ਜੀ ਵਾਹ, ਵਾਹ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਅੱਛਾ ਕੁਲਵੰਤ ਜੀ, ਬਹੁਤ ਹੀ ਵਧੀਆ ਕਵਿਤਾ ਸੀ ਦੋਨੇ। ਕੁਲਵੰਤ ਜੀ, ਥੈਂਕ ਯੂ। मुनव्वर राणा लिखता है कि चलती फिरती हुई आंखों से अज़ां देखी है, चलती फिरती हुई आंखों से मैं म्यूट होई सी, सॉरी। हाँ जी, मुनव्वर राणा दा एक शेर साझा कर रही सी, मैं दोबारा बोलदी हां कि चलती फिरती हुई आंखों से अज़ां देखी है, मैंने जन्नत तो नहीं देखी मां देखी है, मैंने जन्नत तो नहीं देखी मां देखी है। सो मां लई, सारियां दी मां लई सजदा। ते अगे इस तो अगे असी कवि दरबार नूं चलाउंदे होए आवाज दिंदे आ आशा शर्मा जी नूं। आशा शर्मा जी तैयार हो जाओ जी। इन्हां दियां ए रिटायर्ड बैंक मैनेजर ने ते मैं देखा कि साहित्यिक खेतर विच काफी सरगर्म ने। ते इन्हां दी 2 किताबां आ चुकियां ने पंजाबी दियां, ते एक हैगी खुद से गुफ्तगू, एक हैगी राष्ट्रीय काव्य सागर। ते इन्हां नूं बहुत सारे, इन्हां दे जदों मैं बायोडाटा पढ़ रही सी, इन्ने सारे इनाम है कि शायद असी मुशायरा भी करना, अज दा कवि दरबार भी कर ना सकदे, इन्ने सारे मान सम्मान ये प्राप्त कर चुके ने।
ਤੇ ਸਮਾਜ ਰਤਨ ਤੇ ਸਾਹਿਤ ਰਤਨ ਤੱਕ ਦੇ ਇਹਨਾਂ ਨੂੰ ਮਤਲਬ ਸਾਹਿਤ ਰਤਨ ਤੱਕ ਦੇ ਅਵਾਰਡ ਮਿਲ ਚੁੱਕੇ ਨੇ। ਸੋਸ਼ਲ ਵਰਕਰ ਨੇ, ਰੇਡੀਓ ਤੇ ਟੀਵੀ ਦਾ ਇਹਨਾਂ ਦਾ ਢੇਰ ਸਾਰਾ ਐਕਸਪੀਰੀਅੰਸ ਹੈ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਤਕਰੀਬਨ ਸਾਰੇ ਹੀ ਜਾਣਦੇ ਨੇ। ਸਵਾਗਤ ਹੈ ਜੀ ਤੁਹਾਡਾ ਆਸ਼ਾ ਸ਼ਰਮਾ ਜੀ। बहुत बहुत शुक्रिया। मैं अंतरराष्ट्रीय साहित्यिक साझा की बहुत शुक्रगुजार हाँ, मैंने मौका दिता। सब तो पहले मैं माँ की जी कविता लिखी तो साझा करांगी। जी जी। मैं अपने बचपन को याद करके कविता लिखी। मैं थोड़ा जे गा के सुना दिया तो मैंने लगता कोई बुरा नहीं बनाया कि मेरी आवाज तो बहुत ही वधिया नहीं है, पर नहीं सुनाओ जी, जिवें मर्जी सुनाओ। हाँ जी। मावां हुंदियां बोड़ दी छावां, मावां हुंदियां बोड़ दी छावां, जिंद देन बच्चियां ते वार। मां मैं दस किवें पेके आवां, पेके सी तेरे सावां नाल, पेके सी तेरे सावां नाल। याद आंदे ओ दिन जद मां तू मैनू लाड लडाउंदी सी, रोटी पिछों चूरी कुट कुट हत्थां नाल खवाउंदी सी। खेड खेड दे जद वी मां तेरी बुक्कल विच लुक जांदी सी, बावां दे कलावे विच तू कुट के मैनू लुकाउंदी सी। जी जी। धीआं दा कर कोई ना होवे, शुक्रिया। धीआं दा कर कोई ना होवे, होवे तेरे चावां नाल। मां मैं दस किवें पेके आवां, पेका सी तेरे सावां नाल, पेका सी तेरे सावां नाल। मां मैनू तेजा लगाउंदी सी, डिग ना जावां धरती उत्ते, भज के आ बचाउंदी सी। ले बलावां मेरियां मां तू मुँह चुमदी सी 100 बार। मां मैं दस किवें पेके जावां, पेके सी तेरे चावां नाल, पेके सी तेरे चावां नाल। जी 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 जी। हाँ जी, बहुत वधिया जी। हाँ जी। तस्वीर तेरी मैनू तकदी रहिंदी, देख कलेजा मूंह नू आवे, हंजू किरदे 100 वार, हंजू किरदे 100 वार। दस मैं किस नू दर्द सुनावां, कौन सुने दुखां दी सार। कौन कोई ना हंजू पूंजने आवे, ना लवे कोई सीने नाल, ना लवे कोई सीने नाल। मां मरी ते सब सुख लुट गए, रिश्ते टूट गए सावां नाल। मां मैं दस किवें पेके जावां, पेके सी तेरे चावां नाल, पेके सी तेरे सावां नाल, पेके ने बस मावां नाल, पेके ने बस मावां नाल। शुक्रिया। बहुत वधिया आशा जी, बहुत वधिया, ब्यूटीफुल। ਤੁਸੀਂ ਕਹਿੰਦੇ ਤੁਸੀਂ ਗਾ नहीं सकते, बड़ा अच्छा गाया ਤੁਸੀਂ। वधिया, बहुत वधिया। हाँ जी, बहुत वधिया। बहुत बहुत शुक्रिया, बहुत बहुत शुक्रिया। थैंक यू ਤੁਹਾਡਾ। एक दूसरी कविता हाँ जी हाँ जी हाँ जी, सुनाओ जी। मैं दूसरी कविता मैम एक होर है मेरी जी, देश दी पुकार। अज दे हालात, हर देश जदों अटैक्स हुंदे ने, मैं उस उत्ते कविता लिखी जी। बेकसूर लोगों नू मारिया जांदा है, उस कविता लिखी सी मैं। बहुत वधिया। सारे पासे बड़ा शोर होया, सारे पासे बड़ा शोर होया, कोई आखे ए मोया, कोई आखे ओ मोया। सारे पासे बड़ा शोर होया, कोई आखे ए मोया, कोई आखे ओ मोया। लोकी भजदे नजर आन सब पासे, लोकी भजदे नजर आन सब पासे। लाशां दे जदों तबूतां नू गोया, लाशां दे जदों तबूतां नू गोया। किसे वेखिया उजड़दी मांग नू, किसे वेखिया चूड़े बिखरदे होए, किसे अणजमियां कुखां वेखियां, किसे वेखिया सुपने उजड़दे होए। किसे वेखिया उजड़दी मांग नू, किसे वेखिया चूड़े बिखरदे होए, किसे अणजमियां कुखां वेखियां, किसे वेखिया सुपने उजड़दे होए। हंजू हर अख विच वहंदे वेखे,
ਹੰਝੂ ਹਰ ਅੱਖ ਵਿੱਚ ਵਹਿੰਦੇ ਵੇਖੇ, ਮੈਂ ਵੇਖਿਆ ਦੇਸ਼ ਬਿਲਖਦੇ ਹੋਏ, ਹਾਹਾਕਾਰ ਮਚੀ ਸਭ ਪਾਸੇ, ਕਿਤੇ ਬਾਜ਼ਾਰ ਬੰਦ ਤੇ ਕਿਤੇ ਗਲੀਆਂ ਬੰਦ। ਹਾਹਾਕਾਰ ਮਚੀ ਸਭ ਪਾਸੇ, ਕਿਤੇ ਬਾਜ਼ਾਰ ਬੰਦ ਤੇ ਕਿਤੇ ਗਲੀਆਂ ਬੰਦ। ਮੈਂ ਸੋਚਾਂ ਕਿਸ ਦੀ ਨਜ਼ਰ ਲੱਗੀ, ਇਹ ਕਿਹੋ ਜਿਹੀ ਸ਼ੁਰੂ ਹੋ ਗਈ ਜੰਗ। ਮੈਂ ਸੋਚਾਂ ਕਿਸ ਦੀ ਨਜ਼ਰ ਲੱਗੀ, ਇਹ ਕਿਹੋ ਜਿਹੀ ਸ਼ੁਰੂ ਹੋ ਗਈ ਜੰਗ। ਸੋਚਾਂ ਇਹ ਵੀ ਕੋਈ ਸਿਆਸਤ ਹੈ, ਸੋਚਾਂ ਇਹ ਵੀ ਕੋਈ ਸਿਆਸਤ ਹੈ, ਜਿੱਥੇ ਵਸਦੇ ਘਰ ਉਜੜ ਗਏ। ਸੋਚਾਂ ਇਹ ਵੀ ਕੋਈ ਹਕੂਮਤ ਹੈ, ਜਿੱਥੇ ਜ਼ਿੰਦਗੀ ਜੀਣ ਨੂੰ ਤਰਸ ਗਏ। ਦਹਿਸ਼ਤ ਜੀ ਫੈਲੀ ਸਭ ਪਾਸੇ, ਇੱਕ ਦਹਿਸ਼ਤ ਜੀ ਫੈਲੀ ਸਭ ਪਾਸੇ, ਕੱਲ ਕੀ ਹੋਵੇ ਕੁਝ ਪਤਾ ਨਹੀਂ। ਘਰੋਂ ਨਿਕਲੇ ਮੁੜ ਪਰਤ ਆਉਣ, ਘਰ ਰੋਟੀ ਖਾਣ ਕੁਝ ਪਤਾ ਨਹੀਂ। ਯਕੀਨ ਮੁੱਕਦਾ ਜਾਂਦਾ ਵਕਤ, ਯਕੀਨ ਮੁੱਕਦਾ ਜਾਂਦਾ ਵਕਤ ਤੇ ਕਿਹੋ ਜਿਹੇ ਵਕਤ ਵਿੱਚ ਆ ਪੁੱਜੇ, ਇਨਸਾਨੀਅਤ ਦਾ ਜੀਣਾ ਮੁਸ਼ਕਿਲ ਹੋਇਆ, ਸਵਾਲ ਹੋ ਗਏ ਨੇ ਬਹੁਤ ਪੁੱਜੇ। ਯਕੀਨ ਮੁੱਕਦਾ ਜਾਂਦਾ ਵਕਤ ਉੱਤੇ, ਇਹ ਕਿਹੋ ਜਿਹੇ ਵਕਤ ਵਿੱਚ ਆ ਪੁੱਜੇ, ਇਨਸਾਨੀਅਤ ਦਾ ਜੀਣਾ ਮੁਸ਼ਕਿਲ ਹੋਇਆ, ਸਵਾਲ ਹੋ ਗਏ ਨੇ ਬਹੁਤ ਪੁੱਜੇ। ਵਤਨ ਤੇ ਸੀਸ ਵਾਰੇ ਘਰ ਨਾ ਪੁੱਜੇ ਸਾਰੇ, ਕਿੰਨੇ ਟੁਕੜਿਆਂ ਚ ਲਾਸ਼ਾਂ ਵੰਡੀਆਂ ਹੋਈਆਂ। ਇਸ ਹਾਲਾਤ ਦਾ ਸਾਰ ਨਾ ਕੋਈ ਦੱਸ ਪਾਇਆ, ਦੇਸ਼ ਪਾਰਟੀਆਂ ਦੇ ਵਿੱਚ ਖੰਡ ਖੰਡ ਹੋਇਆ। ਮੇਰੀ ਦਰਖਾਸਤ ਆਪਸੀ ਟਕਰਾਵਾਂ ਨੂੰ ਖਤਮ ਕਰਕੇ, ਆਪਸੀ ਟਕਰਾਵਾਂ ਨੂੰ ਖਤਮ ਕਰਕੇ ਦੇਸ਼ ਦੀ ਸੁਰੱਖਿਆ ਦੀ ਲੋਚੋ। ਆਪਸੀ ਟਕਰਾਵਾਂ ਨੂੰ ਖਤਮ ਕਰਕੇ ਦੇਸ਼ ਦੀ ਸੁਰੱਖਿਆ ਦੀ ਲੋਚੋ। ਰਸਤੇ ਵਸਤੇ ਇਸ ਭਾਰਤ ਨੂੰ ਦੁਸ਼ਮਣ ਦੀ ਨਿਗਾਹਾਂ ਤੋਂ ਬੋਚੋ। ਜੇ ਇਨਸਾਨ ਭਰੋਸੇ ਟੁੱਟਣ ਲੱਗੇ, ਜੇ ਇਨਸਾਨ ਭਰੋਸੇ ਟੁੱਟਣ ਲੱਗੇ, ਲੋਕ ਡਰਨ ਲੱਗੇ, ਇਉਂ ਮਰਨ ਲੱਗੇ। ਆਓ ਪ੍ਰਾਣ ਲਈਏ, ਆਓ ਪ੍ਰਾਣ ਲਈਏ, ਦੇਸ਼ ਨੂੰ ਇੱਕ ਬਣਾਓ, ਧਰਮਾਂ ਜਾਤਾਂ ਪਾਰਟੀਆਂ ਤੋਂ ਮੁਕਤ ਕਰਾਓ। ਕੋਈ ਦੁਸ਼ਮਣ ਨਾ ਖੜੇ ਸਾਡੇ ਅੱਗੇ, ਕੋਈ ਦੁਸ਼ਮਣ ਨਾ ਖੜੇ ਸਾਡੇ ਅੱਗੇ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਮੈਮ। ਬਹੁਤ ਵਧੀਆ ਜੀ, ਆਸ਼ਾ ਜੀ ਬਹੁਤ ਵਧੀਆ। ਹਾਂ, ਥੈਂਕ ਯੂ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਹਾਂਜੀ, ਹੁਣ ਸਾਡੇ ਕੈਨੇਡਾ ਤੋਂ ਹੀ ਸਾਡੀ ਨੌਜਵਾਨ ਸ਼ਾਇਰਾ ਲਵੀਨ, ਜੋ ਕਿ ਇਸ ਵੇਲੇ ਬੜਾ ਔਖਾ ਕੰਮ ਵੀ ਕਰ ਰਹੇ, ਹੋਸਟ ਹੋਣ ਦਾ ਕੰਮ ਕਰ ਰਹੇ ਨੇ ਅਸਲ ਦੇ ਵਿੱਚ। ਤੇ ਉਹ ਲਵੀਨ ਇੱਕ ਐਕਟਿਵਿਸਟ ਹੈ, ਤੇ ਉਸਨੇ ਉਸਦੀ ਜਿਹੜੀ ਕਿਤਾਬ ਹੈ ਮੈਂ ਘਾਹ ਨਹੀਂ, ਬਹੁਤ ਪਿਆਰੀ ਸ਼ਾਇਰੀ ਕੀਤੀ ਹੈ ਉਸਨੇ, ਕਵਿਤਾਵਾਂ ਲਿਖੀਆਂ ਨੇ ਆਪਣੀ ਉਸ ਕਿਤਾਬ ਦੇ ਵਿੱਚ। ਤੇ ਉਹ ਓਮਨੀ ਟੀਵੀ ਤੇ ਲਵੀਨ ਐਂਕਰ ਤੇ ਰਿਪੋਰਟਰ ਹੈ, ਹੋਸਟ ਤੇ ਰਿਪੋਰਟਰ ਹੈਗੀ ਹੈ ਲਵੀਨ। ਔਰ ਉਹ ਸਮਾਜ ਦੇ, ਜਿਹੜੇ ਸਾਡੇ ਕੈਨੇਡੀਅਨ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਜਿਹੜੀਆਂ ਫੈਲੀਆਂ ਹੋਈਆਂ ਨੇ, ਔਰ ਜੋ ਵੀ ਇੱਥੇ ਜਿਸ ਤਰ੍ਹਾਂ ਦੇ ਵੀ ਜੁਰਮ ਹੁੰਦੇ ਨੇ, ਉਹਨਾਂ ਨੂੰ ਉਹ ਜਾ ਕੇ ਖੁਦ ਰਿਕਾਰਡ ਕਰਦੀ ਹੈ, ਔਰ ਉਹ ਸਾਨੂੰ ਸਾਰਿਆਂ ਨੂੰ ਦਿਖਾਉਂਦੀ ਹੈ ਕਿ ਕਿਸ ਤਰ੍ਹਾਂ ਇਸ ਵੇਲੇ ਸਮਾਜ ਕਿੱਦਾਂ ਕਿਹੜੇ ਪਾਸੇ ਨੂੰ ਜਾ ਰਿਹਾ ਹੈ। ਤੇ ਉਸਨੇ ਇੱਕ ਸੰਸਥਾ ਚਲਾਈ ਹੋਈ ਹੈ ਬਹੁਤ ਸਾਲਾਂ ਤੋਂ, ਜਿਹਦੇ ਨਾਲ ਉਹ ਐਜ਼ ਅ ਵਲੰਟੀਅਰ ਕੰਮ ਕਰ ਰਹੀ ਹੈ। ਉਹ ਹੈ ਅਮਰ ਕਰਮਾ, ਜਿਸ ਵਿੱਚ ਉਹ ਅਵੇਅਰਨੈਸ ਕ੍ਰੀਏਟ ਕਰਦੀ ਹੈ ਕਿ ਸਾਨੂੰ ਅੰਗ ਦਾਨ ਤੇ ਟਿਸ਼ੂ ਦਾਨ ਕਰਨੇ ਚਾਹੀਦੇ ਨੇ। ਔਰ ਉਹਦੇ ਬਹੁਤ ਸਾਰੇ ਪ੍ਰੋਗਰਾਮ ਕਰ ਚੁੱਕੀ ਹੈ, ਦੇਸ਼ ਵਿਦੇਸ਼ ਵਿੱਚ, ਸਾਰੇ ਇੰਡੀਆ ਦੇ ਵਿੱਚ ਵੀ ਉਹਦੇ ਅਵੇਅਰਨੈਸ ਫੈਲਾਉਣ ਲਈ ਬਹੁਤ ਸਾਰਾ ਕੰਮ ਕਰ ਚੁੱਕੀ ਹੈ। ਤੇ ਉਸ ਹਾਂਜੀ ਹਾਂਜੀ, ਤੇ ਉਸਦੀ ਇੱਕ ਉਸਨੇ ਕਾਫੀ ਦੇਰ ਪਹਿਲਾਂ ਮੁਹਿੰਮ ਚਲਾਈ ਸੀ ਕਿ ਕਿਉਂਕਿ ਮੇਰੀ ਭਰੂਣ ਹੱਤਿਆ ਨਹੀਂ ਹੋਈ, ਇਸ ਦੇ ਉੱਤੇ ਉਸਨੇ ਔਰਤਾਂ ਨੂੰ ਇਹ ਆਰਟੀਕਲ ਲਿਖਣ ਲਈ ਆਵਾਜ਼ ਮਾਰੀ ਸੀ। ਤੇ ਤੁਸੀਂ ਖੁਸ਼ ਹੋਵੋਗੇ ਕਿ 200 ਔਰਤਾਂ ਨੇ ਇਹੋ ਜਿਹੇ ਆਰਟੀਕਲ ਲਿਖੇ, ਜੋ ਕਿ ਲਗਾਤਾਰ ਜਗਬਾਣੀ ਵਿੱਚ ਛਪਦੇ ਰਹੇ, ਜਿਹਦੀ ਕਿ ਅੱਜ ਇੱਕ ਕਿਤਾਬ ਵੀ ਐਡਿਟ ਕੀਤੀ ਹੋਈ ਹੈਗੀ ਹੈ, ਜਿਹੜੀ ਕਿ ਬੇਦੀ ਸਾਹਿਬ ਤੋਂ ਮਿਲ ਜਾਏਗੀ। ਇਸ ਤਰ੍ਹਾਂ ਲਵੀਨ ਹੋਰ ਵੀ ਬਹੁਤ ਸਾਰੇ ਕੰਮ ਕਰਦੀ ਹੈ, ਆਪਾਂ ਕਿਉਂਕਿ ਉਹਦੀ ਕਵਿਤਾ ਦਾ ਆਨੰਦ ਮਾਣਨਾ ਹੈ, ਤੇ ਇਸ ਲਈ ਲਵੀਨ ਪਲੀਜ਼ ਤੁਸੀਂ ਆਪਣੀ ਕਵਿਤਾ ਪੇਸ਼ ਕਰੋ। ਮਾਤੇ ਸੁਰਜੀਤ ਕੌਰ ਗਿੱਲ ਜੀ, ਇੰਨਾ ਵੱਡਾ ਰੂਬਰੂ, ਥੈਂਕ ਯੂ ਸੋ ਮਚ। ਆਈ ਐਮ ਫਸਟ ਆਫ ਆਲ ਸੋ ਐਮਬੈਰਸਡ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਕੀ ਕਹਾਂ। ਥੈਂਕ ਯੂ ਸੋ ਮਚ। ਮੈਂ ਜਿਵੇਂ ਤੁਸੀਂ ਕਿਹਾ ਸੀ, ਰੂਲਸ ਦੇ ਹਿਸਾਬ ਨਾਲ ਸਿੱਧਾ ਕਵਿਤਾ ਤੇ ਆਉਂਦੀ ਹਾਂ। ਮੇਰੀ ਕਵਿਤਾ ਦਾ ਟਾਈਟਲ ਹੈ ਗੁਗੜਾ।
तो एक कहानी है जी। एक दिन हवा पानी अग ते मैं, एक दिन हवा पानी अग ते मैं खेलदे सी, असी मिट्टी नू भी नाल रला लिया, धरती ते आसमान भी दौड़े दौड़े आए। वाह जी वाह। मैं कहा चलो गुगड़ा बनाउण खेलिए। असी सारे आड़ियां रल के एक गुगड़ा बनाया। वाह 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 वाह। सूरज ने उसदे अखां लगा दित्तियां जी। मैं भी अपना दिल गुन के उसदे विच पा दिता। आसमान कहंदा एदा जिगरा मैं पाउणा। असी चन्न नू कहा तू भी ला लै अपना चा। ਉਹ ਤਾਂ ਉਸ ਵਿੱਚ ਲਹੂ ਪਾਉਣ ਨੂੰ ਕਾਲਾ ਸੀ। ਉਸ ਦਿਨ ਅਸੀਂ ਸਾਰੇ ਥੱਕ ਕੇ ਸਮੁੰਦਰ ਵਿੱਚ ਹੀ ਸੌਂ ਗਏ ਸੀ। ਇੱਕ ਦਿਨ ਜਦੋਂ ਮੈਂ ਤੇ ਪਾਣੀ ਅੰਬਾਂ ਦੇ ਵੱਡੇ ਦਰਖਤ ਹੇਠਾਂ ਬੈਠੇ ਸੀ, ਇੱਕ ਚਮਤਕਾਰ ਹੋਇਆ। ਗੁੱਗੜੇ ਨੇ ਕਿਲਕਾਰੀ ਮਾਰੀ। ਅਸੀਂ ਸਾਰੇ ਦੋਸਤ ਭੱਜੇ ਭੱਜੇ ਆਏ ਤੇ ਨੱਚਣ ਟੱਪਣ ਲੱਗੇ। ਹੁਣ ਅਸੀਂ ਸਾਰੇ ਗੁੱਗੜੇ ਨਾਲ ਰੋਜ਼ ਖੇਲਦੇ ਆ। ਉਹ ਪਾਣੀ ਵਰਗਾ ਲੱਗਦਾ ਹੈ, ਹੱਸਦਾ ਤਾਂ ਬਿਲਕੁਲ ਆਸਮਾਨ ਦੀ ਝਲਕ ਪੈਂਦੀ ਹੈ। ਮੇਰੀ ਕਾਇਨਾਤ ਉਸਦੇ ਪਿੱਛੇ ਨੱਚਦੀ ਭੱਜਦੀ ਰਹਿੰਦੀ ਹੈ। ਮੇਰੀ ਹਵਾ ਤਾਂ ਬਸ ਕਮਲੀ ਹੋ ਜਾਂਦੀ ਹੈ, ਮੇਰਾ ਪਾਣੀ ਉਸਨੂੰ ਪੱਖੇ ਝੱਲਦਾ ਹੈ। ਗੁੱਗੜਾ ਜਾਦੂ ਵਰਗਾ ਹੈ, ਹੱਸੀ ਤੇ ਛਾਇਆ ਰਹਿੰਦਾ ਹੈ। ਰੋਂਦਾ ਹੁੰਦਾ ਤਾਂ ਮੈਂ ਮਰੀ ਹੋਈ ਉੱਠ ਪਾਵਾਂ। ਕੱਲ ਮੈਂ ਆਸਮਾਨ ਨਾਲ ਗੱਲ ਕਰਦੀ ਸੀ ਕਿ ਜੇ ਮੈਂ ਸੱਚੀ ਤਾਂ ਮੇਰੇ ਗੁੱਗੜੇ ਨੂੰ ਚੁੱਪ ਕੌਣ ਕਰਾਊ। ਧਰਤੀ ਵਿੱਚੋਂ ਹੀ ਬੋਲ ਪਈ ਲੈ ਕਮਲੀ, ਤੂੰ ਕਿਤੇ ਇਕੱਲੀ ਚੁੱਕਦੀ ਐ ਇਸ ਡਰ ਦਾ ਭਾਰ, ਮੈਨੂੰ ਵੇਖ ਮੈਂ ਵੀ ਤਾਂ ਮਾਂ ਹਾਂ। ਥੈਂਕ ਯੂ ਸੋ ਮਚ। ਥੈਂਕ ਯੂ। ਹਾਂਜੀ ਬਹੁਤ ਵਧੀਆ ਲਵੀਨ, ਕਮਾਲ ਕਰ ਦਿੱਤੀ, ਬਹੁਤ ਹੀ ਪਿਆਰੀ ਕਵਿਤਾ। ਥੈਂਕ ਯੂ ਸੋ ਮਚ। ਥੈਂਕ ਯੂ ਫॉर योर टाइम। ਲਵੀਨ ਹੋਰ ਵੀ ਕੁਝ ਬੋਲਣਾ? ਨਹੀਂ ਥੈਂਕ ਯੂ ਸੋ ਮਚ। ਜਿਹੜੀ ਕਵਿਤਾ ਦਾ ਤੁਹਾਨੂੰ ਕੀਤਾ ਸੀ ਜੀ ਜੋੜ ਕੇ ਤੁਸੀਂ ਬਹੁਤ ਵਧੀਆ ਕੀਤਾ ਹੈ। ਹਾਂਜੀ ਧਰਤੀ ਨੇ ਜੋੜ ਕੇ ਇੱਕ ਮਾਂ ਬਣਾ ਦਿੱਤੀ। ਲਵੀਨ ਮੈਂ ਉਹ ਵਾਲੀ ਸੁਣਾ ਕੇ ਮਾਂ ਮੈਂ ਤੇਰੀ ਆਵਾਜ਼ ਹਾਂ ਪਲੀਜ਼ ਸੁਣਾ ਦੋ। ਹਾਂਜੀ ਹਾਂਜੀ ਪਲੀਜ਼। ਬਹੁਤ ਵਧੀਆ। ਅਨਮਿਊਟ ਕਰੋ ਲਵੀਨ ਜੀ। ਇੱਕ ਸੈਕਿੰਡ, ਕੁਝ ਗੈਸਟ ਆਏ ਸੀ, ਉਹਨਾਂ ਨੂੰ ਐਡਮਿਟ ਕਰਨਾ ਸੀ। ਮਤੇਸ਼ ਕੌਰ, ਮੇਰੀ ਗੁਸਤਾਖੀ ਕਿ ਮੈਨੂੰ 2 ਮਿੰਟ ਲੱਗਣਗੇ ਉਹ ਲੱਭਣ ਦੇ ਲਈ। ਸੌਰੀ, ਤੁਸੀਂ ਉਨੀ ਦੇਰ ਚ ਓਕੇ ਉਨੀ ਦੇਰ ਅਸੀਂ ਕੋਈ ਗੱਲ ਕਰ ਲੈਂਦੇ ਹਾਂ ਪਲੀਜ਼। ਹਾਂਜੀ ਅਸੀਂ ਅੱਗੇ ਪੁੱਛਿਆ ਸੀਗਾ ਜਰਨੈਲ ਸਿੰਘ ਜੀ, ਮੈਂ ਤੁਹਾਨੂੰ ਦਿਆਂਗੀ ਟਾਈਮ। ਤੁਸੀਂ ਇਹ ਸਾਡਾ ਜਿਹੜਾ ਅਸੀਂ ਉਲੀਕਿਆ ਹੋਇਆ ਪ੍ਰੋਗਰਾਮ ਹੈ ਇਹਨੂੰ ਖਤਮ ਹੋ ਲੈਣ ਦਿਓ ਤੇ ਸਾਡੇ ਕੋਲ ਹਾਂਜੀ ਤੁਹਾਨੂੰ ਮੈਂ ਟਾਈਮ ਦੇ ਦਾਂਗੀ। 7 ਕਿਤਾਬਾਂ ਲਿਖੀਆਂ, 3 ਸਾਡੀਆਂ। ਹਾਂਜੀ ਜੀ ਜਰੂਰ ਜੀ ਬਹੁਤ ਖੁਸ਼ੀ ਹੋਈ ਜੀ। ਥੈਂਕ ਯੂ ਤੁਹਾਡਾ। ਤੇ ਬਲਦੀਪ ਸੰਧੂ ਜੀ ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਆਵਾਜ਼ ਮਾਰੀ ਸੀ। ਬਲਦੀਪ ਸੰਧੂ ਜੀ ਇੱਕ ਜਾਣੀ ਮਾਣੀ ਸ਼ਖਸੀਅਤ ਨੇ। ਉਹ ਲੈਕਚਰਰ ਨੇ, ਚੰਡੀਗੜ੍ਹ ਰਹਿੰਦੇ ਨੇ ਤੇ ਰੇਡੀਓ ਰੰਗ FM ਦੇ ਓਨਰ ਤੇ RJ ਨੇ ਉਹਦੇ। ਤੇ ਜੇ ਤੁਸੀਂ ਸਾਹਮਣੇ ਮੈਨੂੰ ਦਿਸ ਨਹੀਂ ਰਹੇ ਦੀਪ ਸੰਧੂ ਜੀ। ਮੈਂ ਹਾਜ਼ਰ ਹਾਂ ਜੀ। ਹਾਂਜੀ ਸਵਾਗਤ ਹੈ ਜੀ। ਮੈਨੂੰ ਤੁਹਾਡਾ ਇੰਨਾ ਕੀ ਬਾਇਓਡਾਟਾ ਮਿਲਿਆ ਤੇ ਕੋਈ ਗੱਲ ਨਹੀਂ ਜੀ, ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ। ਲਵੀਨ ਤੁਸੀਂ ਤਿਆਰ ਰਹਿਣਾ ਹੈ, ਤੁਹਾਡੀ ਉਹ ਕਵਿਤਾ ਜ਼ਰੂਰ ਸੁਣਨੀ ਹੈ। ਉਸ ਤੋਂ ਬਾਅਦ ਜਰਨੈਲ ਸਿੰਘ ਜੀ ਤੁਸੀਂ ਤਿਆਰ ਰਹਿਣਾ। ਹਾਂਜੀ ਮੈਂ ਸਭ ਤੋਂ ਪਹਿਲਾਂ ਜੀ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਜੀ। ਤੇ ਦੂਸਰਾ ਰੰਗ FM ਦੀ ਓਨਰ ਹਾਂ ਜੀ ਮੈਂ, RJ ਨਹੀਂ ਹੈਗੀ, ਮੈਂ ਰੰਗ FM ਚਲਾ ਰਹੀ ਹਾਂ। ਤੇ ਮੈਂ
ਸਭ ਤੋਂ ਪਹਿਲਾਂ ਜੀ ਹੋਰ ਕੁਝ ਵੀ ਨਾ ਕਹਿੰਦੀ ਹੋਈ ਮੈਂ ਆਪਣੀ ਕਵਿਤਾ ਸ਼ੁਰੂ ਕਰਦੀ ਹਾਂ ਜੀ। ਜਿਵੇਂ ਦੇ ਅੱਜ ਕੱਲ ਹਾਲਾਤ ਚੱਲ ਰਹੇ ਨੇ, ਮੈਂ ਆਪਣੀ ਕਵਿਤਾ ਰਾਹੀਂ ਇੱਕ ਉਮੀਦ ਜਗਾਉਣ ਦੀ ਕੋਸ਼ਿਸ਼ ਕੀਤੀ ਸੀ। ਤੁਸੀਂ ਜਦੋਂ ਮਾਂ ਤੋਂ ਬਿਨਾਂ ਵੀ ਹੋਰ ਕਵਿਤਾ ਬੋਲਣ ਬਾਰੇ ਕਿਹਾ ਤਾਂ ਫਿਰ ਮੈਂ ਉਹ ਇੱਕਦਮ ਦੇਖੀ। मैं महसूसती हाँ बेशक मौसम खूबसूरत खुशगवार नहीं। महसूसती हाँ बेशक मौसम खूबसूरत खुशगवार नहीं, पर फुੱਲ ਤਾਂ ਨਹੀਂ ਨਾ ਖਿੜਨਾ ਭੁੱਲੇ। ਖਿੜਦੇ ਫੁੱਲਾਂ ਵਿੱਚ ਇਹ ਬੂਟੀ ਉਂਝ ਹੀ ਉਗਦੀ ਹੈ, ਨਾ ਕਣਕਾਂ ਨੂੰ ਸੁਨਹਿਰੀ ਹੋਣਾ ਭੁੱਲਿਆ ਏ। ਹਾਂਜੀ, ਸੂਰਜ ਉਂਝ ਹੀ ਨਿੱਘ ਵੰਡਦਾ ਫਿਰਦਾ ਹੈ ਜੀ, ਚਾਨਣੀ ਉਂਝ ਹੀ ਹਿਰਦੇ ਠਾਰਦੀ ਹੈ। ਹਾਂਜੀ, ਇਹ ਮੌਸਮ ਉਂਝ ਹੀ ਕਰਵਟ ਬਦਲ ਰਿਹਾ ਹੈ, ਬਸ ਯਕੀਨ ਰੱਖੀ ਬਿਖਰਨਗੇ ਇਹ ਬੱਦਲ ਦੁੱਖ ਦੇ। ਨਿਕਲ ਆਉਣਗੇ ਪੱਤੇ ਰੁੱਖੇ ਦਿਸਦੇ ਰੁੱਖਾਂ ਨੂੰ, ਵੰਡਣਗੇ ਇਹ ਫੁੱਲ ਮੁੜ ਖੁਸ਼ਬੂਆਂ। बस जरा मौसम का बदल जान दे, हिम्मत रख इंतजार कर मेरे वांग। मैं महसूसदी हाँ खुशगवारी होर खिड़ेगी, रुतां फिर हो जाणगियां तेरे ते मेरे हाण दियां। सो इस तो बिना जी एक बहुत पॉजिटिव थॉट है ਤੁਹਾਡੀ। बहुत बहुत हाँ जी शुक्रिया। हाँ जी जी एक होर सुनाना चाहांगी जी। बेखबर उदा उन्मान है जी, क्यों नहीं हो जाते पंछियां वांगू आपां, क्यों नहीं हो जाते पंछियां वांगू आपां, जो ना करन बहस मुबाहिसा, ना पक्षपात ते ना तर्क वितर्क, मजे नाल दाना चुगण कितों होर, पानी पीण कितों होर, कदे किसे दरख्त कदे किसे टहनी, क्यों नहीं हो जाते आपां पंछी। रखदे एक दूजे दा ख्याल, पक्षपात तो बेखबर शब्दां दी भाषा नूं पढ़ना समझना आसान हुंदा, ते कोई चुप नूं पढ़े जे मन दे भाव भी, ते उस चुप नूं मुस्कुराहट च बदले, ते इस तो निराली गल होर की। चंगियाइयां दे सिलसिले इंज ही चलते रहन, कोई ना रुके राह विच, ए काफिले इवें ही चलते रहन खुशियां दे सादगियां दे। बस जी एक छोटी जी कविता होर है। हाँ जी। हमेशा सुनिया, ए मां नूं समर्पित है। एक मां लई मासूम बच्चों दी की सोच है। हमेशा सुनिया हमेशा जानिया कि मां दी कदमां थल्ले है जन्नत जी। सोचिया कि मेरी कदमां थल्ले भी है जन्नत, पुछया अपने मासूम फरजंदा नूं। मेरा सवाल सुन मैनू अजीब जिहियां नजरां नाल उन्हां वेख्या, पुछदे ने की हुंदी है जन्नत मां। वीडियो स्टार्ट कर दूं जी। सोचिया मैं कदों दस्सिया सी उन्हां नूं जन्नत बारे। दस्सिया कि लो सुनो, कहंदे ने जो मां बच्चियां नूं दिल दे करीब रखे ओ जन्नत दी भागीदार बनदी है जी। तां बोले असीं तां इहो जाणिया तू साडे दिल दे करीब सदा घुमदी है, कदे हसदियां कदे परेशानी दे हुंदियां तू सदा साडी दुनिया खुशियां नाल रंगीन रखदी है, उस नूं जन्नत बनाउंदी है। हुण तू दस माए ये जन्नत की भला। सो ਇਹ ਸੀ ਜੀ ਮੇਰੀਆਂ ਤਿੰਨੋਂ ਹੀ ਕਵਿਤਾਵਾਂ। ਸ਼ਾਇਦ ਹੋਰ ਬਹੁਤ ਵਧੀਆ ਔਰ ਤੁਹਾਡੀ ਆਵਾਜ਼ ਇੰਨੀ ਪਿਆਰੀ ਹੈ ਨਾ। ਬਹੁਤ ਵਾਕਈ ਬਹੁਤ ਵਧੀਆ ਕਵਿਤਾਵਾਂ ਤੇ ਬਹੁਤ ਹੀ ਵਧੀਆ ਐਕਸਪ੍ਰੈਸ਼ਨ ਤੁਸੀਂ ਦਿੱਤਾ। ਆਵਾਜ਼ ਵੀ ਬਹੁਤ ਖੂਬਸੂਰਤ। ਥੈਂਕ ਯੂ ਜੀ। ਸ਼ੁਕਰੀਆ ਜੀ। ਤੁਹਾਡੀ ਇਸ ਕਵਿਤਾ ਦੇ ਨਾਮ ਤੇ ਮੈਂ ਮੁਨੱਵਰ ਰਾਣਾ ਦਾ ਇੱਕ ਸ਼ੇਅਰ अर्ज कर रही हूँ कि हालात बुरे थे मगर अमीर बनाकर रखती थी। हालात बुरे थे मगर अमीर बनाकर रखती थी। हम गरीब थे ये बस हमारी माँ जानती थी। वाह क्या बात है। थैंक यू।
हाँ जी थैंक यू सुजीत जी, थैंक यू यू। आर वेलकम जी, थैंक यू वेरी मच। हाँ जी लवीन अपनी नज़म ਮਤੇਸ਼ ਕੌਰ ਤੇ ਸਾਰੇ ਸਾਥੀਓ ਥੈਂਕ ਯੂ ਸੋ ਮਚ ਮੈਨੂੰ ਦੁਬਾਰਾ ਤੋਂ ਇਸ ਦਾ ਟਾਈਮ ਦੇਣ ਦੇ ਲਈ। ਸੁਰਜੀਤ ਕੌਰ ਕਹਿ ਦਿਓ ਤੁਸੀਂ ਅੱਜ ਤੇ। ਜੀ ਸੁਰਜੀਤ ਕੌਰ ਜੀ। ਹਾਂਜੀ ਮਾਂ ਮੈਂ ਤੇਰੀ ਆਵਾਜ਼ ਹਾਂ, ਮਾਂ ਮੈਂ ਤੇਰੀ ਆਵਾਜ਼ ਹਾਂ, ਤੇਰੇ ਪੰਖ ਹਾਂ ਮੈਂ ਤੇਰੀ ਪਰਵਾਜ਼ ਹਾਂ। ਵਾਹ ਜੀ ਵਾਹ ਵਾਹ ਵਾਹ। ਮਾਂ ਤੂੰ ਉਸਾਰਿਆ ਮੇਰਾ ਢਾਂਚਾ, ਪੜ ਕੇ ਮਿਲਵਾਇਆ ਜ਼ਮਾਨੇ ਨਾਲ, ਮੈਂ ਤੇਰਾ ਸਿਰਜਿਆ ਸਮਾਜ ਆ, ਮਾਂ ਮੈਂ ਤੇਰੀ ਆਵਾਜ਼ ਆ। ਵਾਹ ਜੀ ਬਹੁਤ ਹੀ ਵਧੀਆ। ਹਾਂ ਕੀ ਹੋਇਆ ਜੇ ਹੁਣ ਆਪਣਾ ਘਰ ਪੱਛਮ ਵੱਲ ਹੈ, ਤੇਰੀ ਬੋਲੀ ਹੋ ਗਈ ਤੋਤਲੀ, ਹੁਣ ਮੈਂ ਆਵਾਜ਼ ਆ, ਕਿੰਨੀਆਂ ਅਣਜੰਮੀਆਂ ਦੁਨੀਆ ਖਾ ਗਈ, ਤੂੰ ਕਿੰਨੇ ਮਾਣ ਨਾਲ ਵੰਡੀ ਮੇਰੀ ਲੋੜੀ, ਮੈਂ ਤੇਰਾ ਚਲਾਇਆ ਰਿਵਾਜ਼ ਆ, ਮਾਂ ਮੈਂ ਤੇਰੀ ਆਵਾਜ਼ ਆ। ਵਾਹ ਜੀ ਵਾਹ ਵਾਹ ਵਾਹ। ਉਦੋਂ ਤੂੰ ਮੈਨੂੰ ਵਿਖਾਉਂਦੀ ਸੀ ਰਾਹਾਂ, ਹੁਣ ਤੇਰੀਆਂ ਅੱਖਾਂ ਧੁੰਦਲਾ ਵੇਖਦੀਆਂ, ਹੁਣ ਮੈਂ ਤੇਰੀ ਨਜ਼ਰ ਤੇ ਮੈਂ ਤੇਰਾ ਨਾਜ਼ ਆ, ਮਾਂ ਦੇਖ ਮੈਂ ਤੇਰੀ ਆਵਾਜ਼ ਆ, ਮੈਂ ਤੇਰੀ ਆਵਾਜ਼ ਆ। ਥੈਂਕ ਯੂ। ਬਹੁਤ ਵਧੀਆ ਬਹੁਤ ਵਧੀਆ। ਆਈ ਥਿੰਕ ਸਭ ਨੂੰ ਪਸੰਦ ਆਈ ਹੋਏਗੀ ਨਜ਼ਮ ਜਿਹੜੀ ਮੈਂ ਉਹਦੇ ਕੋਲੋਂ ਸਿਫਾਰਿਸ਼ ਕਰਕੇ ਸੁਣੀ ਹੈ। ਜੀ ਬਹੁਤ ਵਧੀਆ ਬਹੁਤ ਵਧੀਆ ਕੰਮ। ਮਾਂ ਬਜ਼ੁਰਗ ਹੋ ਜਾਂਦੀ ਹੈ। ਬਹੁਤ ਵਧੀਆ ਲਵੀਨ। ਹਾਂਜੀ 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 बहुत बढ़िया। एक मुद्दत से मेरी माँ नहीं सोई, ताबिश ताबिश का एक शेर है। एक मुद्दत से मेरी माँ नहीं सोई ताबिश, मैंने एक बार कहा था मुझे डर लगता है जी, मैंने एक बार कहा था मुझे डर लगता है। इसको ਪਹਿਲਾਂ ਕਿ ਮੈਂ ਕਰਨੈਲ ਸਿੰਘ ਜੀ ਨੂੰ ਅਰਜ਼ ਕਰਾਂ ਕਿ ਉਹ ਆਪਣੀ ਨਜ਼ਮ ਪੇਸ਼ ਕਰਨ, ਤੇ ਹੁਣ ਅਸੀਂ ਜਾਵਾਂਗੇ ਜੀ ਆਪਣੇ ਪ੍ਰਧਾਨਗੀ ਮੰਡਲ, ਵਾਕਾਰਯੋਗ ਪ੍ਰਧਾਨਗੀ ਮੰਡਲ ਦੇ ਸਾਰੇ ਮੈਂਬਰ, ਤੁਸੀਂ ਆਪਣੀ ਤਿਆਰੀ ਖਿੱਚ ਲਓ ਜੀ, ਤੇ ਕਰਨੈਲ ਸਿੰਘ ਹੋਰਾਂ ਦੀ ਨਜ਼ਮ ਤੋਂ ਬਾਅਦ ਅਸੀਂ ਤੁਹਾਡੇ ਰੂਬਰੂ ਹੋਵਾਂਗੇ। ਕਰਨੈਲ ਸਿੰਘ ਜੀ ਸਾਰਿਆਂ ਨੂੰ ਦਿਓਗੇ ਟਾਈਮ ਕਿ ਬਸ ਤੁਸੀਂ ਵੀ ਜੇ ਲੈਣਾ ਤੇ ਲੈ ਲਓ, ਬਸ ਇੱਕ ਇੱਕ ਨਜ਼ਮ ਦੇ ਨਾਲ। ਹਾਂਜੀ ਆਵਾਜ਼ ਆਉਂਦੀ ਹੈ ਜੀ? ਆਵਾਜ਼ ਆਉਂਦੀ, ਬਸ ਇੱਕ ਨਜ਼ਮ 2-3 ਮਿੰਟ ਤੋਂ ਜ਼ਿਆਦਾ ਨਹੀਂ ਮੈਂ ਟਾਈਮ। ਪਹਿਲਾਂ ਤੂੰ ਇੱਕ ਇੱਕ ਰੱਖਣੀ ਸੀ, ਪਹਿਲਾਂ ਦੋ ਰੱਖੀਆਂ ਤੇ ਫਿਰ ਲੇਟ ਹੋ ਜਾਂਦੇ ਆ। ਮੈਂ ਥੋੜਾ ਠੀਕ ਨਹੀਂ, ਇਸ ਕਰਕੇ ਮੈਂ ਲਾਉਂਗਾ ਹੀ ਥੋੜਾ ਟਾਈਮ। ਹਾਂਜੀ ਹਾਂਜੀ ਹੈਲੋ ਆਵਾਜ਼ ਆ ਰਹੀ ਜੀ? ਹਾਂਜੀ ਸਭ ਦੀ ਆ ਰਹੀ ਹੈ। ਹਾਂਜੀ ਤੁਹਾਡੀ ਆ ਰਹੀ ਹੈ ਜੀ। ਹਾਂਜੀ ਹਾਂਜੀ ਮੈਂ ਰੁਬਾਈ ਕਹਿਣ ਲੱਗਾ ਮਾਂ ਦੇ। ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਭੈਣ ਭਰਾਵਾਂ ਨੂੰ। ਤੇ ਮੈਂ ਹੁਣ ਮਾਂ ਦੀ ਹੀ ਮਾਂ ਦਾ ਗੀਤ ਕਹਿਣ ਲੱਗਾ। ਉਸ ਤੋਂ ਪਹਿਲਾਂ ਇੱਕ ਰੁਬਾਈ ਜੀ। ਆਵਾਜ਼ ਆਉਂਦੀ ਜੀ? ਜੀ ਹਾਂਜੀ। ਮਾਂ ਦੀ ਮਮਤਾ ਮੋਹਣੀ ਮੂਰਤ, ਮਾਂ ਦੀ ਮਮਤਾ ਮੋਹਣੀ ਮੂਰਤ, ਮੋਹ ਦਾ ਜਾਲ ਵਿਛਾਏ, ਅੱਖੀਆਂ ਦੇ ਵਿੱਚ ਭਰੇ ਗਲੇਡੂ, ਅੱਖੀਆਂ ਦੇ ਵਿੱਚ ਭਰੇ ਗਲੇਡੂ, ਪੁੱਤਰ ਤਾਈਂ ਹਸਾਏ ਜੀ। ਢਿੱਡੋਂ ਭੁੱਖੀ ਗੁਰਬਤ ਮਾਰੀ, ਬੇਸ਼ੱਕ ਕਿੰਨੀ ਵੀ ਹੋਵੇ, ਐ ਪਰ ਉਹ ਅਸਪਾਲ ਜਿਹਾਂ ਦੇ ਮੂੰਹ ਵਿੱਚ ਬੁਰਕੀ ਪਾਏ। ਇਹ ਰਵਾਈ ਸੀ। ਮੈਂ ਕਾਫੀ ਤਕੜੇ ਸੰਕਟ ਤੋਂ ਮੁੜ ਕੇ ਆਇਆ, ਮਤਲਬ ਬਿਮਾਰ ਇੰਨਾ ਜ਼ਿਆਦਾ ਹੋ ਗਿਆ ਕਿ ਮੌਤ ਦੀ ਨੇੜੇ ਆ ਗਈ। ਤਾਂ 2 ਲਾਈਨਾਂ ਮੈਂ ਉਹ ਆਪਣੀ ਦਾਸਤਾਂ ਕਹਿਣ ਲੱਗਾ। ਉਸ ਤੋਂ ਬਾਅਦ ਮੈਂ ਕਿਹਾ ਸ਼ੁਕਰਗੁਜ਼ਾਰ ਹੈ ਰੱਬ ਦਾ ਜਿਸਨੇ ਨਵੇਂ ਸਾਹ ਬਖਸ਼ੇ ਨੇ ਮੇਰੇ ਵਾਸਤੇ। ਅੱਜ ਦੀ ਗੱਲ ਹੈ। ਸ਼ੁਕਰਗੁਜ਼ਾਰ ਹੈ ਰੱਬ ਦਾ ਜਿਸਨੇ ਨਵੇਂ ਸਾਹ ਬਖਸ਼ੇ ਨੇ, ਜ਼ਮਾਨੇ ਦੀ ਹਵਾ ਨੇ ਤਾਂ ਮੁੱਕਣ ਦੇ ਰਾਹ ਬਖਸ਼ੇ ਨੇ। ਇੱਕ ਬੁਖਾਰ ਹੀ ਕਹਿਰ ਬਣ ਗਿਆ ਮੇਰੇ ਲਈ ਯਾਰੋ, ਇੱਕ ਬੁਖਾਰ ਹੀ ਸੀ ਕਹਿਰ ਬਣ ਗਿਆ ਮੇਰੇ ਲਈ ਯਾਰੋ, ਸਹਿਣ ਸ਼ਕਤੀ ਵੀ ਦਿੱਤੀ ਹੈ ਪਰ ਉਸਨੇ ਤਣਾਅ ਬਖਸ਼ੇ ਨੇ। ਮੈਂ ਸੱਜਣਾ ਦਾ ਰਿਣੀ ਹਾਂ,
ਜਿਨ੍ਹਾਂ ਮਜਬੂਰ ਕੀਤਾ ਜੀਣ ਲਈ। ਮੈਂ ਸੱਜਣਾ ਦਾ ਨਹੀਂ ਹਾਂ, ਜਿਨ੍ਹਾਂ ਮਜਬੂਰ ਕੀਤਾ ਜੀਣ ਲਈ। ਚਿੱਤਰਗੁਪਤ ਲਈ ਕੁਝ ਮੇਰੇ ਹੱਕ ਦੇ ਗਵਾਹ ਬਖਸ਼ੇ ਨੇ ਜੀ। ਚਿੱਤਰਗੁਪਤ ਲਈ ਕੁਝ ਮੇਰੇ ਹੱਕਾਂ ਦੇ ਗਵਾਹ ਬਖਸ਼ੇ ਨੇ। ਸ਼ਾਇਦ ਮੈਨੂੰ ਮੌਕਾ ਦਿੱਤਾ ਹੈ ਕੁਝ ਹੋਰ ਲਿਖਣ ਦਾ। ਹਾਂਜੀ, ਸ਼ਾਇਦ ਮੈਨੂੰ ਮੌਕਾ ਦਿੱਤਾ ਹੈ ਕੁਝ ਹੋਰ ਲਿਖਣ ਲਈ। 17 ਜ਼ਿੰਦਗੀ ਦੇ ਪਲਾਂ ਵਿੱਚ ਮੇਰੇ ਰਹਿਬਰ ਨੇ ਹੁਣ ਚਾਹ ਬਖਸ਼ੇ ਨੇ। ਹੁਣ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਤੁਹਾਡੀ ਆਵਾਜ਼ ਨਹੀਂ ਆ ਰਹੀ ਕਰਨੈਲ ਸਿੰਘ ਜੀ। ਆਸਾਨ ਕੋਈ ਨਾ, ਮਾਂ ਦਾ ਕਰਜ਼ ਹੈ ਲੱਥਣਾ ਆਸਾਨ ਕੋਈ। ਨੀਂਦ ਆਪਣੀ ਗਵਾ ਕੇ ਹੱਥੀਂ ਝੂਲੇ ਤੂੰ ਚਲਾਏ। ਨੀਂਦ ਆਪਣੀ ਗਵਾ ਕੇ ਹੱਥੀਂ ਝੂਲੇ ਤੂੰ ਚਲਾਏ। ਆਪ ਗਿੱਲੀ ਥਾਂ ਤੇ ਸੋਵੇ ਸਾਨੂੰ ਸੁੱਕੀ ਥਾਂ ਤੇ ਪਾਏ। ਤੇਰੀ ਮਮਤਾ ਦਾ ਵੇਰਵਾ ਬਿਆਨ ਕੋਈ ਨਾ, ਰਿਸ਼ਤਾ ਮਾਂ ਜਿਹਾ ਜਗ ਤੇ ਮਹਾਨ ਕੋਈ। ਜੀ, ਮਾਂ ਦਾ ਕਰਜ਼ ਹੈ ਲੱਥਣਾ ਆਸਾਨ ਕੋਈ ਨਾ। ਇਹਦੇ ਦੁੱਧ ਵਾਲਾ ਕਰਜ਼ ਸਾਥੋਂ ਅਦਾ ਕਿਵੇਂ ਹੋਊ ਜੀ। ਇਹਦੇ ਦੁੱਧ ਵਾਲਾ ਕਰਜ਼ ਸਾਥੋਂ ਅਦਾ ਕਿਵੇਂ ਹੋਊ। ਜੇਕਰ ਮਾਂ ਹੈ ਨਾਰਾਜ਼ ਖੁਸ਼ ਖੁਦਾ ਕਿਵੇਂ ਹੋਊ। ਜੇਕਰ ਮਾਂ ਹੈ ਨਾਰਾਜ਼ ਖੁਸ਼ ਖੁਦਾ ਕਿਵੇਂ ਹੋਊ। ਵੱਡਾ ਇਸ ਨਾਲੋਂ ਹੋਰ ਅਹਿਸਾਨ ਕੋਈ ਨਾ, ਮਾਂ ਦਾ ਕਰਜ਼ ਲੱਥਣਾ ਆਸਾਨ ਕੋਈ ਨਾ। ਥੈਂਕ ਯੂ ਕਰਨੈਲ ਸਿੰਘ। ਜਾਜਾ ਮੰਦਿਰ ਸ਼ਿਵਾਲੇ, ਹਾਂਜੀ, ਜਾਜਾ ਮੰਦਿਰ ਸ਼ਿਵਾਲੇ ਸ਼ੋਭਾ ਗਾਈ ਜਾਣਾ ਹੈ। ਠਾਂ ਪੂਜਣ ਦੀ ਮਾਂ ਤੋਂ ਦੂਰੀ ਪਾਈ ਜਾਣਾ ਹੈ। ਠਾਠ ਤੀਰਥ ਵੀ ਇਸ ਦੇ ਸਮਾਨ ਕੋਈ ਨਾ। ਮਾਂ ਦਾ ਕਰਜ਼ ਹੈ ਲੱਥਣਾ ਆਸਾਨ ਕੋਈ। ਮਾਂ ਦਾ ਕਰਜ਼ ਹੈ ਲੱਥਣਾ ਆਸਾਨ ਕੋਈ ਨਾ। ਕਾਂ ਚਿੜੀ ਦੀ ਕਹਾਣੀ ਜੋ ਸੁਣਾਉਂਦੀ ਰਾਤ ਨੂੰ। ਕਾਂ ਚਿੜੀ ਦੀ ਕਹਾਣੀ ਜੋ ਸੁਣਾਉਂਦੀ ਰਾਤ ਨੂੰ। ਅੱਜ ਸੁਣਦੇ ਨਹੀਂ ਬੱਚੇ ਦਾਦੀ ਮਾਂ ਦੀ ਬਾਤ। ਅੱਜ ਸੁਣਦੇ ਨਹੀਂ ਬੱਚੇ ਦਾਦੀ ਮਾਂ ਦੀ ਬਾਤ ਨੂੰ। ਹਵਾ ਪਛਣੀ ਬਗੀ ਦਾ ਸਮਾਧਾਨ ਨਹੀਂ ਹੋਣਾ। ਮਾਂ ਦਾ ਕਰਜ਼ ਹੈ ਲੱਥਣਾ ਆਸਾਨ ਕੋਈ ਨਾ। ਰਿਸ਼ਤਾ ਮਾਂ ਜਿਹਾ ਜਗ ਤੇ ਮਹਾਨ ਕੋਈ। ਬੋੜ ਪਿੱਪਲ ਤੋਂ ਠੰਡੀ ਜੀ ਦੀ ਛਾਂ ਹੋਣ ਦੀ ਉਹ ਹੋਰ ਨਹੀਂ ਹੈ ਕੋਈ। ਇੱਕੋ ਮਾਂ ਹੋਣ ਦੀ, ਇੱਕੋ ਮਾਂ ਹੋਣ ਦੀ। ਝੂਲਾ ਬਾਹਾਂ ਵਾਲਾ ਸਾਰੇ ਹੀ ਜਹਾਨ ਕੋਈ। ਝੂਲਾ ਸਾਰੇ ਹੀ ਜਹਾਨ ਕੋਈ ਨਾ। ਮਾਂ ਦਾ ਕਰਜ਼ ਹੈ ਲੱਥਣਾ ਆਸਾਨ ਕੋਈ ਨਾ। ਆਖਰੀ ਹੈ ਕਿ ਮਾਪੇ ਦਿੱਤੀਆਂ ਦੁਆਵਾਂ ਜੀ ਅਸੀਂ ਭੁੱਲੇ ਬੈਠੇ ਹਾਂ। ਜੀ, ਮਾਪੇ ਦੇਣ ਜੋ ਦੁਆਵਾਂ ਅਸੀਂ ਭੁੱਲੇ ਬੈਠੇ ਹਾਂ। ਨਵੇਂ ਤਣੇ ਜੋ ਤਾਣੇ ਵਿੱਚ ਰੁੜੇ ਬੈਠੇ ਹਾਂ। ਕਵੀ ਅਸਪਾਲ ਤਾਈਂ ਵੀ ਪਛਾਣ ਨਹੀਂ ਹੋਣਾ। ਕਵੀ ਅਸਪਾਲ ਤਾਈਂ ਵੀ ਪਛਾਣ ਨਹੀਂ ਹੋਣਾ। ਰਿਸ਼ਤਾ ਮਾਂ ਜਿਹਾ ਜਗ ਤੇ ਮਹਾਨ ਕੋਈ ਨਾ। ਮਾਂ ਦਾ ਕਰਜ਼ ਹੈ ਲੱਥਣਾ ਆਸਾਨ ਕੋਈ ਨਾ। ਮਾਂ ਦਾ ਕਰਜ਼ ਹੈ ਲੱਥਣਾ ਆਸਾਨ। ਮੈਂ 2-3 ਮਿੰਟ ਲਾਇਆ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ, ਥੈਂਕ ਯੂ। ਰਾਣਾ ਚਾਨਾ ਜੀ ਤੁਸੀਂ ਆਪਣੇ 2 ਮਿੰਟ, ਬਸ 2 ਮਿੰਟ ਤੱਕ, ਕਿਉਂਕਿ ਸਾਡਾ ਟਾਈਮ 1 ਮਿੰਟ ਦੀ ਗੱਲ ਹੈ। 1 ਮਿੰਟ ਦੀ ਗੱਲ ਹੋਰ ਥੋੜੀ ਜੀ। ਇਹ ਸਾਨੂੰ ਖੁਸ਼ੀ ਦੀ ਗੱਲ ਹੈ ਇੱਕ। ਜੇਦੂ ਸਾਹਿਬ ਤੁਹਾਡਾ ਕਰਨੈਲ ਸਾਹਿਬ ਤੁਹਾਡਾ ਟਾਈਮ ਹੋ ਗਿਆ ਜੀ। 2 ਮਿੰਟ ਦਿੱਤੇ। ਅੱਛਾ ਜੀ, ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ। ਫੇਰ ਕਰ ਲਾਂਗੇ। ਹੈਲੋ, ਅੱਛਾ, ਮੈਂ ਸੰਗੀਤਾ ਸ਼ਰਮਾ ਕੁੰਦਰਾ। ਸਰਜੀਤ ਜੀ ਮੈਨੂੰ ਟਾਈਮ ਦਿਓਗੇ ਜੀ 1 ਮਿੰਟ। ਹਾਂਜੀ ਹਾਂਜੀ, ਰਾਣਾ ਜੀ ਤੁਸੀਂ ਪਲੀਜ਼ 2 ਮਿੰਟ ਦੇ ਵਿੱਚ ਖਤਮ ਕਰਨਾ, ਸਾਡਾ ਸਮਾਂ ਹੋ ਰਿਹਾ ਹੈ। ਜੀ ਅੱਗੇ ਤੋਂ ਇਉਂ ਹੈ ਬੇਨਤੀ ਹੈ ਕਿ ਤੁਸੀਂ 1 ਦਾ ਟਾਈਮ ਦਿਓ। ਪਹਿਲਾਂ 2 ਦੇ ਟਾਈਮ ਦੇ ਦਿੱਤੇ ਤੇ ਦੂਜਾ ਨਹੀਂ, ਅਸੀਂ ਉਹ ਜਿਹੜੇ ਨੇ ਉਹ ਸਕੇਜੂਲਡ ਨੇ। ਤੁਹਾਨੂੰ ਅਸੀਂ ਐਕਸਟਰਾ ਤੁਸੀਂ ਕਿਹਾ ਕਰਕੇ ਤੇ ਅਸੀਂ ਤੁਹਾਡੀ ਬੇਨਤੀ ਥੈਂਕਸ ਜੀ, ਥੈਂਕਸ ਤੁਹਾਡਾ, ਥੈਂਕਸ ਜੀ। ਉਹ ਸਾਰੀ ਸਕੇਜੂਲਡ ਨੇ, ਸਿਰਫ ਉਹਨੇ ਹੀ ਬੋਲਣੇ ਸੀ ਨਵੀਨ ਤੱਕ। ਸੁਰਜੀਤ ਜੀ, ਤੁਹਾਨੂੰ ਐਕਸਟਰਾ ਟਾਈਮ ਦੇ ਰਹੇ ਹਾਂ, ਠੀਕ ਹੈ। ਤੁਸੀਂ ਹਾਂਜੀ ਜੀ, ਹੁਣ ਜੀ ਸਾਰੇ ਮਿਊਟ ਹੈਗੇ ਆ। ਹਾਂਜੀ ਸੁਰਜੀਤ ਜੀ, ਹਾਂਜੀ ਇੱਕ ਬੇਨਤੀ ਆ ਕਿ ਆਪਾਂ ਜਿਹੜੇ ਸਕੇਜੂਅਲ ਪੋਇਟ ਸੀਗੇ ਨਾ, ਉਹਨਾਂ ਤੋਂ ਜਦੋਂ ਬਾਹਰ ਆਏ ਆ ਤਾਂ ਤੁਸੀਂ ਉਹਦਾ ਨਤੀਜਾ ਦੇਖ ਲਿਆ ਵੀ ਉਹ ਗਿਲਾ ਕਰਨ ਲੱਗ ਪਏ ਆ ਕਿ ਪਹਿਲਿਆਂ ਨੂੰ ਜ਼ਿਆਦਾ ਟਾਈਮ ਦਿੱਤਾ ਤੇ ਸਾਨੂੰ ਘੱਟ ਦਿੱਤਾ ਹੈਗਾ। ਉਹਨਾਂ ਨੂੰ ਇਹ ਰਿਅਲਾਈਜ਼ ਕਰਾਓ ਵੀ ਸਕੇਜੂਅਲ ਜਿਹੜਾ ਕਵੀ ਦਰਬਾਰ ਸੀਗਾ ਉਹਦੀ ਜਿਹੜਾ ਪੋਸਟਰ ਤੁਹਾਨੂੰ ਭੇਜਿਆ ਸੀਗਾ ਉਹ ਖਤਮ ਹੋ ਗਿਆ। ਉਹਦੇ ਉੱਤੇ ਨਾਂ ਲਿਖੇ ਸੀਗੇ। ਹਾਂਜੀ ਹਾਂਜੀ, ਤੇ ਇਸ ਕਰਕੇ ਉਹਨਾਂ ਨੂੰ ਵਕਤ ਦਿੱਤਾ। ਚੰਗੀ ਗੱਲ, ਕੋਈ ਗੱਲ ਨਹੀਂ, ਉਹ ਸਾਰੇ ਸੁਣ ਰਹੇ ਨੇ, ਆਏ ਨੇ, ਕੋਈ ਗੱਲ ਨਹੀਂ। ਦੋਨੋਂ ਬੜੀ ਸੋਹਣੀ ਗੱਲ ਆ ਜੀ, ਪਰ ਉਹਨਾਂ ਦਾ ਇਹ ਗਿਲਾ ਨਹੀਂ ਬਣਦਾ ਕਿ ਸਾਨੂੰ ਘੱਟ ਟਾਈਮ ਦਿੱਤਾ ਜੀ, ਪਹਿਲਿਆਂ ਨੂੰ ਜ਼ਿਆਦਾ ਦਿੱਤਾ ਹੈਗਾ। ਪਲੀਜ਼ ਸੋਹਣ ਸਿੰਘ ਜੀ ਤੋਂ ਬਾਅਦ ਸਾਡਾ ਜਿਹੜਾ ਪ੍ਰਧਾਨਗੀ ਮੰਡਲ ਹੈ
ਉਸ ਤੋਂ ਬਾਅਦ ਹੁਣ ਅਸੀਂ ਕਿਸੇ ਨੂੰ ਟਾਈਮ ਨਹੀਂ ਦੇਵਾਂਗੇ। ਬਾਜੀ ਮੈਂ ਕਮੈਂਟ ਬੋਲੂੰਗਾ ਜੀ। ਹਾਂਜੀ ਹਾਂਜੀ ਰਾਣਾ ਚਾਨਾ ਜੀ। ਹਾਂਜੀ ਜਿਸ ਤਰ੍ਹਾਂ ਜੀ ਮਾਂ ਦੇ ਕਿੰਨੇ ਰੂਪ ਹੁੰਦੇ ਹਨ ਜੀ। ਮੈਂ ਮਾਂ ਨੂੰ ਅਣਜੰਮੀ ਬੱਚੀ ਦੀ ਪੁਕਾਰ ਜੀ ਮੈਂ ਗੀਤ ਗਾ ਕੇ ਗਾਉਣਾ ਸੀ, ਪਰ ਕਿਉਂਕਿ ਗਾਉਣ ਨੂੰ ਜ਼ਿਆਦਾ ਟਾਈਮ ਲੱਗਦਾ, ਮੈਂ ਪੜ੍ਹ ਕੇ ਸੁਣਾਉਣਾ। ਨਹੀਂ ਤੁਸੀਂ ਗਾ ਲਓ, ਕੋਈ ਗੱਲ ਨਹੀਂ। ਇਹ ਟਾਈਮ ਥੋੜਾ ਜਿਹਾ ਜ਼ਿਆਦਾ ਲੱਗ ਜਾਣਾ। ਅੱਛਾ ਜੀ। ਕੁੱਖ ਚ ਨਾ ਮਾਰ ਮੈਨੂੰ, ਕੁੱਖ ਚ ਨਾ ਮਾਰ, ਸੁਣ ਲੈ ਪੁਕਾਰ ਨੀਵਾਂ, ਸੁਣ ਲੈ ਪੁਕਾਰ। ਹਾਂ। ਕੁੱਖ ਚ ਨਾ ਮਾਰ ਮੈਨੂੰ, ਕੁੱਖ ਚ ਨਾ ਮਾਰ, ਸੁਣ ਲੈ ਪੁਕਾਰ ਨੀਵਾਂ, ਸੁਣ ਲੈ ਪੁਕਾਰ। ਜੀ ਹੱਥ ਜੋੜ ਕਰਾਂ ਤੈਨੂੰ ਅੱਜ ਅਰਜ਼ੋਈ ਮਾਂ, ਕਿਸ ਗੱਲੋਂ ਮੇਰੇ ਨਾਲ ਹੋਈ ਨਰਮੋਹੀ ਮਾਂ। ਜੀ ਪੁੱਤ ਰੱਖੇ ਸਾਂਭ ਮੈਨੂੰ ਠੋਕਰਾਂ ਨਾ ਮਾਰ, ਸੁਣ ਲੈ ਪੁਕਾਰ ਨੀਵਾਂ, ਸੁਣ ਲੈ ਪੁਕਾਰ। ਝੂਠ ਕਹਿੰਦੇ ਲੋਕੀ ਧੀਆਂ ਪੁੱਤਾਂ ਤੋਂ ਪਿਆਰੀਆਂ, ਕੀ ਇਹ ਹੈ ਪਿਆਰ ਧੀਆਂ ਕੁੱਖਾਂ ਵਿੱਚ ਮਾਰੀਆਂ। ਜੀ ਮੈਨੂੰ ਮਾਰ ਬਣ ਜਾਏਗੀ ਨੀ ਤੂੰ ਕੁੜੀ ਮਾਰ, ਸੁਣ ਲੈ ਪੁਕਾਰ ਨੀਵਾਂ, ਸੁਣ ਲੈ ਪੁਕਾਰ। ਜੀ ਮੈਨੂੰ ਪਾਲਣੇ ਦਾ ਮੁੱਲ ਕਿਸੇ ਕੋਲੋਂ ਲੈ ਲਵੀਂ, ਵਿਆਹੁਣ ਦੀ ਥਾਂ ਮੈਨੂੰ ਵੇਚ ਮੁੱਲ ਲੈ ਲਵੀਂ। ਜੀ ਤੋਰੀ ਕਿੰਨੀ ਪਤਲੀ ਸਿਰ ਦੇ ਕੇ ਪਿਆਰ, ਕੁੱਖ ਚ ਨਾ ਮਾਰ ਮੈਨੂੰ, ਕੁੱਖ ਚ ਨਾ ਮਾਰ। ਕੁੜੀ ਮਾਰ ਬਾਪੂ ਕਹਿੰਦਾ ਵੀਰ ਜਾ ਕੇ ਘੱਲ ਦੇ, ਕੁੜੀ ਮਾਰ ਬਾਪੂ ਕਹਿੰਦਾ ਵੀਰ ਜਾ ਕੇ ਘੱਲ ਦੇ। ਵੀਰ ਤੁਰ ਆਇਆ ਪਾਉ ਕੌਣ ਨੀਰ ਠੱਲ ਵੇ, ਪੁੱਤਰਾਂ ਤੋਂ ਪਹਿਲਾਂ ਆਪਣੀ ਸੋਚ ਸਵਾਰ, ਸੁਣ ਲੈ ਪੁਕਾਰ ਨੀਵਾਂ, ਸੁਣ ਲੈ ਪੁਕਾਰ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ, ਤੁਸੀਂ ਬਹੁਤ ਥੋੜਾ ਟਾਈਮ ਲਿਆ। ਹਾਂਜੀ ਲਾਸਟ ਮਿਸ਼ਰਾ ਜੀ। ਪੁੱਤਰਾਂ ਤੋਂ ਬਿਨਾਂ ਰਾਣੇ ਸਾਰੇ ਇਹੋ ਕਹਿੰਦੇ ਨੇ, ਧੀਆਂ ਨੂੰ ਤੋੜ ਕੇ ਤੇ ਪੁੱਤ ਲੈ ਲੈਂਦੇ ਨੇ। ਪੁੱਤਰਾਂ ਤੋਂ ਬਿਨਾਂ ਰਾਣੇ ਸਾਰੇ ਇਹੋ ਕਹਿੰਦੇ ਨੇ, ਧੀਆਂ ਨੂੰ ਤੋੜ ਕੇ ਤੇ ਪੁੱਤ ਲੈ ਲੈਂਦੇ ਨੇ। ਫਰਕ ਧੀਆਂ ਪੁੱਤਰਾਂ ਦਾ ਦਿਲ ਚੋਂ ਬਸਾਰ, ਸੁਣ ਲੈ ਪੁਕਾਰ ਨੀਵਾਂ, ਸੁਣ ਲੈ ਪੁਕਾਰ। ਕੁੱਖ ਚ ਨਾ ਮਾਰ ਮੈਨੂੰ, ਕੁੱਖ ਚ ਨਾ ਮਾਰ। ਥੈਂਕ ਯੂ ਜੀ। ਸੋ ਇਹ ਹੈ ਜੀ ਮੇਰੀ। ਥੈਂਕ ਯੂ ਜੀ। 2 ਮਿੰਟ ਤੋਂ ਪਹਿਲਾਂ ਖਤਮ ਕਰਾਂਗੇ ਜੀ। ਮੈਂ ਸੰਗੀਤਾ ਸ਼ਰਮਾ ਆ ਰਹੀ ਜੀ। ਹਾਂਜੀ ਹਾਂਜੀ। ਹੈਲੋ। ਇਸ ਤੋਂ ਬਾਅਦ ਅਸੀਂ ਟਾਈਮ ਨਹੀਂ ਦੇ ਸਕਦੇ। ਨੈਕਸਟ ਟਾਈਮ ਜਿਹੜਾ ਸੀ ਹਰ ਮਹੀਨੇ ਅਸੀਂ ਇਹ ਕਵੀ ਦਰਬਾਰ ਕਰਿਆ ਕਰਨਾ। ਤੁਸੀਂ ਆਪਣੇ ਨਾਮ ਜਿਹੜੇ ਰਮਿੰਦਰ ਵਾਲੀਆ ਜੀ ਨੂੰ ਦੇ ਦਿਓ ਤੇ ਨੈਕਸਟ ਟਾਈਮ ਅਸੀਂ ਤੁਹਾਨੂੰ ਲਵਾਂਗੇ। ਜੀ ਆਵਾਜ਼ ਆ ਰਹੀ ਜੀ ਮੇਰੀ? ਹਾਂਜੀ ਹਾਂਜੀ ਮਾਂ ਤੇ ਛੋਟੀ ਜੀ ਬੋਲਣ ਲੱਗਾ ਮੈਂ। ਹਾਂਜੀ ਹਾਂਜੀ ਸੁਰਜੀਤ ਜੀ। ਹਾਂਜੀ ਹੈਲੋ ਬਲਦੀਪ ਜੀ ਤੁਸੀਂ ਆਪਣੇ ਆਪ ਨੂੰ ਮਿਊਟ ਕਰ ਲਓ ਪਲੀਜ਼। ਹਾਂਜੀ ਹਾਂਜੀ मेरी आवाज आ रही जी? आ रही है जी, आ रही है। ਆਪਣੇ ਮੂੰਹ ਦੇ ਟੁਕੜੇ ਕੱਢ ਕੇ ਬੱਚਿਆਂ ਦੇ ਮੂੰਹ ਪਾਉਂਦੀਆਂ ਨੇ। ਸੁਖੀ ਵਸਣ ਇਹ ਚੰਨ ਮੇਰੇ ਮੁਖੋਂ ਇਹ ਸਭ ਗਾਉਂਦੀਆਂ ਨੇ। ਗਿੱਲੀ ਥਾਂ ਦੇ ਉੱਤੇ ਪੈ ਕੇ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਨੇ। ਨਾਲ ਹੀ ਗਿਲਾ ਵੀ ਕਰਦੀਆਂ ਨੇ, ਪਰ ਫਿਰ ਵੀ ਗਲ ਨਾਲ ਲਾਉਂਦੀਆਂ ਨੇ। ਆਪਣੇ ਮੂੰਹ ਦੇ ਟੁਕੜੇ ਕੱਢ ਕੇ ਬੱਚਿਆਂ ਦੇ ਮੂੰਹ ਪਾਉਂਦੀਆਂ ਨੇ। ਮਾਂ ਬਣਨ ਦੇ ਲਈ ਇਹ ਆਪਣੀ ਜ਼ਿੰਦਗੀ ਦਾ ਤੇ ਲਾਉਂਦੀਆਂ ਨੇ। ਘਰ ਦਾ ਕਹਿੰਦੀਆਂ ਵਾਰਸ ਆਵੇ, ਹਰ ਪਰ ਦਿਲ ਵਿੱਚ ਚਾਹੁੰਦੀਆਂ ਨੇ। ਮਾਵਾਂ ਹੁੰਦੀਆਂ ਠੰਡੀਆਂ ਛਾਵਾਂ, ਘਰ ਪਰਿਵਾਰ ਲਿਆਉਂਸੀਆਂ ਪਾਉਂਦੀਆਂ ਨੇ। ਆਪਣੇ ਮੂੰਹ ਦੇ ਟੁਕੜੇ ਕੱਢ ਕੇ ਬੱਚਿਆਂ ਦੇ ਮੂੰਹ ਪਾਉਂਦੀਆਂ ਨੇ। ਬੱਚਾ ਜਦ ਵੀ ਜਿੱਦ ਕਰਦਾ ਹੈ, ਗੁੱਸੇ ਵੀ ਹੋ ਜਾਂਦੀਆਂ ਨੇ। ਗੁੱਸੇ ਹੋ ਕੇ ਪਿਆਰ ਜਤਾ ਕੇ ਰੁੱਸੇ ਨੂੰ ਮਨਾਉਂਦੀਆਂ ਨੇ। ਤੇਰੇ ਲਈ ਮੈਂ ਕੀ ਲਿਖਾਂ, ਮੇਰੀ ਸਮਝ ਵਿੱਚ ਕੁਝ ਆਉਂਦਾ ਨਹੀਂ। ਜਦ ਤੋਂ ਘਰ ਵਿੱਚ ਹੈ ਨੀ ਮਾਤਾ, ਕੰਧਾਂ ਖਾਣ ਨੂੰ ਆਉਂਦੀਆਂ ਨੇ। ਆਪਣੇ ਮੂੰਹ ਦੇ ਟੁਕੜੇ ਕੱਢ ਕੇ ਬੱਚਿਆਂ ਦੇ ਮੂੰਹ ਪਾਉਂਦੀਆਂ ਨੇ। ਤੇਰੇ ਨਾਲ ਮੈਂ ਲੜ ਲੈਂਦਾ ਸੀ,
ਹੁਣ ਤੂੰ ਕਿੱਥੋਂ ਆਵੇਂ, ਕਿਸ ਦੇ ਨਾਲ ਮੈਂ ਦੁੱਖ ਸੁੱਖ ਕਰ ਲਾਂ, ਤੇਰੇ ਬਿਨ ਮੈਨੂੰ ਕੌਣ ਸਮਝਾਵੇ। ਕੋਲ ਬੈਠ ਸੀ ਗੱਲਾਂ ਕਰਦੇ, ਬਿਠਾ ਕੇ ਮਾਵਾਂ ਸਮਝਾਉਂਦੀਆਂ ਨੇ। ਸੋਹਣ ਸਿੰਘ ਕੇ ਰੋਜ਼ ਯਾਦ ਕਰ ਹੁੰਦਾ, ਤੇਰੀਆਂ ਨਸੀਹਤਾਂ ਚੇਤੇ ਆਉਂਦੀਆਂ ਨੇ। ਆਪਣੇ ਮੂੰਹ ਦੇ ਟੁਕੜੇ ਕੱਢ ਕੇ ਬੱਚਿਆਂ ਦੇ ਮੂੰਹ ਪਾਉਂਦੀਆਂ ਨੇ। ਬਹੁਤ ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਹਾਂਜੀ, ਹੁਣ ਰਮਿੰਦਰ ਰਮੀ ਜੀ ਤੁਸੀਂ ਸੁਣਾਓਗੇ ਕੋਈ ਕਵਿਤਾ ਆਪਣੀ? ਹਾਂਜੀ ਸੁਰਜੀਤ ਜੀ, ਮੈਂ ਵੀ ਬੈਠੀ ਹੋਈ ਹਾਂ। ਹਾਂਜੀ ਹਾਂਜੀ, ਦੇਖ ਲੈ। ਹਾਂਜੀ ਰਮਿੰਦਰ ਤੁਸੀਂ ਸੁਣਾਓ ਹੁਣ। ਨਹੀਂ ਸੁਖਜੀਤ ਜੀ, ਸਾਡੇ ਗੈਸਟ ਜਿਹੜੇ ਉਹਨਾਂ ਨੂੰ ਕਹਿ ਦਿਓ, ਬਹੁਤ ਟਾਈਮ ਹੋ ਗਿਆ। ਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਮਿੰਦਰ ਜੀ। ਹਾਂ ਠੀਕ ਹੈ ਜੀ, ਠੀਕ ਹੈ, ਸਤਿ ਸ਼੍ਰੀ ਅਕਾਲ ਹੋ ਗਈ। ਤੇ ਰਮਿੰਦਰ ਜੀ ਪਲੀਜ਼ ਤੁਸੀਂ ਕੋਈ ਸੁਣਾਣੀ ਕਵਿਤਾ ਤੇ ਸੁਣਾ ਦਿਓ ਜਲਦੀ ਜਲਦੀ। ਮੈਂ ਧੰਨਵਾਦ ਕਰ ਦਾਂਗੀ, ਟਾਈਮ ਹੋ ਗਿਆ ਜਿਹੜੇ ਸਾਡੇ ਹਾਂ ਟਾਈਮ ਹੋ ਗਿਆ ਨਾ। ਹਾਂਜੀ ਹਾਂਜੀ ਟਾਈਮ ਦੇ ਦਿਓ ਉਹਨਾਂ ਨੂੰ ਜੀ। ਸਤਿ ਸ਼੍ਰੀ ਅਕਾਲ ਕਾਲੋ ਜੀ। ਸਰ ਤੁਸੀਂ ਕੁਝ ਕਹਿ ਰਹੇ ਹੋ, ਆਪਣੇ ਆਪ ਨੂੰ ਅਨਮਿਊਟ ਕਰੋ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵਿੰਦਰ ਕੌਰ ਦੁਬਈ ਤੋਂ ਜੀ। ਹਾਂਜੀ ਐਕਚੁਅਲੀ ਅੱਜ ਸਾਨੂੰ ਪੰਜਾਬੀ ਭਾਸ਼ਾ ਅਨਮਿਊਟ ਕਰੋ। ਅਨਮਿਊਟ ਹੈ ਜੀ ਮੈਂ। ਕਾਲੋ ਸਾਹਿਬ ਜਗੀਰ ਸਿੰਘ ਕਾਲੋ, ਪ੍ਰੋਫੈਸਰ ਜਗੀਰ ਸਿੰਘ ਕਾਲੋ, ਉਹ ਕੁਝ ਕਹਿ ਰਹੇ ਨੇ ਪਰ ਸੁਣ ਨਹੀਂ ਰਿਹਾ। ਹਾਂਜੀ ਪਰਦਾ ਜੀ ਆਜ ਆ ਰਹੀ ਜੀ। ਹਾਂਜੀ ਹਾਂਜੀ ਨਹੀਂ ਆ ਰਹੀ। ਇਹ ਅਨਮਿਊਟ ਹੈ ਨਾ ਜੀ, ਇਹ ਬੰਦ ਕਰਿਆ ਹੋਇਆ ਉਹਨਾਂ ਦਾ। ਹਾਂਜੀ ਮੈਂ ਹੁਣ ਉਸ ਕਵਿਤਰੀ ਨੂੰ ਬੇਨਤੀ ਕਰਾਂਗਾ ਜਿਹਨੇ ਹੇ ਸਖੀ ਪੁਸਤਕ ਲਿਖੀ, ਜਿਹਨੇ ਸ਼ਿਕਸਤ ਰੰਗ ਪੁਸਤਕ ਲਿਖੀ, ਜਿਹਨੇ ਕਹਾਣੀਆਂ ਦੇ ਵਿੱਚ ਪਾਰਲੇ ਪੁਲ ਕਹਾਣੀ ਸੰਗ੍ਰਹਿ ਲਿਖਿਆ, ਔਰ ਜਿਨ੍ਹਾਂ ਨੇ ਇਹ ਪ੍ਰੋਗਰਾਮ ਜਿਹੜਾ ਹੈ ਅਸਲ ਦੇ ਵਿੱਚ ਇਹ ਜਿਹੜਾ ਜੀ ਇਹਨਾਂ ਦੀ ਰਮਿੰਦਰ ਵਾਲੀਆ ਭੈਣ ਜੀ ਤੇ ਸੁਰਜੀਤ ਕੌਰ ਭੈਣ ਜੀ ਦਾ ਇਹ ਵਿਉਂਤਿਆ ਹੋਇਆ ਪ੍ਰੋਗਰਾਮ ਆ। ਔਰ ਮੈਨੂੰ ਬੜੀ ਖੁਸ਼ੀ ਆ ਕਿ ਦੁਨੀਆ ਭਰ ਤੋਂ ਸਾਡੇ ਨਾਲ ਕਵੀ ਸ਼ਾਮਲ ਹੋਏ ਆ। ਮੈਨੂੰ ਭਲੀ ਭਾਂਤ ਪਤਾ ਹੈ ਕਿ ਕਵਿਤਾ ਲਿਖ ਕੇ ਉਹਨੂੰ ਸਾਂਭਣਾ ਬੜਾ ਮੁਸ਼ਕਲ ਹੁੰਦਾ, ਸੁਣਾਉਣ ਲਈ ਮਨ ਉਤਾਵਲਾ ਹੁੰਦਾ, ਪਰ ਸਮੇਂ ਦੀ ਪਾਬੰਦੀ ਹੈ, ਵਕਤ ਦੀ ਪਾਬੰਦੀ ਹੈ। ਅਸੀਂ ਉਹਨਾਂ ਦੋਸਤਾਂ ਸਾਰਿਆਂ ਕੋਲੋਂ ਮਾਫੀ ਮੰਗਦੇ ਹਾਂ ਜਿਹਨੂੰ ਦਿੱਤਾ ਜਾ ਸਕਿਆ। ਔਰ ਜਿਵੇਂ ਸੁਰਜੀਤ ਭੈਣ ਜੀ ਨੇ ਦੱਸਿਆ ਕਿ ਹਰ ਮਹੀਨੇ ਕਵੀ ਦਰਬਾਰ ਹੋਇਆ ਕਰੇਗਾ, ਉਹਨਾਂ ਨੂੰ ਸ਼ਾਮਲ ਕੀਤਾ ਜਾਏਗਾ। ਅਗੇਨ ਉਹਨਾਂ ਕੋਲੋਂ ਮਾਫੀ ਹੈ ਜੀ। ਮੈਂ ਹੁਣ ਸੁਰਜੀਤ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਇੱਕ ਨਜ਼ਮ ਪੇਸ਼ ਕਰਨ। ਸੁਰਜੀਤ ਜੀ। ਕਾਲੋ ਸਾਹਿਬ ਮੈਂ ਆਪਣਾ ਟਾਈਮ ਜਿਹੜੇ 3 ਹੋਰ ਮਹਿਮਾਨ ਸੀ ਉਹਨਾਂ ਨੂੰ ਦੇ ਦਿੱਤਾ। ਮੇਰੇ ਖਿਆਲ ਅਸੀਂ ਅੱਗੇ ਚੱਲੀਏ ਹੁਣ। ਠੀਕ ਆ ਜੀ, ਫਿਰ ਤੁਸੀਂ ਸੁਣਾ ਦਿਓ। ਸੁਣਾਓ ਕਾਲੋ ਸਾਹਿਬ। ਸੁਣਾ ਦਿਓ। ਨਹੀਂ ਜੀ ਨਹੀਂ, ਮੇਰੇ ਤੋਂ ਪਹਿਲਾਂ ਉਮਿੰਦਰ ਜੀ ਨੇ, ਫਿਰ ਆਪਣੇ ਰਤਿੰਦਰ ਸੰਧੂ ਜੀ ਨੇ, ਸੁਰਜੀਤ ਭੈਣ ਜੀ ਉਹਨਾਂ ਨੂੰ ਰਿਕੁਐਸਟ ਕਰਨਗੇ, ਉਮਿੰਦਰ ਜੀ ਨੂੰ ਔਰ ਰਤਿੰਦਰ ਜੀ ਨੂੰ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਪਹਿਲਾਂ ਸੁਣਾ ਦਿਓ। हाँ छोटी जी सुना दो प्लीज। ओके जी ओके जी ओके। मेरी छोटी जी नज़म है जी माँ। एक्चुअली मेरी नज़म का नाम है 9 सुफने। चढ़दे सूरज दा संदूरी रंग मिट्टी दी खामोशी च घुल गया। चढ़दे दा संदूरी रंग मिट्टी दी खामोशी च घुल गया। धरती अते अंबर दा गंधर्व होया। टिक 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 समा तुरिया। सिप्पी नींदरों जाग पई। उसदे रूप दे घुंघरू छण के बीज ने अंगड़ाई लई। उसदे रूप दे घुंघरू छण के बीज ने अंगड़ाई लई। उसदी धुनी हेठां हलचल होई। उसने सलाइयां चुक लईयां ते कोई गीत बुनन लगी। उसने सलाइयां चुक लईयां ते कोई गीत बुनन लगी। घुरे दर घुरे उसने 9 सुफने बुने। 10वां सुफना उसनू जद आया। झोली विच एक मोती थ्याया। अपनी पूरी हस्ती नाल उसने सिरजना दा एक गीत गाया। अपनी पूरी हस्ती नाल उसने सिरजना दा एक गीत गाया। लोरियां गुणगुणाउंदी उसदी हर रात। सीने उसदे चो सिमदा अमृत
ਪੂਰੇ ਚੰਨ ਨਾਲ ਭਰ ਜਾਂਦੀ ਉਸ ਦੀ ਬਰਾਤ। ਵਿਸਮਾਦਿਤ ਹੋ ਉਹ ਸੁਪਨੇ ਨੂੰ ਤੱਕਦੀ, ਸਾਰੀ ਕਾਇਨਾਤ ਉਸ ਦੀ ਝੋਲੀ ਵਿੱਚ ਹੱਸਦੀ। ਸਾਰੀ ਕਾਇਨਾਤ ਉਸ ਦੀ ਝੋਲੀ ਵਿੱਚ ਹੱਸਦੀ। ਜਦ ਤੱਕ ਚੜ੍ਹਦੇ ਸੂਰਜ ਦਾ ਸੰਧੂਰੀ ਰੰਗ ਮਿੱਟੀ ਦੀ ਖਾਮੋਸ਼ੀ 'ਚ ਭੁਲੇਗਾ, ਬ੍ਰਹਮੰਡੀ ਊਰਜਾ ਕਿਣਕੇ 'ਚ ਸਿਮਟੇਗੀ, ਸਿੱਪੀ ਦੇ ਗਰਭ 'ਚ ਜਾ ਉਤਰੇਗੀ। ਮਾਂ ਸਲਾਈਆਂ ਚੁੱਕੇਗੀ, ਭੁਰੇ ਪਾਏਗੀ, ਸੁਪਨੇ ਬੁਣੇਗੀ, ਪੀੜ ਸਹੇਗੀ, ਲੋਰੀਆਂ ਗਾਏਗੀ, ਪੀੜ ਸਹੇਗੀ, ਲੋਰੀਆਂ ਗਾਏਗੀ। ਵਾਹ, ਵੈਰੀ ਨਾਈਸ। ਥੈਂਕ ਯੂ ਜੀ, ਥੈਂਕ ਯੂ। ਬਹੁਤ ਵਧੀਆ। ਹੁਣ ਥੈਂਕ ਯੂ ਸੋ ਮਚ ਭੈਣ ਜੀ, ਥੈਂਕ ਯੂ ਸੋ ਮਚ। ਯੂ ਆਰ ਵੈਲਕਮ ਜੀ, ਯੂ ਆਰ ਵੈਲਕਮ। ਹੁਣ ਮੈਂ ਗੁਜ਼ਾਰਿਸ਼ ਕਰਦੀ ਹਾਂ ਆਪਣੇ ਜਗੀਰ ਸਿੰਘ ਕਾਲੋਂ ਜੀ ਨੂੰ, ਪ੍ਰੋਫੈਸਰ ਜਗੀਰ ਸਿੰਘ ਕਾਲੋਂ ਜੀ ਨੂੰ, ਕਿ ਉਹ ਅੱਜ ਦਾ ਜਿਹੜਾ ਇਹ ਸਾਰਾ ਕਵੀ ਦਰਬਾਰ ਹੈ ਇਹਨੂੰ ਸਮ ਅਪ ਕਰਨ ਤੇ ਸਾਰਿਆਂ ਦਾ ਦੱਸਣ ਸਾਨੂੰ ਕਿ ਅਸੀਂ ਕੀ ਸਾਡੀਆਂ ਤਰੁੱਟੀਆਂ ਰਹਿ ਗਈਆਂ ਅੱਜ। ਇਹਨਾਂ ਤੋਂ ਬਾਅਦ ਚ ਸੁਣਨਾ ਹੈ ਤੇ ਨਾਲ ਹੀ ਆਪਣੀ ਨਜ਼ਮ ਵੀ ਸੁਣਾਓ। ਕਾਲੋਂ ਸਾਹਿਬ ਪਹਿਲਾਂ ਤੁਸੀਂ ਨਜ਼ਮ ਸੁਣਾ ਦਿਓ। ਮੈਂ ਥੋੜਾ ਜਿਹਾ ਸੁਧਾਰ ਤੁਹਾਡੇ ਬੋਲਾਂ 'ਚ ਕਰਨਾ ਚਾਹੁੰਦਾ ਕਿ ਮੇਰਾ ਵੀਰ ਉਮਿੰਦਰ ਜਲੰਧਰ ਤੋਂ ਬੜੀ ਦੇਰ ਦਾ ਸਾਡੇ ਨਾਲ ਬੈਠਾ ਆ। ਪਹਿਲਾਂ ਉਮਿੰਦਰ ਹੋਣਾ ਦੀ ਨਜ਼ਮ ਸੁਣੀਏ ਜੀ, ਫਿਰ ਰੁਪਿੰਦਰ ਹੋਰਾਂ ਦੀ, ਤੇ ਅਸੀਂ ਜਿਹੜੇ ਟੋਰਾਂਟੋ ਵਾਲੇ ਆ ਅਸੀਂ ਫਿਰ ਬਾਅਦ ਦੇ ਵਿੱਚ ਆਵਾਂਗੇ। ਚਲੋ ਠੀਕ ਹੈ, ਠੀਕ ਹੈ। ਡਾਕਟਰ ਉਮਿੰਦਰ ਜੌਲ ਜੀ, ਹੈਡ ਆਫ ਦਾ ਡਿਪਾਰਟਮੈਂਟ ਦੁਆਬਾ ਕਾਲਜ ਜਲੰਧਰ ਤੋਂ ਨੇ, ਬੜੇ ਵਧੀਆ ਸ਼ਾਇਰ ਨੇ। ਮੈਂ ਤੁਹਾਡਾ ਤੁਆਰਫ ਪਹਿਲਾਂ ਵੀ ਕਰਵਾ ਚੁੱਕੀ ਹਾਂ। ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਤੁਹਾਡਾ ਸਵਾਗਤ ਹੈ ਜੀ। ਹਾਂਜੀ, ਆਪਣੀ ਨਜ਼ਮ ਵੀ ਪੇਸ਼ ਕਰੋ ਤੇ ਆਪਣੇ ਵਿਚਾਰ ਵੀ ਦਿਓ ਸਾਨੂੰ ਜੀ। बहुत बहुत मेहरबानी मैडम सुरजीत कौर जी और मेहरबानी रमिंदर वालिया जी। मेरे लिए एक बहुत बड़ी खुशी का सबब है कि मैं इस जिहड़ा आ वो काब महफिल का हिस्सा हाँ, जिस काब महफिल च जगीर कालों होरां वर्गे जिहड़े आ दानश्वर व्यक्ति जिहड़े आ वो इस प्रधानगी मंडल च है और असीं इन्हां नूं देख देख के वड्डे होए हैं और लगातार मैं इन्हां नाल पंजाबी लेखक सभा जलंधर से जुड़िया रहा हाँ जदों तो मैं पढ़दा सी। और मेरे लिए खुशी दी गल है। चल रहा है कि खत्म हो गया? चल रहा है जी, म्यूट कर लो तुसी अपने आप नूं। देखो उमिंदर जौल बड़े वड्डी शख्सियत ने, असीं उन्हां दे विचार सुणीए। हाँ जी, मेरे लिए इस गल दी भी खुशी है कि रतिंदर संधू जी जिहड़े पंजाबी दे नामवर शायर है और संपादक है, वो इस कवि दरबार का हिस्सा है और इन्हां दे नाल जिहड़ा आ वो किसी भी रूप च जुड़ के कोई काम कर साडे लई हमेशा ही खुशी दा सबब रहा आ। और ये खुशी जिहड़ी आ वो इस रूप च भी सामने आई आ जिथे रमिंदर वालिया जी और सुरजीत हुणी जिहड़े आ एडी वड्डी काप महफिल सजाउण च जिहड़ा आ वो सफल रहे आ। और मैं लगातार इस जिहड़ा आ उस दी नाल इस चीज़ नूं मान रहा आ और देख रहा आ। और मैं कहना ये चाहता कि कविता दी जिहड़ी आ वो जिहड़ी रूह हुंदी आ वो असल च जिहड़ी आ जिउंदे होना कविता दा इन्हां कवि दरबारां दे रूप चों झलकदा हुंदा है। और ये झलक जिहड़ी आ अज दे कवि दरबार चों बड़ी देर बाद पई, चाहे साक्षात कवि दरबारां दी जिहड़ी आ वो परंपरा करोना करके मट्ठी पै गई है जां बंद हो गई है। ये डिजिटल रूप च जिहड़ा आ वेबीनारां दे रूप च जिहड़ा आ कवि दरबार इस माध्यम राਹੀਂ आने शुरू होए आ। और चलो इन्नी सबब दी गल है कि असीं टेक्नीक और सिरजनात्मकता नूं इस रूप च जोड़ सके हैं। और मेरा ख्याल है ये भी कोई माड़ी गल नहीं और अच्छा वे असीं लभ्या होया अपनी सिरजना नूं इस रूप च जिहड़ा देखण दा। और मेरे लिए खुशी दी गल है कि नवें विच जिहड़ा आ वो मैनू लवीन जिहड़ी नाम तुसीं सुनाया वो मैं पहली बारी कविता सुनी आ। और ये गल अतिंदर जी और कालों साहब भी करनगे। मेरा ख्याल है कि जिस तरह दीयां संभावनावां नवें लोकां च पंजाबी कविता च आ रहीआं आ उन्हां संभावनावां नूं नतमस्तक होण नूं जी करदा आ। सिर्फ तुकबंदियां ही कविता नहीं हुंदी, कविता थॉट विच पई हुंदी आ, कविता विचार विच पई हुंदी आ। और जदों विचार जिहड़े आ सच्ची मुच्ची सिरजना नाल जुड़दे आ ते उदों ही कविता बनदी आ। और कविता दी ये जिहड़ी निरंतर जिहड़ी डायनामिक अप्रोच जिहड़ी इस कवि दरबार चों भी जिहड़ी अंकुर रूप दलजीत दीयां कवितावां होण, चाहे वो जिहड़ा वो लवीन दी कविता होवे और चाहे जिहड़े वो साडे पुराने लोग जिन्ने इस कवि दरबार का हिस्सा रहे आ और अज जिन्हां ने सुनाई है कविता, मैं इस सुकून नाल बैठा आ और इस खुशी नाल बैठा आ
ਤੇ ਮੈਨੂੰ ਤੁਸੀਂ ਇਹ ਮੌਕਾ ਦਿੱਤਾ ਤੇ ਮੈਂ ਇਹਨਾਂ ਨਵੇਂ ਪੁਰਾਣੇ ਸ਼ਾਇਰਾਂ ਵਿੱਚ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦਾ ਔਰ ਤੁਹਾਡਾ ਬਹੁਤ ਬਹੁਤ ਸਾਰਾ ਧੰਨਵਾਦ। ਬਹੁਤ ਅੱਛੇ, ਬਹੁਤ ਸੋਹਣੇ ਸ਼ਬਦ। ਆਪਣੀ ਨਜ਼ਮਾਂ ਸੁਣਾਓ ਜੀ। ਹਾਂਜੀ, ਉਸੇ ਗੱਲ ਮੈਂ ਆਪਣੀ ਨਜ਼ਮ ਸੁਣਾਵਾਂਗਾ ਔਰ ਤੁਹਾਡੇ ਮੈਂ ਉਸ ਨੇਮ ਨੂੰ ਵੀ ਥੋੜਾ ਜਿਹਾ ਜਿਹੜਾ ਆ ਉਹ ਤੋੜਿਆ ਆ, ਭੂਮਿਕਾ ਘੱਟ ਬੰਨਣੀ ਆ ਔਰ ਕਿਉਂਕਿ ਪ੍ਰਧਾਨਗੀ ਭਾਸ਼ਣ ਜਗੀਰ ਕਾਲੋਪੁਰੀ ਕਰਨਗੇ ਔਰ ਮੈਂ ਦੋ ਛੋਟੀਆਂ ਨਜ਼ਮਾਂ ਸੁਣਾਵਾਂਗਾ ਔਰ ਇੱਕ ਮੇਰੀ ਪਹਿਲਾਂ ਲਿਖੀ ਹੋਈ ਕਵਿਤਾ ਹੈ, ਇੱਕ ਮੈਂ ਮਾਂ ਬਾਰੇ ਇਹਨਾਂ ਦਿਨਾਂ 'ਚ 9 ਤਰੀਕ ਤੋਂ ਤੁਹਾਡੇ ਕਵੀ ਦਰਬਾਰ ਤੋਂ ਪਹਿਲਾਂ ਲਿਖੀ ਸੀ, ਉਹ ਵੀ ਸੁਣਾਵਾਂਗਾ। ਕਵਿਤਾ ਆ ਜਿਹੜੀ ਪਹਿਲਾਂ ਆ ਉਹ ਧੀ ਆ, ਉਹਦਾ ਸਿਰਲੇਖ ਔਰ ਧੀ। ਮਾਂ ਭੈਣਾਂ ਤੇ ਮੇਰੀ ਬੀਬੀ, ਮਾਂ ਭੈਣਾਂ ਤੇ ਮੇਰੀ ਬੀਵੀ ਸਹਿਣਾ ਸਿੱਖਿਆ, ਮਾਂ ਭੈਣਾਂ ਤੇ ਮੇਰੀ ਬੀਵੀ ਸਹਿਣਾ ਸਿੱਖਿਆ, ਮੇਰੀ ਧੀਏ ਤੂੰ ਤਾਂ ਕੁਝ ਹੁਣ ਕਹਿਣਾ ਸਿੱਖ। ਮਾਂ ਭੈਣਾਂ ਤੇ ਮੇਰੀ ਬੀਵੀ ਸਹਿਣਾ ਸਿੱਖਿਆ, ਮੇਰੀ ਧੀਏ ਤੂੰ ਤਾਂ ਕੁਝ ਹੁਣ ਕਹਿਣਾ ਸਿੱਖ। ਬੋਲਿਆ ਕਰ ਤੂੰ, ਲਿਖਿਆ ਕਰ ਤੂੰ, ਬੋਲਿਆ ਕਰ ਤੂੰ, ਲਿਖਿਆ ਕਰ ਤੂੰ, ਆਪਣੀ ਕਲਮੋਂ ਕੁਝ ਬਣਾ ਕੇ ਧਰਿਆ ਕਰ, ਤੇਰੇ ਕੰਮ ਨੂੰ ਦੇਖਣ ਸਾਰੇ ਕੁਝ ਐਸਾ ਵੀ ਕਰਿਆ ਕਰ। ਬੋਲਿਆ ਕਰ ਤੂੰ, ਲਿਖਿਆ ਕਰ ਤੂੰ, ਆਪਣੀ ਕਲਮੋਂ ਕੁਝ ਬਣਾ ਕੇ ਧਰਿਆ ਕਰ, ਤੇਰੇ ਕੰਮ ਨੂੰ ਦੇਖਣ ਸਾਰੇ ਕੁਝ ਐਸਾ ਵੀ ਕਰਿਆ ਕਰ। ਬਹੁਤ ਅੱਛਾ ਜੋਲ, ਬਹੁਤ ਅੱਛਾ, ਬਹੁਤ ਵਧੀਆ। ਹਾਂਜੀ, ਬਹੁਤ ਬਹੁਤ ਮਿਹਰਬਾਨੀ ਜੀ। ਤੇਰੇ ਕੰਮ ਨੂੰ ਦੇਖਣ ਸਾਰੇ ਕੁਝ ਐਸਾ ਵੀ ਕਰਿਆ ਕਰ, ਇਹ ਦੁਨੀਆ ਬਸ ਭੀੜ ਖੜੀ ਏ, ਇਹ ਦੁਨੀਆ ਬਸ ਭੀੜ ਖੜੀ ਏ, ਕੋਈ ਕਿਸੇ ਦਾ ਕੁਝ ਨਹੀਂ ਲੱਗਦਾ, ਇਸੇ ਲਈ ਇਹ ਗੱਲ ਬੜੀ ਏ। ਇਹ ਦੁਨੀਆ ਬਸ ਭੀੜ ਖੜੀ ਏ, ਕੋਈ ਕਿਸੇ ਦਾ ਕੁਝ ਨਹੀਂ ਲੱਗਦਾ, ਇਸੇ ਲਈ ਇਹ ਗੱਲ ਬੜੀ ਏ। ਆਪਣੇ ਸੁਪਨੇ ਬੋਲ ਬਣਾ, ਆਪਣੇ ਸੁਪਨੇ ਬੋਲ ਬਣਾ, ਸ਼ਬਦ ਬਣਾ, ਆਕਾਰ ਬਣਾ, ਤੂੰ ਆਪਣਾ ਸਦਚਾਰ ਬਣਾ। ਕਿਆ ਬਾਤ ਹੈ, ਬਹੁਤ ਵਧੀਆ, ਬਹੁਤ ਵਧੀਆ। ਆਪਣੇ ਸੁਪਨੇ ਬੋਲ ਬਣਾ, ਸ਼ਬਦ ਬਣਾ, ਆਕਾਰ ਬਣਾ, ਤੂੰ ਆਪਣਾ ਸਦਚਾਰ ਬਣਾ। ਆਪਣੇ ਆਪ 'ਚ ਰਹਿਣਾ ਸਿੱਖ, ਆਪਣੇ ਆਪ 'ਚ ਰਹਿਣਾ ਸਿੱਖ, ਹੇ ਮੇਰੀ ਧੀਏ ਕਹਿਣਾ ਸਿੱਖ। ਬਹੁਤ ਅੱਛੇ, ਬਹੁਤ ਅੱਛੇ ਅਮਰਿੰਦਰ, ਬਹੁਤ ਜੀ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਜੀ। ਹੁਣ ਆਖਰੀ ਕਵਿਤਾ, ਨਿੱਘ ਕਹਾਣੀ ਜੀ। ਨਿੱਘ ਕਹਾਣੀ। ਮਾਂ ਹੈ ਘਰ ਦੀ ਨਿੱਘ ਕਹਾਣੀ। ਅੱਛਾ ਜੀ। ਮਾਂ ਹੈ ਘਰ ਦੀ ਨਿੱਘ ਕਹਾਣੀ, ਸਾਂਝਾਂ ਦਾ ਹੈ ਮਿੱਠੜਾ ਪਾਣੀ। ਮਾਂ ਹੈ ਘਰ ਦੀ ਨਿੱਘ ਕਹਾਣੀ, ਸਾਂਝਾਂ ਦਾ ਹੈ ਮਿੱਠੜਾ ਪਾਣੀ, ਮਾਂ ਨੂੰ ਮਾਂ ਬਣ ਜਿਉਣਾ ਆਉਂਦਾ ਹੈ, ਮਾਂ ਨੂੰ ਮਾਂ ਬਣ ਜਿਉਣਾ ਆਉਂਦਾ, ਆਪਾ ਸਾਣ ਤੇ ਲਾਉਣਾ ਆਉਂਦਾ ਹੈ। ਮਾਂ ਨੂੰ ਮਾਂ ਬਣ ਜਿਉਣਾ ਆਉਂਦਾ ਹੈ, ਆਪਾ ਸਾਣ ਤੇ ਲਾਉਣਾ ਆਉਂਦਾ ਹੈ। ਮਾਂ ਦੀ ਰੂਹ ਨੂੰ, ਮਾਂ ਦੀ ਰੂਹ ਨੂੰ ਕਿਹਾ ਵਰ ਹੈ, ਮਾਂ ਦੀ ਰੂਹ ਨੂੰ ਕਿਹਾ ਵਰ ਹੈ, ਮਾਂ ਹੀ ਕਾਇਨਾਤ ਦਾ ਘਰ ਹੈ। ਮਾਂ ਦੀ ਰੂਹ ਨੂੰ ਕਿਹਾ ਵਰ ਹੈ, ਮਾਂ ਹੀ ਕਾਇਨਾਤ ਦਾ ਘਰ ਹੈ। ਮਾਂ ਦਾ ਮਨ ਇਸ ਪੂਰੇ ਸਟੇਟਸ ਤੇ ਲਾਉਣੀ ਹੈ, ਤੁਸੀਂ ਪਲੀਜ਼ ਮਿਊਟ ਕਰ ਲਓ ਜਿਹੜੇ ਵੀ ਬੋਲਦੇ ਹੋ। ਹਾਂਜੀ 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 ਜੋਲ ਸਾਹਿਬ, ਸੌਰੀ। ਹਾਂਜੀ, ਮਾਂ ਦੀ ਰੂਹ ਨੂੰ ਕਿਹਾ ਵਰ ਹੈ, ਮਾਂ ਦੀ ਰੂਹ ਨੂੰ ਕਿਹਾ ਵਰ ਹੈ, ਮਾਂ ਹੀ ਕਾਇਨਾਤ ਦਾ ਘਰ ਹੈ। ਮਾਂ ਦਾ ਮਨ ਇਸ ਪੂਰੇ ਜਗ ਦਾ ਸੱਚਾ ਸੁੱਚਾ ਉੱਚਾ ਦਰ ਹੈ। ਬਹੁਤ ਅੱਛਾ ਜੀ, ਬਹੁਤ ਅੱਛਾ। ਮਾਂ ਨੂੰ ਵਾਰੇ ਜਾਣਾ ਆਉਂਦਾ ਹੈ, ਮਾਂ ਨੂੰ ਵਾਰੇ ਜਾਣਾ ਆਉਂਦਾ ਹੈ, ਮਾਂ ਦੀ ਮਹਿਮਾ ਅੰਬਰ ਗਾਉਂਦਾ ਹੈ। ਇੱਕੋ ਗੱਲੇ
ਕਾਲੂ ਸਾਹਿਬ ਆ ਲਾਈਨਾਂ ਜ਼ਰੂਰ ਸੁਣੀਆਂ। ਹਾਂਜੀ ਇੱਕੋ ਗੱਲੇ ਰੱਬ ਸ਼ਰਮਿੰਦਾ ਹੈ, ਹਾਂਜੀ ਇੱਕੋ ਗੱਲੇ ਰੱਬ ਸ਼ਰਮਿੰਦਾ ਹੈ, ਉਸ ਨੂੰ ਮਾਂ ਬਣਨਾ ਨਹੀਂ ਆਉਂਦਾ। ਇੱਕੋ ਗੱਲੇ ਰੱਬ ਸ਼ਰਮਿੰਦਾ ਹੈ, ਉਸ ਨੂੰ ਮਾਂ ਬਣਨਾ ਨਹੀਂ ਆਉਂਦਾ। ਮਾਂ ਹੈ ਜਗ ਦੀ ਆਦ ਕਹਾਣੀ। ਹਾਂਜੀ ਮਾਂ ਹੈ ਜਗ ਦੀ ਆਦ ਕਹਾਣੀ, ਕਣ ਕਣ ਰਮਿਓ ਸੁੱਚੀ ਬਾਣੀ। ਮਾਂ ਹੈ ਜਗ ਦੀ ਆਦ ਕਹਾਣੀ, ਕਣ ਕਣ ਰਮਿਓ ਸੁੱਚੀ ਬਾਣੀ। ਮਾਂ ਹੈ ਘਰ ਦੀ ਨਿੱਘ ਕਹਾਣੀ, ਸਾਂਝਾ ਦਾ ਹੈ ਮਿੱਠੜਾ ਪਾਣੀ। ਮਿੱਠੜਾ ਪਾਣੀ। ਮਾਂ ਹੈ ਮੋਹ ਮਮਤਾ ਦੀ ਮੂਰਤ, ਮਾਂ ਹੈ ਮੋਹ ਮਮਤਾ ਦੀ ਮੂਰਤ। ਮਾਂ ਹੈ ਵਫਾ ਦੀ ਸੱਚੀ ਸੂਰਤ। ਜਿਸ ਘਰ ਵਿੱਚ ਜਿਸ ਘਰ ਇਸ ਮੂਰਤ ਦਾ ਵਾਸਾ, ਜਿਸ ਘਰ ਇਸ ਮੂਰਤ ਦਾ ਵਾਸਾ, ਉਹ ਪਾਕ ਪਵਿੱਤਰ ਥਾਂ ਅਖਵਾਈ। ਜਿਸ ਘਰ ਇਸ ਮੂਰਤ ਦਾ ਵਾਸਾ, ਉਹ ਪਾਕ ਪਵਿੱਤਰ ਥਾਂ ਅਖਵਾਈ। ਕਾਲੂ ਸਾਹਿਬ ਧਿਆਨ ਦੇਣਾ ਜਰਾ ਅਤਿੰਦਰ ਜੀ। ਮਿੱਠੜੀ ਸੁੱਚੀ ਮਾਂ ਦੀ ਰੂਹੀ, ਮਿੱਠੜੀ ਸੁੱਚੀ ਮਾਂ ਦੀ ਰੂਹੀ, ਰੁੱਖ ਦੀ ਠੰਡੀ ਛਾਂ ਖਵਾਈ। ਮਿੱਠੜੀ ਸੁੱਚੀ ਮਾਂ ਦੀ ਰੂਹੀ, ਰੁੱਖ ਦੀ ਠੰਡੀ ਛਾਂ ਖਵਾਈ। ਨਿਰਮਲ ਸੁੱਚੇ ਮਾਂ ਦੇ ਨਾਂ ਤੋਂ। ਇਹ ਲਾਈਨਾਂ ਮੈਂ ਇਸ ਕਵੀ ਦਰਬਾਰ ਚ ਵੀ ਇਹ ਜ਼ਿਕਰ ਆਇਆ, ਪਰੰਤੂ ਇਹ ਜਿਹੜਾ ਨਾ ਉਹ ਰਿਵਰਸ ਥਾਟ ਆ, ਜੇ ਦੇਖ ਸਕੋ ਤਾਂ। ਨਿਰਮਲ ਸੁੱਚੇ ਮਾਂ ਦੇ ਨਾਂ ਤੋਂ, ਇਹ ਧਰਤੀ ਸੀ ਮਾਂ ਖਵਾਈ। ਬਹੁਤ ਹੀ ਅੱਛਾ, ਕਮਾਲ ਹੈ। ਨਿਰਮਲ ਸੁੱਚੇ ਮਾਂ ਦੇ ਨਾਂ ਤੋਂ, ਇਹ ਧਰਤੀ ਸੀ ਮਾਂ ਖਵਾਈ। ਮਾਂ ਹੈ ਘਰ ਦੀ ਨਿੱਘ ਕਹਾਣੀ, ਸਾਂਝਾਂ ਦਾ ਹੈ ਮਿੱਠੜਾ ਪਾਣੀ। ਸਾਂਝਾਂ ਦਾ ਹੈ ਮਿੱਠੜਾ ਪਾਣੀ। ਬਹੁਤ ਬਹੁਤ ਧੰਨਵਾਦ। ਬਹੁਤ ਖੂਬ, ਬਹੁਤ ਵਧੀਆ ਜੀ, ਬਹੁਤ ਵਧੀਆ। ਕਮਾਲ ਦੀ ਸ਼ਾਇਰੀ, ਕਮਾਲ ਦੀ ਸ਼ਾਇਰੀ। ਵੈਰੀ ਗੁੱਡ ਜੀ, ਬਹੁਤ ਵਧੀਆ ਜੀ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਜੋਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਮੇਰੇ ਨਾਮ ਬਣ ਨਹੀਂ ਸਕਦਾ। ਹਾਂਜੀ ਸਾਹਿਤਿਕ ਏਕਮ ਦੇ ਸੰਪਾਦਕ ਸਤਿਕਾਰਯੋਗ ਅਰਤਿੰਦਰ ਸੰਧੂ ਜੀ, ਪਲੀਜ਼ ਹੁਣ ਤੁਸੀਂ ਆਪਣੀ ਕਵਿਤਾ ਤੇ ਆਪਣੇ ਵਿਚਾਰ ਪੇਸ਼ ਕਰੋ। ਅਨਮਿਊਟ ਕਰ ਲਓ ਤੁਸੀਂ ਅਰਤਿੰਦਰ ਜੀ। ਅੱਜ ਦੀ ਪ੍ਰਧਾਨਗੀ ਮੰਡਲ ਦੇ ਇਹ ਦੂਸਰੇ ਪ੍ਰਧਾਨ ਨੇ ਤੇ ਇਹ ਸਾਡੇ ਨਾਲ ਹਾਂਜੀ ਹੋ ਗਿਆ ਆਵਾਜ਼ ਆ ਰਹੀ? ਹਾਂਜੀ ਹਾਂਜੀ। ਮੈਂ ਜਿਹੜੇ ਸ਼ਬਦ ਨੇ, ਜਿੰਨੇ ਸ਼ਬਦ ਉਮਿੰਦਰ ਖੁਰਾ ਨੇ ਕਹੇ ਨੇ, ਮੈਂ ਆਪਣੇ ਸਾਰੇ ਸ਼ਬਦ ਉਹਨਾਂ ਵਿੱਚ ਸ਼ਾਮਲ ਹੁੰਦੀ ਹਾਂ ਤੇ ਉਹ ਟਾਈਮ ਬਚਾਉਣੀ ਹੈ। ਜੋ ਇਹਨਾਂ ਨੇ ਕਿਹਾ ਮੈਂ ਉਹੀ ਕਹਿਣਾ ਚਾਹੁੰਦੀ ਸੀ ਤੇ ਉਹ ਮੇਰੇ ਵੱਲੋਂ ਕਿਹਾ ਗਿਆ। ਸੋ ਕਵਿਤਾ ਪੜ੍ਹਦੀ ਹਾਂ। ਥੈਂਕ ਯੂ ਜੀ, ਥੈਂਕ ਯੂ। ਬਹੁਤ ਅੱਛਾ ਜੀ। ਜੀ ਇੱਕ ਕਿਉਂਕਿ ਇੱਕ ਪਹਿਲੀ ਗੱਲ ਤਾਂ ਇਹ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਥੋੜਾ ਜਿਹਾ ਇਸ ਤੋਂ ਇਲਾਵਾ ਜਾ ਕੇ ਕਿ ਤੁਸੀਂ ਲੋਕ ਕੈਨੇਡਾ 'ਚ ਬੈਠੇ ਲਗਾਤਾਰ ਪੰਜਾਬੀ ਨਾਲ ਜੁੜੇ ਹੋਏ ਹੋ ਤੇ ਕਵਿਤਾ ਨਾਲ ਜੁੜੇ ਹੋਏ ਹੋ। ਤੇ ਮੈਂ ਕਿੰਨੀ ਵਾਰ ਪਹਿਲਾਂ ਵੀ ਤੁਹਾਡੇ ਪ੍ਰੋਗਰਾਮਾਂ 'ਚ ਸ਼ਾਮਿਲ ਹੋਈ ਹਾਂ, ਮੇਰਾ ਘਰ ਕਾਫੀ ਵਾਰ ਸ਼ਾਮਿਲ ਹੋ ਚੁੱਕੇ ਹਾਂ। ਤਾਂ ਮਾਣ ਮਹਿਸੂਸ ਹੁੰਦਾ ਹੈ ਸ਼ਾਮਿਲ ਹੋ ਕੇ ਕਿ ਜਿੰਨੇ ਗ੍ਰੇਸ ਨਾਲ, ਜਿੰਨੇ ਚਾਅ ਨਾਲ ਤੁਸੀਂ ਤੇ ਜਿੰਨੇ ਮਾਨਤਾ ਨਾਲ ਤੁਸੀਂ ਬੁਲਾਉਂਦੇ ਹੋ ਤੇ ਪ੍ਰੋਗਰਾਮ ਪੇਸ਼ ਕਰਦੇ ਹੋ। ਤੇ ਸੁਰਜੀਤ ਜੀ, ਰਮਿੰਦਰ ਜੀ ਤੇ ਸਾਡੇ ਨਾਲ ਹੁਣ ਜਗੀਰ ਸਿੰਘ ਕਾਲੋਂ ਵੀ ਮਿਲਦੇ ਨੇ ਤੇ ਇਹ ਸਾਰੇ ਜਣੇ ਸਾਡੇ ਮਾਣ ਦੇ ਪਾਤਰ ਨੇ। ਸਾਨੂੰ ਮਾਣ ਹੈ ਇਹਨਾਂ ਤੇ ਬੇਹੱਦ ਖੁਸ਼ੀ ਹੁੰਦੀ ਹੈ ਮਿਲ ਕੇ ਕਿ ਇੱਕ ਪੰਜਾਬੀ ਨਾਲ ਇੱਕ ਕਵਿਤਾ ਤੇ ਇੱਕ ਸਾਡੇ ਆਪਣੇ ਨੇ ਤੇ ਅਸੀਂ ਤੁਹਾਡੇ ਬਣ ਜਾਂਦੇ ਹਾਂ। ਤਾਂ ਮੈਂ ਇਸ ਤਰ੍ਹਾਂ ਤੁਹਾਨੂੰ ਮੁਬਾਰਕ ਦਿੰਦੀ ਹੋਈ ਸਾਰਿਆਂ ਨੂੰ ਇਸ ਆਪਣੇ ਇਸ ਸ਼ੁਭ ਕੰਮ ਲਈ, ਖੂਬਸੂਰਤ ਇਸ ਆਪਣੇ ਉਪਰਾਲੇ ਵਾਸਤੇ ਨਾਲ ਮੈਂ ਹੁਣ ਆਪਣੀ ਕਵਿਤਾ ਪੇਸ਼ ਕਰਦੀ ਹਾਂ ਕਿ ਇੱਕ ਛੋਟੀ ਜਿਹੀ ਕਵਿਤਾ ਹੈ ਮਾਂ ਬਾਰੇ। ਫਿਰ ਮੈਂ ਇੱਕ ਦੂਸਰੀ ਕਵਿਤਾ ਪੜ੍ਹਦੀ ਹਾਂ ਹਾਲਾਤ ਬਾਰੇ। ਕਿ ਮਾਂ ਬਾਰੇ ਜਿਹੜੀ ਕਵਿਤਾ ਹੈ ਉਹ ਚਲੋ ਮੈਂ ਉਹੀ ਪਹਿਲਾਂ क्योंकि भूमिका नहीं बोलनी पढ़ती अक्सर कवितावां मां बारे लिखिया किसे उपजे खला चों तद
ਢਲ ਗਈ ਜਦ ਸਿਰ ਉਸਦੇ ਤੇ ਮਾਂ ਦੀ ਠੰਡੀ ਛਾਂ। ਲਿਖੀ ਨਾ ਗਈ ਪਰ ਮੈਥੋਂ ਕੋਈ ਕਵਿਤਾ, ਤੁਰਦੀ ਫਿਰਦੀ ਮਾਂ ਦੀ ਜਿਉਂਦੀ ਜਾਗਦੀ ਛਾਂ ਹੇਠ। ਜਦ ਵੀ ਸੋਚਿਆ ਇੰਝ ਦਾ ਕੁਝ ਜਪਣ ਲੱਗੀ ਮਾਂ ਆਪਣੀ ਕਵਿਤਾ ਜਿਹੀ ਮੈਨੂੰ। ਜਦ ਵੀ ਸੋਚਿਆ ਇੰਝ ਦਾ ਕੁਝ ਜਪਣ ਲੱਗੀ ਮਾਂ ਆਪਣੀ ਕਵਿਤਾ ਜਿਹੀ ਮੈਨੂੰ। ਸਿੱਧੀ ਸਾਦੀ ਧੀਮੀ ਧੀਰੀ ਰੁਸਦੀ ਮਨ ਦੀ ਦੁੱਖ ਦੀ ਝੱਟ, ਉਦਾਸ ਉਦਾਸ ਉਛਲਦਾ ਮਨ ਕਮਜ਼ੋਰ ਤਨ, ਪਰ ਕੋਸ਼ਿਸ਼ ਕਰਦੀ ਸਦਾ ਖੋਜ ਦੇਣ ਦੀ ਮੇਰੇ ਚੇਤਿਆਂ ਦੀ ਵਹੀ ਚੋਂ। ਗਹਿਰੇ ਪੂੰਝੇ ਤੇ ਹਸਾਸ ਚਰੀਟਾਂ ਮੋਹ ਦੇ ਓਟ ਪੋਰਨਾ। ਪਿਆਰ ਵਿੱਚ ਗੁੱਸਾ, ਗੁੱਸੇ ਵਿੱਚ ਦਇਆ ਲਪੇਟ, ਕਮਜ਼ੋਰ ਜਿਹੀ ਕਾਇਆ ਨਾਲ ਬਣਦੀ ਰਹਿੰਦੀ ਕਵਚ ਮੇਰਾ ਮੇਰੀ ਕਵਿਤਾ ਵਾਂਗ। ਬਣਦੀ ਰਹਿੰਦੀ ਕਵਚ ਮੇਰਾ ਮੇਰੀ ਕਵਿਤਾ ਵਾਂਗ। ਮੇਰੀ ਕਵਿਤਾ ਜਿਹੀ ਹੈ ਮਾਂ, ਮੇਰੀ ਕਵਿਤਾ ਜਿਹੀ ਹੈ ਮਾਂ। ਜਦ ਕਵਿਤਾ ਉਸ ਜਿਹੀ ਸਿਰਜਿਆ ਹੋਵੇਗਾ ਜਿਸਨੇ ਮੈਨੂੰ ਪਲ ਘੜੀਆਂ ਦਿਨ ਮਹੀਨੇ ਜਿੱਤਦਿਆਂ ਕਿਸੇ ਕਵਿਤਾ ਵਾਂਗ ਹੀ ਫੂਲ ਮੇਰੇ ਫੂਲ ਕਵਿਤਾ ਕਿੱਥੋਂ ਆਈ। ਸੋ ਇਹਦੇ ਨਾਲ ਮੈਂ ਆਪਣੀ ਕਵਿਤਾ ਸਾਰੀ ਆਪਣੀ ਮਾਂ ਨੂੰ ਸਮਰਪਿਤ ਕਰਦੀ ਹਾਂ। ਬਹੁਤ ਵਧੀਆ ਕਵਿਤਾ ਜੀ, ਬਹੁਤ ਵਧੀਆ ਕਵਿਤਾ ਭੈਣ ਜੀ, ਬਹੁਤ ਵਧੀਆ। ਹੁਣ ਸਾਡੇ ਅੱਜ ਦੇ ਹਾਲਾਤ ਬਾਰੇ, ਮੇਰਾ ਖਿਆਲ ਇਹ ਹਾਲਾਤ ਇਸ ਤਰ੍ਹਾਂ ਦੇ ਰਹਿੰਦੇ ਨੇ ਅਕਸਰ ਜੀ। ਤੇ ਹਵਾ ਦੀ ਰੂਹ ਪਿਆਸੀ ਉਨੀਂਦੀ ਹੈ ਹਾਲੇ, ਹਵਾ ਦੀ ਰੂਹ ਪਿਆਸੀ ਉਨੀਂਦੀ ਹੈ ਹਾਲੇ, ਰੁੱਤ ਉੱਤੇ ਰੁੱਤ ਤਾਂ ਹੀ ਪੀਂਦੀ ਹੈ ਹਾਲੇ। ਹਵਾ ਦੀ ਰੂਹ ਪਿਆਸੀ ਉਨੀਂਦੀ ਹੈ ਹਾਲੇ, ਰੁੱਤ ਉੱਤੇ ਰੁੱਤ ਤਾਂ ਹੀ ਪੀਂਦੀ ਹੈ ਹਾਲੇ। ਸਦੀਆਂ ਦੇ ਰੁਦਨਾਂ ਚੋਂ ਪੁੰਗਰੇ ਮਸਾਂ ਜੋ, ਸਦੀਆਂ ਦੇ ਰੁਦਨਾਂ ਚੋਂ ਪੁੰਗਰੇ ਮਸਾਂ ਜੋ, ਤਰਾਨੇ ਉਹੀ ਖਾ ਕੇ ਜਿਉਂਦੀ ਏ ਹਾਲੇ। ਜਿਹੜੇ ਬੁੱਲੇ ਕੱਖ ਆਲ੍ਹਣੇ ਦੇ ਖਲਾਰਨ, ਜਿਹੜੇ ਬੁੱਲੇ ਕੱਖ ਆਲ੍ਹਣੇ ਦੇ ਖਲਾਰਨ, ਉਹਨਾਂ ਸੰਗ ਹਵਾ ਪੀਂਦੀ ਖਾਂਦੀ ਏ ਹਾਲੇ। ਸਿਤਾਰੇ ਜੋ ਬਣ ਗਏ ਖਲਾ ਵਿੱਚ ਲੀਕਾਂ, ਉਹਨਾਂ ਦੀ ਸਦਾ ਪਈ ਸੁਣੀਂਦੀ ਏ ਹਾਲੇ। ਸਾਡੇ ਬਹੁਤ ਸਾਰੇ ਸਿਤਾਰੇ ਇਹਨਾਂ ਦਿਨਾਂ ਵਿੱਚ ਬਾਰਡਰ ਤੇ ਚਲੇ ਗਏ। ਅਹਿਸਾਸਾਂ ਦੇ ਹਰ ਸਹਿਕ ਦੇ ਪੱਤਰੇ, ਅਹਿਸਾਸਾਂ ਦੇ ਹਰ ਸਹਿਕ ਦੇ ਪੱਤਰੇ ਤੇ ਦੀ ਚੁਆਤੀ ਕਰੀਂਦੀ ਏ ਹਾਲੇ। ਤੇ ਉਮਰਾਂ ਨੂੰ ਮਿਲੀਆਂ ਸਜਾਵਾਂ ਦੀ ਮੁੱਦਤ, ਉਮਰਾਂ ਨੂੰ ਮਿਲੀਆਂ ਸਜਾਵਾਂ ਦੀ ਮੁੱਦਤ, ਸਦੀਆਂ ਨੂੰ ਪਲ ਕੇ ਕਟਿੰਦੀ ਏ ਹਾਲੇ। ਚਿਲਰੇ ਹਨੇਰੇ ਖੰਭ ਚਾਨਣਾ ਦੇ, ਚਿਲਰੇ ਹਨੇਰੇ ਖੰਭ ਚਾਨਣਾ ਦੇ, ਚੁਣ ਚੁਣ ਕੇ ਸਰਗੀ ਗਿਣੀਂਦੀ ਏ ਹਾਲੇ। ਚਿਲਰੇ ਹਨੇਰੇ ਖੰਭ ਚਾਨਣਾ ਦੇ, ਚੁਣ ਚੁਣ ਕੇ ਸਰਗੀ ਗਿਣੀਂਦੀ ਏ ਹਾਲੇ। ਹਾਂਜੀ। ਤੇ ਜ਼ਿੰਦਗੀ ਤੋਂ ਛਿਟ ਨੂਰ ਅੱਖਾਂ ਚ ਪਾ ਲੈ, ਹਾਂਜੀ, ਜ਼ਿੰਦਗੀ ਤੋਂ ਛਿਟ ਨੂਰ ਅੱਖਾਂ ਚ ਪਾ ਲੈ, ਤੇਰੀ ਸੁਪੰਗਾ ਬਣੀਂਦੀ ਏ ਹਾਲੇ, ਤੇਰੀ ਸੁਪੰਗਾ ਬਣੀਂਦੀ ਏ ਹਾਲੇ। ਸ਼ੁਕਰੀਆ। बहुत 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 शुक्रिया, बहुत खूबसूरत, बहुत खूबसूरत, बहुत अच्छे, बहुत बहुत वधिया, वेरी नाइस, वेरी नाइस। इस तो पहला के प्रोफेसर जगीर सिंह काल मैं दो शब्द बोलना चाहांगी। ये जो ग्रुप है, मैं जिवें पहला शुरू दे विच भी कहा सी, ਇਹ ਰਮਿੰਦਰ ਵਾਲੀਆ ਜੀ ਦਾ ਅੰਤਰਰਾਸ਼ਟਰੀ ਸਾਹਿਤਿਕ ਸਾਂਝਾ ਹੈ। ਇਹਨਾਂ ਨੇ ਹੀ ਇਹ ਸਾਰੇ ਪਿਆਰੇ ਪਿਆਰੇ ਦੋਸਤ ਇਹਦੇ ਵਿੱਚ ਜੋੜੇ ਹੋਏ ਨੇ। ਇਹਨਾਂ ਨੇ ਇਸ ਕਵੀ ਦਰਬਾਰ ਨੂੰ ਇਹਨਾਂ ਨੇ ਅੱਜ ਆਯੋਜਿਤ ਕਰਨ ਦੇ ਲਈ ਬਹੁਤ ਸਾਰੀ ਹਿੰਮਤ ਤੇ ਮਿਹਨਤ ਕੀਤੀ ਹੈ, ਤੇ ਇਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦੀ ਹਾਂ।
ਕਿ ਤੁਸੀਂ ਇੰਨੇ ਸਾਹਿਤਿਕ ਲੋਕ ਜੋੜੇ ਹੋਏ ਨੇ ਆਪਣੇ ਇਸ ਮੰਚ ਦੇ ਨਾਲ। ਤੇ ਰਮਿੰਦਰ ਜੀ ਤੁਸੀਂ ਜੇ ਕੁਝ ਲਫ਼ਜ਼ ਕਹਿਣੇ ਹੋਣ ਤੁਸੀਂ ਤੇ ਤੁਸੀਂ ਹੁਣ ਕਹਿ ਸਕਦੇ ਆ, ਤੇ ਕਿਉਂਕਿ ਉਸ ਤੋਂ ਬਾਅਦ ਜਦੋਂ ਜਗੀਰ ਸਿੰਘ ਕਾਹਲੋਂ ਜੀ ਨੇ ਇਹਨੂੰ ਕਲੋਜ਼ ਕਰਤਾ ਫਿਰ ਅਸੀਂ ਕੋਈ ਵੀ ਬੋਲ